सुनो द नवजोत ढिल्लों शो ओनली ऑन AM 600 शेरे पंजाब। ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਇਸ ਪ੍ਰੋਗਰਾਮ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਕੁਝ ਉਹ ਮਹਿਮਾਨ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾ ਸਕਣ ਜਿਨ੍ਹਾਂ ਦੇ ਕੋਲ ਜਾਣਕਾਰੀ ਦਾ ਬਹੁਤ ਭਰਪੂਰ ਖਜ਼ਾਨਾ ਹੈ। ਕਈ ਵਾਰੀ ਸਾਡੇ ਇੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹਦੇ ਨਾਲ ਗੱਲ ਕਰੀਏ, ਕਿਵੇਂ ਅਸੀਂ ਸਾਰੀ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਇਹ ਸੋਚੀਏ ਕਿ ਅਸੀਂ ਇੰਡੀਆ ਕਿਸੇ ਦੇ ਨਾਲ ਗੱਲ ਕਰੀਏ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਜਦੋਂ ਘਟਨਾਵਾਂ ਵਾਪਰਦੀਆਂ, ਉਸ ਵੇਲੇ ਮੈਂ ਇਹ ਮਹਿਸੂਸ ਕਰਦੀ ਹੁੰਦੀ ਹਾਂ ਕਿ ਮੇਰੇ ਪ੍ਰੋਗਰਾਮ ਦਾ ਜਿਹੜਾ ਸਮਾਂ ਕੁਝ ਇਸ ਤਰ੍ਹਾਂ ਦਾ ਹੈ, ਇੰਡੀਆ ਤੋਂ ਕਿਸੇ ਨੂੰ ਵੀ ਇਸ ਸਮੇਂ ਤੱਕ ਜਾਗਦੇ ਰੱਖਣਾ ਠੀਕ ਨਹੀਂ ਹੋਊਗਾ। ਪਰ ਅੱਜ ਮੈਂ ਇਹ ਸਮਝਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਦੀ ਖੁਸ਼ਨਸੀਬੀ ਹੈ ਕਿ ਜਿਹੜੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਹਿਮਾਨ ਹੋਣਗੇ, ਉਹ ਚਾਹੇ ਅਸੀਂ ਇੱਥੋਂ ਦੀ ਗੱਲਬਾਤ ਉਹਨਾਂ ਨਾਲ ਕਰਾਂਗੇ ਜਾਂ ਅਸੀਂ ਇੰਡੀਆ ਦੀ ਗੱਲ ਕਰਾਂਗੇ ਜਾਂ ਦੁਨੀਆ ਦੇ ਅਸੀਂ ਕਿਸੇ ਹਿੱਸੇ ਦੇ ਵਰਤਾਰੇ ਦੀ ਗੱਲ ਕਰੀਏ, ਸਾਰੇ ਤਰ੍ਹਾਂ ਦੀ ਜਾਣਕਾਰੀ ਦੇ ਉਹ ਮਾਹਿਰ ਨੇ। ਮੈਂ ਖਾਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੇ ਸਾਡੇ ਮਹਿਮਾਨ ਨੇ, ਇਹ ਰਿਟਾਇਰਡ ਪ੍ਰੋਫੈਸਰ ਨੇ JNU ਤੋਂ, ਅਤੇ JNU ਦੇ ਸੈਂਟਰ ਆਫ ਇੰਡੀਅਨ ਲੈਂਗੁਏਜਿਸ ਦੇ ਵਿੱਚ ਇਹ ਰਹੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫੈਕਲਟੀ ਆਫ ਲੈਂਗੁਏਜਿਸ ਦੇ ਡੀਨ ਵੀ ਰਹੇ ਨੇ। ਜੇ ਅਸੀਂ ਬਾਹਰਲੀਆਂ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਬਹੁਤ ਥਾਵਾਂ 'ਤੇ ਇਹਨਾਂ ਨੂੰ ਮੌਕਾ ਮਿਲਿਆ ਜਾਣ ਦਾ। ਇਹਨਾਂ ਦੀ ਜਿਹੜੀ ਸਟੱਡੀ ਦਾ ਦਾਇਰਾ ਹੈ ਉਹ ਲਿਮਿਟਿਡ ਨਹੀਂ ਹੈ। ਬਹੁਤ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਇਹਨਾਂ ਨੇ ਅਧਿਐਨ ਕੀਤਾ ਹੈ। ਮੌਰੀਸ਼ੀਅਸ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਵੀ ਇਹ ਵਿਜ਼ਿਟਿੰਗ ਪ੍ਰੋਫੈਸਰ ਰਹੇ ਨੇ। ਇਸੇ ਤਰ੍ਹਾਂ ਵੈਸਟ ਇੰਡੀਜ਼ ਦੇ ਇੱਕ ਯੂਨੀਵਰਸਿਟੀ ਦੇ ਵਿੱਚ ਵੀ ਇਹ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ 'ਤੇ ਜਾਂਦੇ ਰਹੇ ਨੇ। ਦੁਨੀਆ ਦੀਆਂ ਹੋਰ ਕਈ ਯੂਨੀਵਰਸਿਟੀ ਦੇ ਵਿੱਚ ਜਾਣ ਦਾ ਇਹਨਾਂ ਨੂੰ ਮੌਕਾ ਮਿਲਿਆ। ਜਦੋਂ ਮੈਂ ਇਹਨਾਂ ਦਾ ਇੱਕ ਲੇਖਕ ਦੇ ਤੌਰ 'ਤੇ, ਇੱਕ ਰਿਸਰਚਰ ਦੇ ਤੌਰ 'ਤੇ ਕੰਮ ਦੇਖਦੀ ਹਾਂ, ਬੇਸ਼ੱਕ ਤੁਹਾਡੇ ਵਿੱਚੋਂ ਬਹੁਤ ਸਾਰੇ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਉਹਨਾਂ ਵੱਲੋਂ ਕੀਤੇ ਗਏ ਰਿਸਰਚ ਵਰਕ ਦੇ ਲਈ ਵੱਧ ਜਾਣਦੇ ਨੇ, ਪਰ ਉਹ ਸਾਹਿਤ ਸਮੇਤ ਹੋਰ ਬਹੁਤ ਸਾਰੇ ਵੱਖ-ਵੱਖ ਵਿਸ਼ਿਆਂ 'ਤੇ ਕਿਤਾਬਾਂ ਲਿਖ ਚੁੱਕੇ ਨੇ। 55 ਤੋਂ ਵੱਧ ਕਿਤਾਬਾਂ ਛਪੀਆਂ ਨੇ। ਮੈਂ ਗੱਲ ਕਰ ਰਹੀ ਹਾਂ ਡਾਕਟਰ ਚਮਨ ਲਾਲ ਹੋਣਾ ਦੀ। ਡਾਕਟਰ ਚਮਨ ਲਾਲ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹੋਣਗੇ। ਇਹ ਜਿਹੜੀਆਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ, ਹਿੰਦੀ, ਪੰਜਾਬੀ, ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਛਪੀਆਂ ਨੇ, ਅਤੇ ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਬੰਗਾਲੀ, ਉਰਦੂ, ਮਰਾਠੀ ਅਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਵੀ ਹੋਈਆਂ ਨੇ। ਜੇ ਵਿਸ਼ਿਆਂ ਦੀ ਗੱਲ ਕਰਦੀ ਹਾਂ, ਸੋਸ਼ਲ ਹਿਸਟਰੀ, ਮਾਡਰਨ ਹਿਸਟਰੀ, ਹਿਸਟੋਰੀਕਲ ਐਨਾਲਿਸਿਸ, ਲਿਟਰੇਚਰ, ਪੰਜਾਬੀ, ਹਿੰਦੀ, ਉਰਦੂ, ਇਸ ਤੋਂ ਇਲਾਵਾ ਲੈਂਗੁਏਜ, ਇਹਨਾਂ ਸਾਰੇ ਵਿਸ਼ਿਆਂ 'ਤੇ ਇਹਨਾਂ ਦੀ ਮੁਹਾਰਤ ਹੈ। ਤੁਸੀਂ ਇਹਨਾਂ ਨੂੰ ਪੜ੍ਹਨਾ ਚਾਹੁੰਦੇ ਹੋ, ਇਹਨਾਂ ਦਾ ਰਿਸਰਚ ਦਾ ਕੰਮ ਦੇਖਣਾ ਚਾਹੁੰਦੇ ਹੋ, researchgate.net 'ਤੇ ਜਾ ਕੇ ਤੁਸੀਂ ਇਹਨਾਂ ਦੇ ਬਹੁਤ ਸਾਰੇ ਆਰਟੀਕਲਸ ਨੇ, ਉਹ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਡਾਕਟਰ ਚਮਨ ਲਾਲ ਜੀ, ਜੀ ਆਇਆਂ ਨੂੰ। ਸ਼ੁਕਰੀਆ। ਤੁਹਾਡੇ ਸਰੋਤਿਆਂ ਨੂੰ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਗੱਲ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਦੀ ਹਾਂ। ਸਾਡੇ ਅੱਜ ਕੱਲ੍ਹ ਜਿਹੜਾ ਆਪਾਂ ਇੰਡੀਆ ਦਾ ਮਾਹੌਲ ਹੈ ਕੁਝ, ਅਤੇ ਖਾਸ ਕਰਕੇ ਪੰਜਾਬ ਦਾ ਮਾਹੌਲ ਹੈ, ਉਸ ਤੋਂ ਬਾਅਦ ਉਸ ਸਾਰੇ ਕਾਸੇ ਦਾ ਜਿਹੜਾ ਇੱਥੇ ਪ੍ਰਭਾਵ ਪੈ ਰਿਹਾ ਹੈ, ਉਹਦੇ ਸਿਲਸਿਲੇ 'ਚ ਬਹੁਤ ਸਾਰੀਆਂ ਇੱਥੇ ਵੀ ਘਟਨਾਵਾਂ ਵਾਪਰ ਰਹੀਆਂ ਨੇ। ਜੇ ਥੋੜ੍ਹਾ ਜਿਹਾ ਤੁਸੀਂ ਉਹਦੇ 'ਤੇ ਰੌਸ਼ਨੀ ਪਾ ਸਕੋ, ਕਿਉਂਕਿ ਤੁਸੀਂ ਸ਼ਹੀਦ ਭਗਤ ਸਿੰਘ 'ਤੇ ਬਹੁਤ ਸਾਰਾ ਕੰਮ ਕੀਤਾ ਹੋਇਆ, ਅਤੇ ਸ਼ਹੀਦ ਭਗਤ ਸਿੰਘ ਆਰਕਾਈਵਜ਼ ਐਂਡ ਰਿਸੋਰਸ ਸੈਂਟਰ ਦੇ ਤੁਸੀਂ ਆਨਰਰੀ ਐਡਵਾਈਜ਼ਰ ਵੀ ਇਸ ਵੇਲੇ ਹੈਗੇ ਹੋ। ਮੈਂ ਸਮਝਦੀ ਹਾਂ ਕਿ ਸਵਾਲ ਇੱਥੋਂ ਇਹ ਵਾਜਿਬ ਹੋਏਗਾ ਜੇ ਤੁਹਾਨੂੰ ਮੈਂ ਇਹ ਗੱਲ ਸ਼ੁਰੂ ਕਰਾਂ। ਪਿਛਲੇ ਦਿਨੀਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਜਲਾਇਆ ਜਾ ਰਿਹਾ ਹੈ। ਉਹ ਵੀ ਉਸ ਮੌਕੇ ਜਦੋਂ ਸ਼ਹੀਦ ਭਗਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਅਤੇ ਹੁਣ ਪਰਸੋਂ ਦੀ ਇੱਥੇ ਘਟਨਾ ਇੱਕ ਹੋਰ ਵਾਪਰੀ ਹੈ। ਉਹ ਹੈ ਕਿ ਮਹਾਤਮਾ ਗਾਂਧੀ ਦੇ ਬੁੱਤ ਦਾ ਸਿਰ ਅਲੱਗ ਕਰ ਦਿੱਤਾ ਗਿਆ ਧੜ ਨਾਲੋਂ। ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੇ ਵਰਤਾਰੇ ਨੂੰ ਦੇਖ ਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੁੰਦੇ ਆ ਕਿ ਸਾਡੀ ਇਸ ਵੇਲੇ ਕੀ ਦਸ਼ਾ ਹੋ ਗਈ ਹੈ, ਅਸੀਂ ਕਿੱਥੇ ਖੜ੍ਹੇ ਹਾਂ। ਮੈਨੂੰ ਲੱਗਦਾ ਤੁਹਾਡੇ ਨਾਲੋਂ ਬਿਹਤਰ ਕੋਈ ਇਹਦਾ ਜਵਾਬ ਨਹੀਂ ਦੇ ਸਕਦਾ। ਪਲੀਜ਼। ਤੁਸੀਂ ਬੜੇ ਗੰਭੀਰ ਸਵਾਲ ਉਠਾਏ ਨੇ, ਅਤੇ ਮੈਨੂੰ ਬਹੁਤ ਪਿੱਛੇ ਜਾ ਕੇ, ਜਿਹਨੂੰ ਕਹਿੰਦੇ ਕਿ ਹਿਊਮਨ ਸਿਵਲਾਈਜੇਸ਼ਨ ਦੇ ਮੁੱਢਲੇ ਦੌਰ ਦੇ ਵਿੱਚ ਯਾਦ ਆਉਂਦਾ ਹੈ ਕਿ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਦੁਨੀਆ ਦੀ ਸਭ ਤੋਂ ਮਸ਼ਹੂਰ ਲਾਇਬ੍ਰੇਰੀ ਸੀ, ਔਰ ਜਿਹੜੇ ਉਸ ਵੇਲੇ ਕੋਈ ਹਾਕਮ ਸੀਗੇ ਜਾਂ ਉਸ ਵੇਲੇ ਕੋਈ ਮੂਵਮੈਂਟ ਸੀ ਜਾਂ ਉਸ ਵੇਲੇ ਕੋਈ ਲੋਕਾਂ ਦਾ ਆਭਾਰ ਸੀ, ਉਸ ਨੇ ਉਹ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਜਲਾਈ ਸੀ। ਅੱਛਾ। ਜਿਹਦਾ ਮਤਲਬ ਇਹ ਹੈ ਕਿ ਅਲੈਗਜ਼ੈਂਡਰੀਆ ਇੱਕ ਤਰ੍ਹਾਂ ਦਾ ਇਜਿਪਟ
ਦੀ ਪੁਰਾਤਨ ਸੱਭਿਅਤਾ ਦਾ ਪ੍ਰਤੀਕ ਹੈ। ਹੁਣ ਵੀ ਅਸੀਂ ਗ੍ਰੀਕ ਸੱਭਿਅਤਾ, ਇਜਿਪਸ਼ੀਅਨ ਸੱਭਿਅਤਾ, ਇਹਨਾਂ ਸਾਰੀਆਂ ਸੱਭਿਅਤਾਵਾਂ ਨੂੰ ਬਹੁਤ ਆਰੰਭਕ ਸੱਭਿਅਤਾਵਾਂ ਦੇ ਤੌਰ 'ਤੇ ਦੇਖਦੇ ਹਾਂ। ਔਰ ਬੇਸਿਕ ਚੀਜ਼ ਜਿਹੜੀ ਹੈ ਕਿ ਸੱਭਿਅਤਾ ਦੇ ਕਿਸੇ ਵੀ ਵਿਕਾਸ ਦੇ ਵਿੱਚ ਗਿਆਨ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ, ਅਤੇ ਲਾਇਬ੍ਰੇਰੀਆਂ ਗਿਆਨ ਦਾ ਪ੍ਰਤੀਕ ਹੁੰਦੀਆਂ ਨੇ। ਅਤੇ ਜੇ ਕੋਈ ਲਹਿਰ ਜਾਂ ਕੋਈ ਲੋਕ ਜਾਂ ਕੋਈ ਸਰਕਾਰ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਲਾਇਬ੍ਰੇਰੀਆਂ ਨੂੰ ਜਲਾਵੇ, ਤਾਂ ਇਹ ਸਮਝੋ ਕਿ ਪੂਰੀ ਸੱਭਿਅਤਾ ਨੂੰ ਨਸ਼ਟ ਕਰਨ ਦਾ ਕੰਮ ਉਹ ਕਰ ਰਹੀ ਹੁੰਦੀ ਹੈ। ਔਰ ਉਹ ਪਤਾ ਨਹੀਂ, ਸ਼ਾਇਦ ਉਸ ਵੇਲੇ 40,000 ਕਿਤਾਬਾਂ ਸੀ ਜਾਂ ਕਿੰਨੀਆਂ ਕਿਤਾਬਾਂ ਸੀ ਜਿਹੜੀਆਂ ਉਸ ਤਰ੍ਹਾਂ ਨਸ਼ਟ ਕੀਤੀਆਂ ਗਈਆਂ। ਇਸੇ ਤਰੀਕੇ ਨਾਲ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਿ ਜੋ ਲੋਕ ਸੱਭਿਅਤਾ ਨੂੰ ਪਿੱਛੇ ਲੈ ਕੇ ਜਾਣਾ ਚਾਹੁੰਦੇ ਨੇ, ਆਮ ਤੌਰ 'ਤੇ ਹਿਊਮਨ ਸਿਵਲਾਈਜੇਸ਼ਨ ਤੋਂ ਵੀ ਅੱਗੇ ਚੱਲ ਕੇ ਕਲਚਰ, ਉਹਦੇ ਅੱਗੇ ਵਿਕਾਸ ਦੀ ਜ਼ਿਆਦਾਤਰ ਹੁੰਦੀ ਹੈ ਕੋਸ਼ਿਸ਼, ਜਿਹਦੇ ਨਾਲ ਮਨੁੱਖ ਦੀ ਜ਼ਿੰਦਗੀ ਚੰਗੀ ਬਣਦੀ ਹੈ, ਚੰਗੀ ਜ਼ਿੰਦਗੀ ਜਿਉਂਦਾ। ਤਾਂ ਸੱਭਿਅਤਾ ਤੋਂ ਬਾਅਦ ਇੱਕ ਤਰ੍ਹਾਂ ਦਾ ਕਲਚਰ ਦੀ ਗੱਲ ਆ ਜਾਂਦੀ ਆ। ਤਾਂ ਇਹਦੇ ਵਾਸਤੇ ਨੌਲੇਜ ਹੈ, ਜਿਹੜੀ ਗਿਆਨ ਹੈ ਜਿਹੜਾ, ਇਹ ਸਭ ਤੋਂ ਇੱਕ ਤਰ੍ਹਾਂ ਦਾ ਕੇਂਦਰੀ ਧੁਰਾ। ਕਲਚਰ ਦੇ ਹੋਰ ਪੱਖ ਵੀ ਆ ਜਾਂਦੇ ਨੇ, ਤੁਹਾਡੇ ਰਹਿਣ ਸਹਿਣ ਦਾ ਤਰੀਕਾ, ਹੋਰ ਸਾਰੀਆਂ ਚੀਜ਼ਾਂ। ਤਾਂ ਹਿਟਲਰ ਦੇ ਵਕਤ ਦੇ ਵਿੱਚ ਵੀ ਇਸ ਤਰੀਕੇ ਨਾਲ ਗਿਆਨ ਨੂੰ, ਨੌਲੇਜ ਨੂੰ ਇੰਨਾ ਨਸ਼ਟ ਕੀਤਾ ਗਿਆ ਕਿ ਫਾਸਿਸਟ ਜਰਮਨੀ ਦੇ ਵਿੱਚੋਂ ਉਦੋਂ ਵੀ ਲਾਇਬ੍ਰੇਰੀਆਂ ਵੀ ਜਲਾਈਆਂ ਗਈਆਂ, ਅਤੇ ਬਹੁਤ ਸਾਰੇ ਲੇਖਕਾਂ ਨੂੰ ਉੱਥੋਂ ਜਾਨ ਬਚਾ ਕੇ ਭੱਜ ਕੇ ਅਮਰੀਕਾ ਆਉਣਾ ਪਿਆ, ਹੋਰ ਮੁਲਕਾਂ 'ਚ ਆਉਣਾ ਪਿਆ। ਔਰ ਉਹ ਇਹੋ ਜਿਹੇ ਵਰਲਡ ਦੇ ਸਭ ਤੋਂ ਮਹਾਨ ਲੇਖਕਾਂ ਦੇ ਵਿੱਚੋਂ ਉਹਨਾਂ ਦਾ ਨਾਂ ਆਉਂਦਾ ਹੈਗਾ, ਜਿਹੜੇ ਜਰਮਨੀ ਛੱਡ ਕੇ ਉਸ ਵੇਲੇ ਗਏ। ਤਾਂ ਜਿਹਦਾ ਮਤਲਬ ਕਿ ਜੋ ਅੱਜ ਦਾ ਵਰਤਾਰਾ ਹੈ ਇਹ ਕਿਤੇ ਨਾ ਕਿਤੇ ਉਹਨਾਂ ਪਿਛਲੇ ਵਰਤਾਰਿਆਂ ਨਾਲ ਮੇਲ ਖਾਂਦਾ, ਚਾਹੇ ਉਹ ਕੈਨੇਡਾ 'ਚ ਹੋ ਰਿਹਾ ਹੋਵੇ, ਚਾਹੇ ਹਿੰਦੁਸਤਾਨ 'ਚ ਹੋ ਰਿਹਾ ਹੋਵੇ, ਜਾਂ ਪਾਕਿਸਤਾਨ 'ਚ ਹੋ ਰਿਹਾ ਹੋਵੇ, ਜਾਂ ਕਿਸੇ ਹੋਰ ਮੁਲਕ 'ਚ ਹੋ ਰਿਹਾ ਹੋਵੇ। ਕਿ ਇੱਕ ਤਾਂ ਇਨਸਾਨਾਂ ਨੂੰ ਮਾਰਨ ਦਾ ਜਿਹੜਾ ਹੈਗਾ ਸਿਲਸਿਲਾ, ਚਾਹੇ ਲਿੰਚ ਕਰਕੇ ਤੁਸੀਂ ਕਰਦੇ ਹੋ, ਚਾਹੇ ਫਿਰਕੂ ਰਾਈਟਸ ਨਾਲ ਹੁੰਦਾ, ਜਿਸ ਵੀ ਤਰੀਕੇ ਨਾਲ ਉਹ ਹੁੰਦਾ, ਜਿਸ ਜਗ੍ਹਾ ਵੀ ਹੁੰਦਾ, ਉਹ ਬੇਹੱਦ ਇੱਕ ਤਰ੍ਹਾਂ ਦਾ ਇਨਸਾਨੀਅਤ ਨੂੰ ਪਿੱਛੇ ਵੱਲ ਨੂੰ ਲਿਜਾਣ ਵਾਲਾ ਹੈਗਾ। ਅਤੇ ਇਹਦੇ ਤੋਂ ਇਹ ਪਤਾ ਲੱਗਦਾ ਕਿ ਇਨਸਾਨੀਅਤ ਨੇ ਜੇ ਅਗਲਾ ਵਿਕਾਸ ਕੀਤਾ ਸੀ, ਜਿਵੇਂ ਹੁਣ ਅਸੀਂ ਕਹਿੰਦੇ ਹਾਂ ਕਿ ਯੂਰਪ ਨੇ, ਅਮਰੀਕਾ ਨੇ ਬਹੁਤ ਐਡਵਾਂਸ ਹੈ, ਲੇਕਿਨ ਯੂਰਪ ਅਤੇ ਅਮਰੀਕਾ ਇਹ ਐਡਵਾਂਸ ਕਿਉਂ ਹੈ? ਵੈਸਟਰਨ ਸਿਵਲਾਈਜੇਸ਼ਨ ਐਡਵਾਂਸ ਕਿਉਂ ਹੈ? ਅਤੇ ਜਾਂ ਅਫਰੀਕਾ ਅਤੇ ਏਸ਼ੀਆ ਇਹ ਪਿੱਛੇ ਕਿਉਂ ਨੇ? ਤਾਂ ਸਾਫ਼ ਗੱਲ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਇੰਟੀਫਿਕ ਰੈਵੋਲੂਸ਼ਨ ਹੋਇਆ। ਸਾਇੰਸ ਨੇ ਪਹਿਲਾਂ ਐਡਵਾਂਸ ਕੀਤਾ, ਸਾਇੰਸ ਦੀ ਐਡਵਾਂਸਮੈਂਟ ਨੇ, ਨਵੀਆਂ ਖੋਜਾਂ ਨੇ ਇਹਨਾਂ ਦੀ ਸੁਸਾਇਟੀਜ਼ ਨੂੰ ਇਸ ਤਰ੍ਹਾਂ ਔਰਗੇਨਾਈਜ਼ ਕੀਤਾ ਹੈ ਕਿ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਹਿੰਦੁਸਤਾਨ ਜਾਂ ਏਸ਼ੀਆ ਅਫਰੀਕਾ 'ਚ ਨਹੀਂ ਮੰਨ ਸਕਦੇ, ਉਹ ਸਾਰੀਆਂ ਤੁਹਾਨੂੰ ਇੱਥੇ ਵੈਸਟ ਦੇ ਵਿੱਚ ਮਿਲਦੀਆਂ ਨੇ। ਪਰ ਗੱਲ ਇਹ ਹੈ ਕਿ ਇਹ ਜਿਹੜਾ ਹੁਣ ਇੱਥੇ ਵਰਤਾਰਾ ਆ, ਬਹੁਤ ਵਾਰੀ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਲੋਕ ਆ ਜਦੋਂ ਉਹ ਆਪਣਾ ਵਿਰੋਧ ਪ੍ਰਗਟ ਕਰਦੇ ਆ, ਹਰ ਕਿਸੇ ਦਾ ਆਪੋ ਆਪਣਾ ਵਿਰੋਧ ਪ੍ਰਗਟ ਕਰਨ ਦਾ ਤਰੀਕਾ ਹੁੰਦਾ। ਪਰ ਇਹ ਮੇਰੇ ਨਾਲ ਥੋੜ੍ਹੇ ਦਿਨ ਪਹਿਲਾਂ ਸੁਮੇਲ ਸਿੰਘ ਵੀ ਸ਼ਾਮਿਲ ਹੋਈ ਸੀ, ਜਿਸ ਦਿਨ ਭਗਤ ਸਿੰਘ ਦਾ ਸ਼ਹੀਦੀ ਦਿਨ ਸੀ। ਉਹਨਾਂ ਨੂੰ ਵੀ ਮੈਂ ਇਹ ਸਵਾਲ ਪੁੱਛਿਆ ਸੀ ਕਿ ਸ਼ਹੀਦ ਭਗਤ ਸਿੰਘ 'ਤੇ ਜਿਹੜੇ ਸਵਾਲ ਉੱਠਦੇ ਆ ਉਹ ਕਿਉਂ ਉੱਠਦੇ ਆ, ਜਾਂ ਜਿਹੜੇ ਲੋਕ ਇਤਰਾਜ਼ ਕਰਦੇ ਆ, ਸੰਭਾਵਿਤ ਤੌਰ 'ਤੇ ਫੋਟੋ ਜਲਾ ਰਹੇ ਆ ਜਾਂ ਪੁਤਲੇ ਜਲਾਏ ਜਾਂਦੇ ਆ ਕਿਸੇ ਦੇ, ਉਹ ਕਿਸੇ ਤਰ੍ਹਾਂ ਦੀ ਉਹ ਆਪਣੀ ਭੜਾਸ ਕੱਢ ਰਹੇ ਆ, ਕਿਸੇ ਤਰ੍ਹਾਂ ਦਾ ਆਪਣਾ ਗੁੱਸਾ ਕੱਢ ਰਹੇ ਆ। ਤੁਸੀਂ ਸ਼ਹੀਦ ਭਗਤ ਸਿੰਘ ਨੂੰ ਇੰਨਾ ਜ਼ਿਆਦਾ ਪੜ੍ਹਿਆ, ਉਹਨਾਂ 'ਤੇ ਰਿਸਰਚ ਕੀਤੀ ਆ, ਤੁਹਾਡੇ ਇੰਨਾ ਜ਼ਿਆਦਾ ਤੁਹਾਡਾ ਕੰਮ ਹੈ, ਤੁਹਾਡਾ ਮੈਨੂੰ ਇਹ ਲੱਗਦਾ ਕਿ ਸ਼ਹੀਦ ਭਗਤ ਸਿੰਘ ਨਾਲ ਬਹੁਤ ਇੱਕ ਵੱਖਰੀ ਤਰ੍ਹਾਂ ਦਾ ਰਿਸ਼ਤਾ ਰਿਹਾ ਹੋਏਗਾ। ਸ਼ਾਇਦ ਤੁਸੀਂ ਇਸ ਗੱਲ ਨੂੰ ਬਿਹਤਰ ਢੰਗ ਦੇ ਨਾਲ ਐਕਸਪ੍ਰੈਸ ਕਰ ਸਕਦੇ ਹੋ ਕਿ ਜੇ ਭਗਤ ਸਿੰਘ ਦੇ ਉੱਤੇ ਇਤਰਾਜ਼ ਕੀਤਾ ਜਾਂਦਾ, ਅਸੀਂ ਇਸ ਹੱਦ ਤੱਕ ਪਹੁੰਚ ਜਾਂਦੇ ਹਾਂ, ਅਸੀਂ ਫੋਟੋ ਜਲਾਉਂਦੇ ਹਾਂ ਜਾਂ ਅਸੀਂ ਗੁੱਸਾ ਇਸ ਤਰ੍ਹਾਂ ਦਿਖਾ ਰਹੇ ਹਾਂ, ਕਿਉਂ ਇਸ ਤਰ੍ਹਾਂ ਹੋ ਰਿਹਾ? ਕਿ ਕੀ ਗੱਲ ਹੈਗੀ ਆ? ਉਹ ਵੀ ਕਿ ਅਸੀਂ ਉਸ ਦਿਨ ਜਦੋਂ ਉਹਨਾਂ ਦਾ ਸ਼ਹੀਦੀ ਦਿਨ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਵੀ ਹਾਂ ਉਹਦੀ ਸੋਚ ਜਾਂ ਉਹਦੀ ਐਗਜ਼ਿਸਟੈਂਸ, ਉਹ ਵੀ ਕਿਤੇ ਖਤਰਾ ਮੌਜੂਦਾ ਇਸ ਸਾਰੇ ਵਰਤਾਰੇ ਦੇ ਵਿੱਚ? ਇਹ ਵੈਸੇ ਮੇਰੇ ਵਾਸਤੇ ਇੱਕ ਤਰ੍ਹਾਂ ਦੀ ਇਹ ਖਬਰ ਹੀ ਹੈ ਜਿਹੜੀ ਤੁਹਾਡੇ ਕੋਲੋਂ ਮੈਨੂੰ ਮਿਲੀ ਹੈ। ਹਾਲਾਂਕਿ ਇਸ ਕਿਸਮ ਦੀਆਂ ਖਬਰਾਂ ਬਥੇਰੀਆਂ ਮੈਂ ਪੜ੍ਹਦਾ ਸੁਣਦਾ ਰਿਹਾ, ਲੇਕਿਨ ਫੋਟੋਆਂ ਜਲਾਈਆਂ ਗਈਆਂ ਨੇ, ਇਹ ਪਤਾ ਨਹੀਂ ਕੈਨੇਡਾ ਹੋਇਆ ਜਾਂ ਜਿੱਥੇ ਹੋਇਆ ਮੈਂ ਕਹਿ ਨਹੀਂ ਸਕਦਾ, ਹੋ ਸਕਦਾ ਹਿੰਦੁਸਤਾਨ ਵੀ ਹੋਇਆ ਹੋਵੇ, ਹੋ ਸਕਦਾ ਪੰਜਾਬ 'ਚ ਵੀ ਹੋਇਆ ਹੋਵੇ। ਤਾਂ ਇਹ ਇੱਕ ਅਜਿਹੇ ਉਸ ਨੂੰ ਇਸ਼ਾਰਾ ਕਰਦਾ ਕਿ ਜਿੱਥੇ ਬੇਹੱਦ ਜਿਹੜਾ
ਜਿਹਨੂੰ ਕਹਿਣਾ ਚਾਹੀਦਾ ਕਿ ਮਨੁੱਖਤਾ ਦੇ ਜਿਹੜਾ ਵਿਕਸਿਤ ਦਿਮਾਗ ਹੈ ਉਹ ਤੋਂ ਇਹ ਇੱਕ ਤਰ੍ਹਾਂ ਦੀ ਰਿਟਾਰਡੇਸ਼ਨ ਹੈ। ਮਤਲਬ ਜਿਹੜਾ ਮਨੁੱਖ ਦਾ ਵਿਕਸਿਤ ਦਿਮਾਗ ਹੈ ਜਨਰਲੀ ਸਮਝਿਆ ਜਾਂਦਾ ਕਿ ਉਹ ਵਿਕਸਿਤ ਦਿਮਾਗ ਨਾਲ ਬਹੁਤ ਕ੍ਰੀਏਟਿਵ ਚੀਜ਼ਾਂ ਪੈਦਾ ਕਰਦਾ, ਲੇਕਿਨ ਜੇ ਇਸ ਕਿਸਮ ਦਾ ਵਰਤਾਰਾ ਕੋਈ ਕਰਦਾ ਜਾ ਕੇ ਇਸ ਸਮੇਂ ਦੇ ਵਿੱਚ ਤਾਂ ਇਹ ਲੱਗਦਾ ਕਿ ਉਹ ਉਸ ਦੀ ਮੈਂਟਲ ਰਿਟਾਰਡੇਸ਼ਨ ਹੋ ਰਹੀ ਹੈ, ਇੱਕ ਤਰ੍ਹਾਂ ਦਾ ਮਾਨਸਿਕ ਰੋਗ ਪੈਦਾ। ਮੇਰਾ ਸਵਾਲ ਇਹ ਸੀ ਕਿ ਭਗਤ ਸਿੰਘ ਦੀ ਸੋਚ ਜਾਂ ਉਹਦੀ ਜੋ ਵੀ ਉਹਦਾ ਵਰਤਾਰਾ ਸੀ ਜਾਂ ਫਿਲਾਸਫੀ ਸੀ ਇਸ ਮੌਜੂਦਾ ਇਸ ਸਮੇਂ ਦੇ ਦੌਰਾਨ ਉਹਦਾ ਵੀ ਕੋਈ ਖਤਰਾ ਹੈ? ਖਤਰਾ ਤੇ ਉਸ ਦੀ ਸੋਚ ਦਾ ਕਿਸੇ ਵੀ ਸਿਸਟਮ ਨੂੰ ਕਿਸੇ ਵੇਲੇ ਵੀ ਹੋ ਸਕਦਾ, ਕਿਉਂਕਿ ਭਗਤ ਸਿੰਘ ਦੀ ਜਿਹੜੀ ਆਪਣੀ ਸੋਚ ਦੀ ਗੱਲ ਹੈ ਉਹ ਸੋਚ ਤੇ ਇੱਕ ਤਰੀਕੇ ਨਾਲ ਐਸਾ ਇਨਸਾਨੀ ਸਮਾਜ ਬਣਾਉਣ ਦੀ ਸੋਚ ਸੀਗੀ ਜਿਹਦੇ 'ਚ ਮਜ਼ਦੂਰ ਤੇ ਕਿਸਾਨ ਨੂੰ ਜਾਂ ਮਿਹਨਤਕਸ਼ ਨੂੰ ਉਹਦੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ, ਇੱਕ ਇਹੋ ਜਿਹਾ ਨਿਜ਼ਾਮ ਪੈਦਾ ਹੋ ਸਕੇ ਜਿੱਥੇ ਆਰਥਿਕ ਵਸੀਲੇ, ਨੈਚੁਰਲ ਵਸੀਲੇ, ਇਹ ਸਾਰੇ ਵਸੀਲਿਆਂ 'ਤੇ ਉਸ ਮਿਹਨਤਕਸ਼ ਜਮਾਤ ਕੰਟਰੋਲ ਕਰੇ ਉਹਨਾਂ ਨੂੰ। ਅਤੇ ਉਹਦੇ ਨਾਲ ਜਿਸ ਤਰ੍ਹਾਂ ਤੁਹਾਡੇ ਹੁਣ ਚਲੋ ਵੈਸਟ ਦੇ ਵਿੱਚ ਵੀ ਕਲਾਸ ਸੋਸਾਇਟੀ ਹੈ, ਲੇਕਿਨ ਘੱਟੋ ਘੱਟ ਇੱਕ ਬਹੁਤ ਸਹੂਲਤਾਂ ਵਾਲੀ ਜ਼ਿੰਦਗੀ ਪੈਦਾ ਕੀਤੀ ਹੋਈ ਹੈ। ਉਸ ਤਰ੍ਹਾਂ ਦੀ ਭਿੱਖਮੰਗੀ ਨਹੀਂ ਹੈ, ਉਸ ਤਰ੍ਹਾਂ ਦੀ ਈਵਨ ਕਿਸੇ ਮਜ਼ਦੂਰ ਨੇ ਵੀ ਘੱਟੋ ਘੱਟ ਜਿਉਣ ਦੀਆਂ ਉਹਦੀਆਂ ਸਹੂਲਤਾਂ ਅੱਛੀਆਂ ਨੇ। ਤਾਂ ਉਹ ਇਸ ਕਿਸਮ ਦਾ ਸਮਾਜ ਬਣਾਉਣਾ ਚਾਹੁੰਦਾ ਸੀ ਜਿਹੜਾ ਬਿਲਕੁਲ ਬਰਾਬਰੀ ਵਾਲਾ ਸਮਾਜ ਹੋਵੇ। ਤਾਂ ਇਹ ਜਿਹੜੇ ਲੋਕ ਜਾਂ ਕਹ ਲਓ ਕਿ ਕੁਛ ਤੇ ਕਲਾਸ ਹੈ ਜਿਹੜੀ ਉਹਨੂੰ ਬਹੁਤ ਖਤਰਾ ਮਹਿਸੂਸ ਹੁੰਦਾ, ਉਹ ਚਾਹੇ ਅਸੀਂ ਅੱਜ ਉਹਨੂੰ ਕਾਰਪੋਰੇਟ ਕਲਾਸ ਕਹੀਏ, ਕੈਪੀਟਲਿਸਟ ਕਲਾਸ ਕਹੀਏ, ਫਿਊਡਲ ਕਲਾਸ ਕਹੀਏ, ਵਿਚ ਐਵਰ ਆਰ ਰੂਲਿੰਗ ਕਲਾਸਿਸ ਐਂਡ ਵਿਚ ਐਵਰ ਹੈਵਿੰਗ ਹੋਲਡਿੰਗ ਦਾ ਹੈਜਮੋਨਿਕ ਪਾਵਰ। ਉਹਨਾਂ ਨੂੰ ਇਹ ਹੈ ਕਿ ਬਹੁਤੀ ਜਿਹੜੀ ਜਨਤਾ ਮਜ਼ਦੂਰ ਹੈ ਜਾਂ ਕਿਸਾਨ ਹੈ ਉਹਨਾਂ ਨੂੰ ਮਿਨੀਮਮ ਉਸ 'ਤੇ ਰੱਖਿਆ ਜਾਵੇ ਸਸਟੇਨੈਂਸ 'ਤੇ, ਇਸ ਤੋਂ ਵੱਧ ਉਹਨਾਂ ਕੋਲ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਐਂਡ ਦੇਅਰ ਐਕਸਪਲੋਇਟੇਸ਼ਨ ਸ਼ੁੱਡ ਕੀਪ ਔਨ ਐਨਰਿਚਿੰਗ ਦੈਮ। ਉਹ ਇੰਨਾ ਐਨਰਿਚ ਕਰ ਦਿਓ ਕਿ ਇਹ ਵੀ ਕਿਸੇ ਨੂੰ ਸਮਝ ਨਾ ਆਵੇ, ਜੇ ਕੋਈ ਰੀਜ਼ਨ ਨਾਲ ਸੋਚੇ ਅਤੇ ਤੂੰ ਜੇ ਇੰਨਾ ਐਨਰਿਚ ਹੋ ਜਾਏਗਾ ਤਾਂ ਵਾਟ ਵਿਲ ਯੂ ਡੂ। ਜੇ ਅੰਬਾਨੀ ਦਾ 250 ਕਮਰਿਆਂ ਦਾ ਉੱਥੇ ਬੰਬੇ ਦੇ ਵਿੱਚ ਮਕਾਨ ਹੈ ਅਤੇ ਵਟ ਦੈਟ ਮੀਨਸ ਉਹਨੇ ਆਪ ਤਾਂ 3 ਕਮਰਿਆਂ 'ਚ ਰਹਿਣਾ। ਜਦੋਂ ਆਪਣੇ ਆਮ ਤੌਰ 'ਤੇ ਵੀ ਗੱਲ ਕਰਦੇ ਹੁੰਦੇ ਨੇ ਕਿ ਬੰਦੇ ਨੇ ਖਾ ਕਿੰਨਾ ਕੁ ਲੈਣਾ ਹੁੰਦਾ, ਈਵਨ ਇਫ ਯੂ ਈਟ ਹਾਊ ਮਚ ਯੂ ਵਿਲ ਬੀ ਏਬਲ ਟੂ ਈਟ, ਹਾਊ ਮਚ ਤੁਸੀਂ ਕੰਫਰਟ ਦਾ ਵੀ ਇੱਕ ਲੈਵਲ ਹੈ, ਕੰਫਰਟ ਦਾ ਇੱਕ ਲੈਵਲ 'ਤੇ ਜਦੋਂ ਤੁਸੀਂ ਅਚੀਵ ਕਰ ਲਓਗੇ ਉਸ ਤੋਂ ਬਾਅਦ ਵਟ ਇਜ਼ ਦੇਅਰ। ਸੋ ਇਸ ਕਿਸਮ ਦਾ ਉਹ ਵੀ ਇੱਕ ਮੈਂਟਲ ਰਿਟਾਰਡੇਸ਼ਨ ਹੀ ਹੈ ਜਿਹੜੀ ਇਹ ਕੈਪੀਟਲਿਜ਼ਮ ਹੈ। ਇਨ ਏ ਵੇ ਦਿਸ ਇਜ਼ ਏ ਮੈਂਟਲ ਰਿਟਾਰਡੇਸ਼ਨ ਕਿ ਜਿੱਥੇ ਬੰਦਿਆਂ ਨੂੰ ਇਹੀ ਨਹੀਂ ਸਮਝ ਆਉਂਦੀ ਕਿ ਲਾਈਫ ਦਾ ਅਸਲ ਜਿਹੜੀ ਮੀਨਿੰਗ ਹੈ ਜਾਂ ਅਸਲ ਇੰਜੋਏਮੈਂਟ ਹੈ ਉਹ ਹੈ ਕੀ। ਜੀ ਬਹੁਤ ਸਾਰੀਆਂ ਹੋਰ ਗੱਲਾਂ ਤੁਹਾਡੇ ਨਾਲ ਕਰਨੀਆਂ। ਇਸ ਵੇਲੇ ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਰਿਹਾ। ਭਾਰਤ ਦੇ ਵਿੱਚ ਇਸ ਵੇਲੇ ਬੁੱਧੀਜੀਵੀ ਚਿੰਤਕ ਜਿਹੜੇ ਲੋਕ ਨੇ ਉਹ ਮਹਿਸੂਸ ਕਰ ਰਹੇ ਆ ਕਿ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ। ਮੀਡੀਆ ਦਾ ਕਹਿੰਦੇ ਕਿ ਰੁਖ ਹੀ ਬਦਲ ਦਿੱਤਾ ਗਿਆ, ਜਿਹਨੂੰ ਕਿਹਾ ਜਾਂਦਾ ਕਿ ਮੀਡੀਆ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ। ਇਸ ਵੇਲੇ ਉਹਦੀ ਲੱਤ ਪੂਰੀ ਤਰ੍ਹਾਂ ਟੁੱਟੀ ਹੋਈ ਨਜ਼ਰ ਆ ਰਹੀ ਹੈ। ਇਹਦੇ ਨਾਲ ਕੁਝ ਰਾਸ਼ਟਰਵਾਦ ਦੀਆਂ ਗੱਲਾਂ ਹੋ ਰਹੀਆਂ ਨੇ ਅਤੇ ਕੁਝ ਗੱਲਾਂ ਹੋਰ ਇਸ ਪ੍ਰੋਗਰਾਮ ਦੇ ਵਿੱਚ ਹੋਰ ਆਪਾਂ ਇਹਨਾਂ ਦੇ ਕੋਲੋਂ ਸੁਣਾਂਗੇ, ਪਰ ਇਸ ਵੇਲੇ ਇੱਕ ਕਮਰਸ਼ੀਅਲ ਬ੍ਰੇਕ ਤੇ ਖਬਰਾਂ ਤੋਂ ਬਾਅਦ। The Navjot Tillu Show, only on AM 600, Sher-e Punjab। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਮੇਰੇ ਨਾਲ ਇਸ ਵੇਲੇ ਡਾਕਟਰ ਚਮਨ ਲਾਲ ਸ਼ਾਮਿਲ ਨੇ ਜਿਹੜੇ JNU ਦੇ ਵਿੱਚ ਰਹੇ ਨੇ ਅਤੇ ਮੈਂ ਪਹਿਲਾਂ ਇਹਨਾਂ ਬਾਰੇ ਇੰਟਰੋਡਕਸ਼ਨ ਦੇ ਕੇ ਹਟੀ ਹਾਂ। ਇਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਜੇ ਮੈਂ ਇਹਨਾਂ ਦਾ ਇੱਕ ਪਰਸਨੈਲਿਟੀ ਇੰਟਰਵਿਊ ਕਰਨਾ ਸ਼ੁਰੂ ਕਰਾਂ ਤਾਂ ਕਈ ਘੰਟੇ ਤਾਂ ਉਹਦੇ ਲਈ ਲੱਗ ਜਾਣਗੇ, ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕੁਝ ਉਹਨਾਂ ਮੁੱਦਿਆਂ 'ਤੇ ਗੱਲ ਕੀਤੀ ਜਾਵੇ ਜਿਨ੍ਹਾਂ ਬਾਰੇ ਸਾਡੇ ਸੁਣਨ ਵਾਲੇ ਗੱਲ ਕਰਨਾ ਚਾਹੁੰਦੇ ਆ, ਸੁਣਨਾ ਚਾਹੁੰਦੇ ਆ। ਚਮਨ ਲਾਲ ਜੀ, ਮੇਰਾ ਸਵਾਲ ਤੁਹਾਡੇ ਕੋਲੋਂ ਇੱਕ ਇਹ ਹੈ, ਹੁਣੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਹਾ ਜਾ ਰਿਹਾ ਕਿ ਇੰਡੀਆ ਦੇ ਵਿੱਚ ਜੋ ਇਸ ਵੇਲੇ ਦਸ਼ਾ ਹੈ ਉੱਥੇ ਜਿਹੜਾ ਵਿਅਕਤੀ ਬੋਲੂਗਾ ਜਾਂ ਸੱਚ ਬੋਲੂਗਾ ਉਹਦੇ 'ਤੇ ਹਮਲਾ ਹੋਊਗਾ ਹੀ। ਬੁੱਧੀਜੀਵੀ ਚਿੰਤਕ ਚੁੱਪ ਬੈਠੇ ਆ ਜਾਂ ਮੀਡੀਆ ਆ ਉਹਦਾ ਰੁੱਖ ਹੀ ਹੋਰ ਪਾਸੇ ਨੂੰ ਹੋ ਗਿਆ। ਇੰਨੀ ਕੁ ਬੇਭਰੋਸਗੀ ਹੋ ਗਈ ਹੈ, ਜਿਹੜੀ ਵੀ ਖਬਰ ਇੱਥੇ ਤੱਕ ਆਉਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਹੀ ਹੈ ਜਾਂ ਗਲਤ ਹੈ। ਐਂਡ ਲੋਕਾਂ ਨੂੰ ਵੀ ਉੱਥੇ ਦਿਆਂ ਨੂੰ ਵੀ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ, ਕਿਸੇ ਗੱਲ 'ਤੇ ਯਕੀਨ ਨਹੀਂ ਹੈ। ਇਹ ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਸਥਿਤੀ ਬਣੀ ਹੋਈ ਹੈ, ਸਪੈਸੀਫਿਕਲੀ ਇਸ ਵੇਲੇ ਜੇ ਆਪਾਂ ਪੰਜਾਬ ਦਾ ਵੀ ਜ਼ਿਕਰ ਕਰੀਏ, ਇਸ ਦਸ਼ਾ ਨੂੰ ਤੁਸੀਂ ਕੀ ਕਹੋਗੇ? ਦੇਖੋ, ਗੱਲ ਇਹ ਹੈ ਕਿ ਇਹ ਵਰਤਾਰੇ
ਮਨੁੱਖਤਾ ਦੇ ਇਤਿਹਾਸ 'ਚ ਬਹੁਤ ਵਾਰ ਬਹੁਤ ਮੁਲਕਾਂ 'ਚ ਆਉਂਦੇ ਆ। ਅਨਫੋਰਚੂਨੇਟਲੀ ਇਸ ਵੇਲੇ ਸਾਊਥ ਏਸ਼ੀਆ ਇਸ ਵਰਤਾਰੇ 'ਚੋਂ ਜ਼ਿਆਦਾ ਗੁਜ਼ਰ ਰਿਹਾ। ਸੈਕੰਡ ਵਰਲਡ ਵਾਰ ਤੋਂ ਪਹਿਲਾਂ ਹਿਟਲਰ ਦੇ ਦੌਰ 'ਚ ਜਰਮਨੀ 'ਚ ਇਹ ਵਰਤਾਰਾ ਆਇਆ, ਇਟਲੀ 'ਚ ਇਹ ਵਰਤਾਰਾ ਆਇਆ ਮੁਸੋਲਿਨੀ ਦੇ ਦੌਰ 'ਚ ਜੀ। ਅਤੇ ਅਖੀਰ ਨੂੰ ਉਹਦਾ ਨਤੀਜਾ ਇੰਨਾ ਭਿਆਨਕ ਨਿਕਲਿਆ ਮਨੁੱਖਤਾ ਵਾਸਤੇ ਕਿ ਸੈਕੰਡ ਵਰਲਡ ਵਾਰ ਲੱਗੀ। ਔਰ ਸੈਕੰਡ ਵਰਲਡ ਵਾਰ ਦੇ ਵਿੱਚ ਲੱਖਾਂ ਲੋਕ ਜਿਹੜੇ ਨੇ ਉਹ ਮਰੇ। ਜਰਮਨੀ ਦੇ ਵਿੱਚ ਹੀ ਜਿਸ ਤਰੀਕੇ ਨਾਲ ਜਿਊਜ਼ ਨੂੰ ਗੈਸ ਚੈਂਬਰਾਂ ਦੇ ਵਿੱਚ ਮਾਰਿਆ ਗਿਆ ਅਤੇ ਹੋਰ ਇਸ ਤਰ੍ਹਾਂ ਦੇ ਵਰਤਾਰੇ ਹੋਏ, ਅਤੇ ਜਿਹਦੇ 'ਤੇ ਚਾਰਲੀ ਚੈਪਲਿਨ ਨੇ ਬੜੀ ਸ਼ਾਨਦਾਰ ਫਿਲਮ ਦਾ ਗ੍ਰੇਟ ਡਿਕਟੇਟਰ ਵੀ ਬਣਾਈ ਹੋਈ ਆ। ਅਤੇ ਮੈਂ ਕਿਸੇ ਪਾਰਟੀਕੂਲਰ ਉਹਦੇ ਬਾਰੇ ਗੱਲ ਨਾ ਕਰਕੇ ਇਸ ਨੂੰ ਇੱਕ ਇਤਿਹਾਸ ਦੇ ਉਹੋ ਜਿਹੇ ਦੌਰ ਦੀ ਗੱਲ ਕਰ ਰਿਹਾ ਕਿ ਜਿਹੜਾ ਇੱਕ ਤਰ੍ਹਾਂ ਦਾ ਇਤਿਹਾਸ ਦਾ ਪੁੱਠਾ ਗੇੜ ਹੈ। ਅੱਛਾ, ਪੁੱਠਾ ਗੇੜ ਹੈ ਕਿਉਂਕਿ ਇਤਿਹਾਸ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਸਿੱਧਾ ਗੇੜ ਹੈ, ਸਿੱਧਾ ਗੇੜ ਵਿਕਾਸ ਦਾ ਹੁੰਦਾ ਹੈ। ਮਤਲਬ ਹੈ ਕਿ ਮਨੁੱਖਤਾ ਜ਼ਿਆਦਾ ਵਿਕਾਸ ਕਰਦੀ ਹੈ, ਸਮਾਜ ਜ਼ਿਆਦਾ ਵਿਕਾਸ ਕਰਦਾ ਹੈ। ਸਮਾਜ ਪਹਿਲਾਂ ਨਾਲੋਂ ਵੱਧ ਲੋਕਤਾਂਤਰਿਕ ਹੁੰਦਾ ਹੈ, ਸਭ ਤੋਂ ਵੱਧ ਡੈਮੋਕ੍ਰੇਟਿਕ ਹੁੰਦਾ ਹੈ। ਜਿੰਨੀ ਨੌਲੇਜ ਵੱਧਦੀ ਹੈ, ਜਿੰਨੀ ਸਾਇੰਸ ਦੇ ਸਾਧਨ ਵੱਧਦੇ ਨੇ, ਨੈਚੁਰਲ ਰਿਸੋਰਸਿਸ 'ਤੇ ਕੰਟਰੋਲ ਵੱਧਦਾ ਹੈ, ਅਤੇ ਉਹ ਮਨੁੱਖਤਾ ਦੇ ਵਿਕਾਸ ਵਾਸਤੇ ਕੰਮ ਆਉਂਦਾ ਹੈਗਾ। ਲੇਕਿਨ ਅਨਫੋਰਚੂਨੇਟਲੀ ਇਹੋ ਜਿਹੇ ਵਰਤਾਰੇ ਵੀ ਸਮਾਜ 'ਚ ਪੈਦਾ ਹੁੰਦੇ ਰਹਿੰਦੇ ਨੇ ਕਿ ਜਿਹਦੇ 'ਚ ਪੁੱਠਾ ਗੇੜ ਵੀ ਇਤਿਹਾਸ ਦਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਇਹ ਹੁੰਦਾ ਕਿ ਜਿੰਨਾ ਮਤਲਬ ਇੱਕ ਮੈਂ ਤੁਹਾਨੂੰ ਦੂਸਰੀ ਉਦਾਹਰਨ ਦੇਵਾਂ ਕਿ ਕਿਸੇ ਬੰਦੇ ਨੂੰ ਕੁਛ ਹੱਦ ਤੱਕ ਇਹਨੂੰ ਮਜ਼ਾਕ ਲਿਆ ਜਾਂਦਾ, ਪਰ ਇਹ ਇੱਕ ਤਰ੍ਹਾਂ ਦੀ ਰਿਐਲਿਟੀ ਵੀ ਹੈ ਜੀ। ਅਤੇ ਉਹ ਕੋਈ ਆਪਸ 'ਚ ਗੱਲ ਕਰਦੇ ਕਹਿੰਦੇ ਵੀ ਥਰਡ ਵਰਲਡ ਵਾਰ ਲੱਗ ਜੂਗੀ ਅਤੇ ਇਸ ਤਰ੍ਹਾਂ ਹੋ ਜੂਗਾ, ਕੀ ਹੋਊਗਾ ਅਸਰ। ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਥਰਡ ਵਰਲਡ ਵਾਰ ਦੇ ਨਤੀਜਿਆਂ ਦਾ ਤਾਂ ਨਹੀਂ ਪਤਾ, ਲੇਕਿਨ ਚੌਥੀ ਵਰਲਡ ਵਾਰ ਤਾਂ ਫਿਰ ਪੱਥਰਾਂ ਨਾਲ ਹੀ ਲੜੀ ਜਾਊਗੀ। ਮਤਲਬ ਇਹ ਜਿਹਦਾ ਮਤਲਬ ਇਹ ਹੈ ਕਿ ਇਨਸਾਨੀਅਤ ਇੱਕ ਵਾਰੀ ਥਰਡ ਵਰਲਡ ਵਾਰ ਦੇ ਵਿੱਚ ਪੂਰੀ ਤਰ੍ਹਾਂ ਖਤਮ ਹੋ ਜੂ। ਅੱਜ ਵੀ ਇਸ ਵੇਲੇ ਦੁਨੀਆ ਦੀਆਂ ਹਾਲਤਾਂ ਇਹੋ ਜਿਹੀਆਂ ਬਣੀਆਂ ਹੋਈਆਂ ਨੇ, ਰਸ਼ੀਆ ਯੂਕਰੇਨ ਦੇ ਜੰਗ ਕਰਕੇ, ਹੋਰ ਚਾਰੇ ਪਾਸੇ ਇਸ ਕਿਸਮ ਦੀਆਂ ਤਾਕਤਾਂ ਨੇ ਆਪਣੀਆਂ ਕੰਜ਼ਰਵੇਟਿਵ ਉਹਦੇ 'ਚ, ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਥੋੜ੍ਹੇ ਬਹੁਤੇ ਉਹ ਸੋਸ਼ਲ ਵੈਲਫੇਅਰ ਸਟੇਟ ਵੱਲ ਦੀ ਗੱਲ ਕਰਦੇ ਹੋਣਗੇ, ਜਿਵੇਂ ਅਮਰੀਕਾ 'ਚ ਡੈਮੋਕ੍ਰੇਟਸ ਨੂੰ ਸਮਝਿਆ ਜਾਂਦਾ ਜਾਂ ਬ੍ਰਿਟੇਨ 'ਚ ਲੇਬਰ ਪਾਰਟੀ ਨੂੰ ਸਮਝਿਆ ਜਾਂਦਾ, ਸ਼ਾਇਦ ਇੱਥੇ ਵੀ ਕਿਸੇ ਪਾਰਟੀ ਨੂੰ ਸਮਝਿਆ ਜਾਂਦਾ ਰਿਹਾ, ਕੈਨੇਡਾ 'ਚ ਵੀ। ਲੇਕਿਨ ਉਹ ਆਪ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਕਿ ਜਿਹਦੇ ਤੋਂ ਇਹ ਲੱਗਦਾ ਕਿ ਉਹ ਆਪਣੇ ਮਨੁੱਖਤਾ ਦੇ ਵਿਕਾਸ ਨੂੰ ਅੱਗੇ ਲੈ ਕੇ ਜਾਣ ਦੀ ਬਜਾਏ, ਕਿਉਂਕਿ ਜੇ ਇੱਕ ਵਾਰੀ ਵਾਰ ਸ਼ੁਰੂ ਹੋ ਗਈ ਜਿਹੜੀ ਇਸ ਵੇਲੇ ਕਾਫੀ ਨੇੜੇ ਤੇੜੇ ਪਹੁੰਚੀ ਹੋਈ ਹੈ, ਅਮਰੀਕਾ ਦਾ ਜਿਹੜਾ ਟਰੰਪਿਜ਼ਮ ਜਿਹੜਾ ਪੈਦਾ ਹੋਇਆ, ਉਸ ਟਰੰਪਿਜ਼ਮ ਨੇ ਵੀ ਇੰਨਾ ਇਸ ਵੇਲੇ ਦੁਨੀਆ ਦੇ ਵਿੱਚ ਖਤਰਾ ਖੜਾ ਕਦੇ ਪੈਦਾ ਹੋਇਆ। ਅਨਫੋਰਚੂਨੇਟਲੀ ਸਾਡੇ ਆਪਣੇ ਮੁਲਕ 'ਚੋਂ ਇਹੋ ਜਿਹਾ ਕੁਛ ਵੀ ਹੁੰਦਾ ਰਿਹਾ ਕਿ ਸਾਡੇ ਹੀ ਆਪਣੇ ਇਹੋ ਜਿਹੇ ਮੁਲਕ ਦੇ ਨੇਤਾ, ਉਹ ਇੱਕ ਤਰ੍ਹਾਂ ਦੀ ਬੜੀ ਅਜੀਬ ਗੱਲ ਹੈ ਕਿ ਸਾਡਾ ਇੱਕ ਨੇਤਾ ਜਾ ਕੇ ਅਮਰੀਕਾ ਦੇ ਵਿੱਚ ਇਹ ਕਹਿ ਦੇ ਕਿ ਅਬ ਕੀ ਵਾਰ ਟਰੰਪ ਸਰਕਾਰ, ਤਾਂ ਤੇ ਕੋਈ ਉਂਗਲੀ ਨਹੀਂ ਉੱਠਦੀ ਹੈਗੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਵੀ ਜਿੰਨੀ ਗੱਲ ਕਰ ਰਹੇ ਹੋ, ਥੋੜ੍ਹੀ ਜਿਹੀ ਦੱਬੀ ਜਿਹੀ ਜ਼ੁਬਾਨ ਦੇ ਵਿੱਚ ਇਹ ਗੱਲ ਕਰ ਰਹੇ ਹੋ। ਮੈਂ ਹੁਣ ਕੀ ਕਹਾਂ ਕਿ ਅਸੀਂ ਡਰ ਗਏ ਹਾਂ ਜਾਂ ਸਾਨੂੰ ਡਰਾ ਦਿੱਤਾ ਗਿਆ ਜੀ। ਬੁੱਧੀਜੀਵੀਆਂ ਦੀ ਮੈਂ ਹਾਲਤ ਸਮਝਣਾ ਚਾਹੁੰਦੀ ਹਾਂ, ਕਿਉਂਕਿ ਦੇਖੋ ਜਿਹੜੇ ਲੋਕ ਨਪੀੜੇ ਜਾ ਰਹੇ, ਜਿਹੜੇ ਲੋਕ ਤੰਗ ਹੈਗੇ ਆ, ਉਹ ਇਸ ਗੱਲ ਦੀ ਸ਼ਿਕਾਇਤ ਕਰਦੇ ਆ ਕਿ ਬੁੱਧੀਜੀਵੀ ਚੁੱਪ ਹੋ ਕੇ ਬਹਿ ਗਏ ਆ, ਡਰ ਕੇ ਬਹਿ ਗਏ ਆ, ਸਾਡੀ ਉਹ ਗੱਲ ਨਹੀਂ ਕਰ ਰਹੇ ਹੈਗੇ। ਜਦੋਂ ਕੋਈ ਚੁੱਪ ਕਰ ਜਾਂਦਾ ਫਿਰ ਇਹ ਸਮਝਿਆ ਜਾਂਦਾ ਕਿ ਸ਼ਾਇਦ ਇਹ ਸਰਕਾਰ ਦੇ ਪੱਖ ਦੇ ਵਿੱਚ ਨੇ, ਇਸ ਕਰਕੇ ਚੁੱਪ ਕਰ ਗਏ ਆ। ਮੈਂ ਚਾਹੁੰਦੀ ਕਿ ਥੋੜ੍ਹਾ ਖੁੱਲ੍ਹ ਕੇ ਤੁਸੀਂ ਇਹਦੇ ਬਾਰੇ ਗੱਲ ਕਰ ਸਕੋ। ਚੁੱਪ ਤਾਂ ਖੈਰ ਬੁੱਧੀਜੀਵੀ ਨਹੀਂ ਕਰਕੇ ਬੈਠੇ, ਕਿਉਂਕਿ ਲੇਕਿਨ ਉਹਨਾਂ ਨੂੰ ਮਾਰਜਨਲਾਈਜ਼ ਕਰਤਾ ਗਿਆ। ਮਤਲਬ ਬੁੱਧੀਜੀਵੀ ਵਾਸਤੇ ਵੀ ਤਾਂ ਇੱਕ ਆਊਟਲੈਟ ਚਾਹੀਦਾ ਨਾ, ਆਊਟਲੈਟ ਮੀਡੀਆ ਹੁੰਦਾ। ਔਰ ਮੈਂ ਤੁਹਾਨੂੰ ਬੜੀਆਂ ਦਿਲਚਸਪ ਗੱਲਾਂ ਦੱਸਦਾ ਜੋੜ ਕੇ, ਉਹਦੇ 'ਚ ਤੁਸੀਂ ਆਪੇ ਤੁਹਾਨੂੰ ਕਈ ਵਾਰ ਲੱਗੇਗਾ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਗੱਲ ਕਰਦਾ। ਅੱਛਾ। ਸ਼ਹੀਦ ਭਗਤ ਸਿੰਘ ਦੇ ਜਿਹੜੇ 2 ਸਾਲ ਜੇਲ੍ਹ 'ਚ ਗੁਜ਼ਰੇ ਨੇ 1929 ਤੋਂ ਲੈ ਕੇ ਫਾਂਸੀ ਦੀ ਸਜ਼ਾ ਤੱਕ, ਅਤੇ ਉਸ ਤੋਂ ਵੀ 5-7 ਮਹੀਨੇ ਪਹਿਲਾਂ ਦੇ, ਤੁਸੀਂ ਉਸ ਦੌਰ ਦੇ ਤੁਸੀਂ ਖੁਦ ਪ੍ਰਿੰਟ ਮੀਡੀਆ ਨਾਲ ਜੁੜੇ ਰਹੇ ਹੋ, ਅਤੇ ਤੁਸੀਂ ਜਿਹੜੇ ਅਖਬਾਰ ਨਾਲ ਜੁੜੇ ਰਹੇ ਹੋ, ਮੈਂ ਉਹਦੀ ਗੱਲ ਕਰਦਾ, ਹਿੰਦੁਸਤਾਨ ਟਾਈਮਸ ਜੀ,
ਟ੍ਰਿਬਿਊਨ, ਪਾਇਨੀਅਰ, ਇੱਥੋਂ ਤੱਕ ਕਿ ਗਵਰਨਮੈਂਟ ਦਾ ਆਪਣਾ ਅਖਬਾਰ ਸਿਵਲ ਐਂਡ ਮਿਲਟਰੀ ਗਜ਼ਟ, ਅੱਛਾ, ਬਾਕੀ ਜ਼ਬਾਨਾਂ ਦੇ ਜਿੰਨੇ ਮਰਜ਼ੀ ਅਖਬਾਰ, ਕਿਸੇ ਵੀ ਜ਼ਬਾਨ ਦਾ ਅਖਬਾਰ ਲੈ ਲਓ, ਮੁਲਕ ਦੇ ਕਿਸੇ ਕੋਨੇ ਦਾ ਅਖਬਾਰ ਲੈ ਲਓ। ਮੈਂ ਤੁਹਾਨੂੰ ਆਪਣੀ ਕਿਤਾਬ ਲਾਈਫ ਐਂਡ ਲੀਜੈਂਡ ਦੇ ਵਿੱਚ ਉਹਦੀਆਂ ਪਿਕਟੋਰੀਅਲ ਡਾਕੂਮੈਂਟਸ ਰਾਹੀਂ ਉਹ ਸਾਰੀਆਂ ਰੀਪਰੋਡਿਊਸ ਕੀਤੀਆਂ। ਅੱਛਾ, ਇੱਥੇ ਸਕਨੂਨ ਸ਼ਹਿਰ ਹੈ, ਸ਼ਾਇਦ ਕੀ ਨਾਂ ਸਕਨੂਨੀ ਹੈ ਸ਼ਾਇਦ ਇਸ ਕਿਸਮ ਸੈਸਕਾਟੂਨ, ਸੈਸਕਾਟੂਨ ਦੀ ਗੱਲ ਕਰ ਰਹੇ ਤੁਸੀਂ? ਹਾਂ, ਉੱਥੋਂ ਦੇ ਅਖਬਾਰ 'ਚ ਕੈਨੇਡਾ ਦੇ ਘੱਟੋ ਘੱਟ 5-7 ਅਖਬਾਰਾਂ 'ਚ ਭਗਤ ਸਿੰਘ ਦੀਆਂ ਖਬਰਾਂ ਛਪੀਆਂ ਨੇ ਉਸ ਵੇਲੇ। ਇੱਥੋਂ ਦੇ ਅਖਬਾਰ ਨੇ ਖਬਰ ਲਾਈ ਰੈੱਡ ਸਟੋਰਮ ਦਾ ਅਸੈਂਬਲੀ 8 ਅਪ੍ਰੈਲ 1929 ਜਦੋਂ ਨੇ ਬੰਬ ਸੁੱਟਿਆ। ਇਹ ਸ਼ਾਇਦ ਇੱਥੇ ਕੈਨੇਡਾ ਵਾਲੇ ਲੋਕਾਂ ਨੂੰ, ਮੈਂ ਇਹਨਾਂ ਨੂੰ ਕਹੀਏ ਵੀ ਇੱਕ ਦੋ ਜਗ੍ਹਾ ਤੇ ਹੁਣ ਵੀ ਅੱਗੇ ਹੋਰ ਵੀ ਕਹਿਣੀ ਹੈ ਕਿ ਤੁਹਾਨੂੰ ਇਹ ਗਰਵ ਮਹਿਸੂਸ ਕਰਨਾ ਚਾਹੀਦਾ ਕਿ ਤੁਹਾਡੇ ਭਗਤ ਸਿੰਘ ਦੀ ਖਬਰਾਂ ਕੈਨੇਡਾ ਦੇ ਅਖਬਾਰ, ਆਸਟ੍ਰੇਲੀਆ ਦੇ ਅਖਬਾਰ, ਨਿਊਯਾਰਕ ਦੇ ਅਖਬਾਰ, ਇਹਨਾਂ ਮੁਲਕਾਂ ਦੇ ਅਖਬਾਰਾਂ ਤੱਕ ਪਹੁੰਚਦੇ ਰਹੇ ਨੇ। ਲੇਕਿਨ ਉਹ ਮੀਡੀਆ ਦੀਆਂ ਇੰਨੀਆਂ ਖਬਰਾਂ ਅੱਜ ਵੀ ਵੈਸੇ ਹਿੰਦੁਸਤਾਨ ਦੇ ਸੰਬੰਧ 'ਚ ਖਬਰਾਂ, ਚਾਹੇ ਵਾਸ਼ਿੰਗਟਨ ਟਾਈਮਜ਼ ਹੋਵੇ, ਚਾਹੇ ਨਿਊਯਾਰਕ ਟਾਈਮਜ਼ ਹੋਵੇ, BBC, ਸਭ ਜਗ੍ਹਾ ਛਪਦੇ ਨੇ। ਹਿੰਦੁਸਤਾਨ ਤੋਂ ਬਾਹਰ ਸਗੋਂ ਵੱਧ ਹਕੀਕੀ ਢੰਗ ਛਪਦੇ ਨੇ। ਲੇਕਿਨ ਉਹਨਾਂ ਅਖਬਾਰਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਅੰਗਰੇਜ਼ਾਂ ਨੇ, ਅੰਗਰੇਜ਼ੀ ਹੁਕੂਮਤ ਨੇ, ਕਲੋਨੀਅਲ ਹੁਕੂਮਤ ਨੇ ਇਹ ਕੈਨੇਡਾ ਦੇ ਅਖਬਾਰਾਂ ਨੂੰ ਕੋਈ ਧਮਕੀ ਦਿੱਤੇ ਹੋਵੇ ਜਾਂ ਆਸਟ੍ਰੇਲੀਆ, ਹਾਲਾਂਕਿ ਉਹਨਾਂ ਦੇ ਆਪਦੇ ਕਬਜ਼ੇ 'ਚ ਹੀ ਸੀਗੇ ਸਾਰੇ। ਆਸਟ੍ਰੇਲੀਆ ਵੀ ਉਹਨਾਂ ਦੇ ਕਬਜ਼ੇ ਸੀਗਾ, ਲੰਡਨ ਤਾਂ ਉਹਨਾਂ ਦਾ ਆਪਣਾ ਹੀ ਸੀਗਾ। ਅਤੇ ਉਹ ਸਾਰੇ ਅੰਗਰੇਜ਼ੀ ਹੁਕੂਮਤ ਜੋ ਨਹੀਂ ਕਰ ਸਕੀ, ਉਹ ਮੈਨੂੰ ਲੱਗਦਾ ਸਾਨੂੰ ਅਜਿਹਾ ਵੀ ਦੌਰ ਦੇਖਣਾ ਪੈ ਰਿਹਾ ਕਿ ਜਿਹੜੇ ਬਾਰੇ ਭਗਤ ਸਿੰਘ ਇਹ ਕਹਿੰਦਾ ਸੀਗਾ ਕਿ ਇਸ ਗੱਲ ਨਾਲ ਕੀ ਫਰਕ ਪੈਂਦਾ ਕਿ ਤੁਹਾਡੀ ਜਿਹੜੀ ਹਕੂਮਤ ਹੈ ਉਹ ਕਿਸੇ ਕਾਲੇ ਹੱਥ 'ਚ ਹੈ ਜਾਂ ਕਿਸੇ ਗੋਰੇ ਹੱਥ 'ਚ ਹੈ। ਜੇ ਤੁਹਾਡਾ ਸਿਸਟਮ ਜਿਹੜਾ ਉਹ ਐਕਸਪਲੋਇਟੇਸ਼ਨ ਤੇ ਆਪਰੇਸ਼ਨ ਤੇ ਬੇਸਡ ਹੈ, ਜਦ ਤੱਕ ਉਹ ਸਿਸਟਮ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਇਹਨੂੰ ਕਹਿੰਦੇ ਸੀ ਵੀ ਅਸੀਂ, ਜੱਜ ਨੇ ਪੁੱਛਿਆ ਵੀ ਕਿਉਂ ਇੰਨਾ ਵੱਡਾ ਤੁਸੀਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਈ ਜਾਂਦੇ ਹੋ ਹਰ ਵਾਰੀ, ਸਾਨੂੰ ਸਮਝਾ ਸਕਦੇ ਹੋ ਇਨਕਲਾਬ ਹੁੰਦਾ ਕੀ ਆ। ਤੇ ਦੈਨ ਹੀ ਐਕਸਪਲੇਨ ਕਿ ਦੇਖੋ ਅਸੀਂ ਜਿਹੜਾ ਸਿਸਟਮ ਹੈ ਐਕਸਪਲੋਇਟੇਸ਼ਨ ਤੇ ਬੇਸ ਜਾਂ ਆਪਰੇਸ਼ਨ ਤੇ ਬੇਸ, ਇਹਨੂੰ ਅਸੀਂ ਓਵਰਥਰੋ ਕਰਕੇ ਅਸੀਂ ਇੱਕ ਡੈਮੋਕ੍ਰੈਟਿਕ ਇੱਕ ਤਰ੍ਹਾਂ ਦਾ ਲੋਕਾਂ ਦੇ ਉਹ ਸਿਸਟਮ ਪੈਦਾ ਕਰਨਾ ਚਾਹੁੰਦੇ ਹਾਂ। ਅੱਛਾ, ਇਸ ਕਰਕੇ ਆਜ਼ਾਦੀ ਦਾ ਲੋਕਾਂ ਵਾਸਤੇ ਕੋਈ ਮਹਿਨਾ ਨਹੀਂ ਉਹ ਕਾਲੇ ਹੱਥ 'ਚ ਜਾਂ ਗੋਰੇ ਹੱਥ 'ਚ। ਹਾਂ, ਆਪਣੇ ਉਹਨੇ ਲਫ਼ਜ਼ ਹੀ ਵਰਤੇ ਹੋਏ ਨੇ ਕਿ ਲਾਰਡ ਰੀਡਿੰਗ ਦੀ ਬਜਾਏ ਜੇ ਪੁਰਸ਼ੋਤਮ ਦਾਸ ਠੱਕਰ ਬਣ ਜੂਗਾ ਵਾਇਸਰਾਏ, ਜਾਂ ਲਾਰਡ ਇਰਵਿਨ ਦੀ ਬਜਾਏ ਜੇ ਲਾਰਡ ਇਹ ਆਪਣਾ ਸਰ ਤੇਜ ਬਹਾਦਰ ਸਪਰੂ ਬਣ ਜੂਗਾ, ਅਤੇ ਲੋਕਾਂ ਦੀ ਜੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਣ ਲੱਗਿਆ ਤਾਂ ਉਹਨਾਂ ਨੂੰ ਕੀ ਫਰਕ ਪੈਂਦਾ ਵੀ ਕੌਣ ਬੈਠਾ ਉੱਥੇ। ਸਰ, ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਰੱਖਦੇ ਹੋ ਜਿਹੜੇ ਕਹਿੰਦੇ ਕਿ ਭਾਰਤ ਵਿੱਚ ਇਸ ਵੇਲੇ ਆਜ਼ਾਦੀ ਦਾ ਮਾਹੌਲ ਨਹੀਂ ਹੈ, ਭਾਰਤ ਮੁਕੰਮਲ ਤੌਰ 'ਤੇ ਆਜ਼ਾਦ ਨਹੀਂ ਹੈ, ਜਿੱਥੇ ਬੋਲਣ ਦੀ ਆਜ਼ਾਦੀ ਨਹੀਂ ਹੈ, ਪਰ ਉਹ ਭਾਰਤ ਜਿਹਦਾ ਸੰਵਿਧਾਨ ਗੱਲ ਕਰਦਾ ਸੈਕੂਲਰਿਜ਼ਮ ਦੀ, ਇਸ ਵੇਲੇ ਸੈਕੂਲਰਿਜ਼ਮ ਕਿੱਥੇ ਖੜਾ ਭਾਰਤ ਦੇ ਵਿੱਚ? ਦੇਖੋ, ਸੈਕੂਲਰਿਜ਼ਮ ਦਾ ਤੁਸੀਂ ਫਿਰ ਮੈਂ ਤੁਹਾਨੂੰ ਵਾਰ-ਵਾਰ ਭਗਤ ਸਿੰਘ ਦੇ ਹਵਾਲੇ ਨਾਲ ਗੱਲ ਕਹੂੰਗਾ। ਅਤੇ 2 ਲੇਖ ਲਿਖੇ ਭਗਤ ਸਿੰਘ ਨੇ ਆਜ਼ਾਦੀ ਸੰਗਰਾਮ ਦੇ ਦੌਰਾਨ, ਧਰਮ ਵਾਰ ਫਸਾਦ ਅਤੇ ਉਹਨਾਂ ਦਾ ਇਲਾਜ। ਅੱਛਾ। ਅਤੇ ਦੂਸਰਾ ਮਜ਼ਹਬ ਅਤੇ ਸਾਡੀ ਆਜ਼ਾਦੀ ਦੀ ਜੰਗ। ਜਿਹੜਾ ਧਰਮ ਵਾਰ ਫਸਾਦ ਅਤੇ ਉਹਨਾਂ ਦਾ ਇਲਾਜ ਜਿਹੜਾ ਉਹਨਾਂ ਨੇ ਲੇਖ ਲਿਖਿਆ, ਉਹਦੇ ਲਫ਼ਜ਼ ਮੈਂ ਨਹੀਂ ਬੋਲ ਸਕਦਾ ਆਪਦੇ ਨਾਂ 'ਤੇ। ਅੱਛਾ। ਜੇ ਮੈਂ ਆਪਦੇ ਨਾਂ 'ਤੇ ਬੋਲੂੰਗਾ ਤਾਂ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ। ਲੇਕਿਨ ਮੈਂ ਭਗਤ ਸਿੰਘ ਦੇ ਨਾਂ 'ਤੇ ਕਹਿ ਸਕਦਾ ਕਿਉਂਕਿ ਉਹਨਾਂ ਨੇ ਲਿਖੇ ਹੋਏ ਨੇ, ਕਿਤਾਬਾਂ ਛਪੇ ਹੋਏ ਨੇ, ਈਵਨ ਜਿਹੜੀਆਂ ਸਰਕਾਰ ਨੇ ਆਪ ਕਿਤਾਬਾਂ ਛਾਪੀਆਂ ਉਹਨਾਂ 'ਚ ਵੀ ਲਿਖੇ ਹੋਏ ਨੇ। ਉਹ ਇਹ ਹੈ ਕਿ ਅੱਜ ਹਿੰਦੁਸਤਾਨ ਦੀ ਦੁਰਦਸ਼ਾ ਜੋ ਹੋਈ ਆ, ਉਹਦੇ 'ਚ ਇਹਨਾਂ ਧਰਮਾਂ ਨੇ ਹਿੰਦੁਸਤਾਨ ਦਾ ਬੇੜਾ ਗਰਕ ਕਰ ਦਿੱਤਾ। ਉਹਨਾਂ ਨੇ ਹਵਾਲਾ ਦਿੱਤਾ 1924 ਦੇ ਕੁਹਾਟ ਦੇ ਬੜੇ ਵੱਡੇ ਦੰਗੇ ਫਸਾਦ ਹੋਏ ਸੀ। ਸ਼ਾਇਦ ਹਿੰਦੁਸਤਾਨ ਦਾ ਸਭ ਤੋਂ ਵੱਡਾ ਫਿਰਕੂ ਫਸਾਦ 1924 ਦੇ ਵਿੱਚ ਕੁਹਾਟ ਦੇ ਵਿੱਚ ਹੋਇਆ ਸੀ। ਕੁਹਾਟ ਸੂਬਾ ਸਰਹੱਦ ਦੇ ਵਿੱਚ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਅਤੇ ਲੇਕਿਨ ਉਹ ਏਰੀਆ ਹੈ ਜਿਹਦੇ ਤੋਂ ਲਾਲਾ ਗੁਰਦਾਸ ਰਾਮ ਤਲਵਾਰ ਅਤੇ ਆਪਣਾ ਹਰੀ ਕ੍ਰਿਸ਼ਨ ਵਗੈਰਾ ਆਏ ਹੋਏ ਸੀ, ਅਤੇ ਉੱਥੋਂ ਹੀ ਖਾਨ ਅਬਦੁਲ ਗਫਾਰ ਖਾਨ ਵਗੈਰਾ ਉਹ ਸਾਰੇ ਏਰੀਏ ਤੋਂ ਆਏ ਹੋਏ ਨੇ। ਤਾਂ ਇਹ ਗੱਲ ਉਹਨਾਂ ਨੇ ਜਦੋਂ ਉਸ ਵੇਲੇ ਕਹੀ ਸੀ, ਤਾਂ ਉਹ ਗੱਲ ਜੇ 70 ਸਾਲਾਂ ਬਾਅਦ 75 ਸਾਲਾਂ ਬਾਅਦ ਵੀ ਹਿੰਦੁਸਤਾਨ 'ਚ ਜੇ ਨਜ਼ਰ ਆਵੇ ਜਾਂ ਪਾਕਿਸਤਾਨ 'ਚ ਨਜ਼ਰ ਆਵੇ, ਕਿਉਂਕਿ ਹਿੰਦੁਸਤਾਨ ਪਾਕਿਸਤਾਨ ਤਾਂ ਇੱਕੋ ਹੀ ਮੁਲਕ ਸੀ ਉਸ ਵੇਲੇ ਨਾ ਜਿਸ ਵੇਲੇ ਗੱਲ ਕਹੀ ਆ, ਤਾਂ ਇਹ ਫਿਰ ਇੱਕ ਕਿਸਮ ਦਾ ਸਾਡੇ ਉਸ ਪੂਰੇ ਆਜ਼ਾਦੀ ਸੰਗਰਾਮ ਦੇ ਉਸ ਗੱਲ ਦੀ ਇੱਕ ਤਰ੍ਹਾਂ ਦੀ ਰਿਫਲੈਕਸ਼ਨ ਹੈ ਕਿ ਹਲੇ ਉਹ ਆਜ਼ਾਦੀ ਸੰਗਰਾਮ ਪੂਰਾ ਨਹੀਂ ਹੋਇਆ
ਜਿਹੜਾ ਭਗਤ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਜੇ ਉਹ ਗੱਲਾਂ ਹਲੇ ਵੀ ਚੱਲ ਰਹੀਆਂ ਨੇ ਤਾਂ ਫਿਰ ਇਹ ਕਾਫੀ ਵੱਡੀ ਰਿਫਲੈਕਸ਼ਨ ਹੈ। ਅੱਛਾ, ਪਿਛਲੇ ਦਿਨੀ ਪਾਸ਼ ਦੀ ਵੀ ਬਰਸੀ ਸੀ। 23 ਮਾਰਚ 1988 ਨੂੰ ਪਾਸ਼ ਨੂੰ ਕਤਲ ਕੀਤਾ ਗਿਆ। ਤੁਸੀਂ ਪਾਸ਼ ਬਾਰੇ ਵੀ ਲਿਖਿਆ। ਮੈਂ ਤੁਹਾਡੇ ਜਿਹੜਾ ਕੰਮ ਸੀ ਉਹ ਮੈਂ ਦੇਖ ਰਹੀ ਸੀ। ਉਹਦੇ ਵਿੱਚ ਇੱਕ ਆਰਟੀਕਲ ਹੈ, ਵਾਈ ਇਜ਼ RSS ਅਫਰੇਡ ਆਫ ਰੈਵੋਲੂਸ਼ਨਰੀ ਪੰਜਾਬੀ ਪੋਇਟ ਪਾਸ਼। ਇਹ ਦਾ ਵਾਇਰ ਦੇ ਵਿੱਚ ਉਸ ਵੇਲੇ ਛਪਿਆ ਸੀ ਤੁਹਾਡਾ ਇਹ ਆਰਟੀਕਲ ਕਿ ਪੰਜਾਬੀ ਕ੍ਰਾਂਤੀਕਾਰੀ ਕਵੀ ਪਾਸ਼ ਕੋਲੋਂ RSS ਨੂੰ ਡਰ ਕਿਉਂ ਲੱਗਦਾ ਹੈ। ਥੋੜ੍ਹਾ ਜਿਹਾ ਜੇ ਉਹਦੇ ਬਾਰੇ ਤੁਸੀਂ ਜ਼ਿਕਰ ਕਰ ਸਕੋ। ਪਾਸ਼ ਬਾਰੇ, ਪਾਸ਼ ਤੇ ਭਗਤ ਸਿੰਘ ਦਾ ਸਿੱਧਾ ਸੰਬੰਧ ਹੈ। ਮਤਲਬ ਉਹਨਾਂ ਦੇ ਗੈਪ ਬਹੁਤ ਹੈ ਏਜ ਦਾ, ਮਤਲਬ ਕੰਟੈਂਪਰੇਰੀ ਤਾਂ ਖੈਰ ਹੈ ਹੀ ਨਹੀਂ ਸੀ ਉਹ, ਬਟ ਪਾਸ਼ ਵਾਜ਼ ਐਡਮਾਇਰਰ ਆਫ ਭਗਤ ਸਿੰਘ। ਅਤੇ ਪਾਸ਼ ਦਾ ਆਦਰਸ਼ ਸੀ ਭਗਤ ਸਿੰਘ, ਅਤੇ ਇਨਕਲਾਬੀ ਲਹਿਰ ਦਾ, ਉਹਨਾਂ ਦੀ ਵੀ ਇਨਕਲਾਬੀ ਲਹਿਰ ਸੀ, ਪਾਸ਼ ਦੀ ਵੀ ਇਨਕਲਾਬੀ ਲਹਿਰ ਦਾ ਹਿੱਸਾ ਸੀ ਉਹ। ਅਤੇ ਉਹਨੇ ਬਲਕਿ ਇੱਥੋਂ ਤੱਕ ਲਿਖਿਆ ਹੋਇਆ ਪਾਸ਼ ਨੇ ਕਿ 23 ਮਾਰਚ 1931 ਨੂੰ ਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਲੈਨਨ ਦੀ ਜਿਸ ਕਿਤਾਬ ਦਾ ਜਿਹੜਾ ਪੰਨਾ ਭਗਤ ਸਿੰਘ ਨੇ ਮੋੜ ਕੇ ਛੱਡਿਆ ਸੀਗਾ ਅੱਜ ਦੀ ਨੌਜਵਾਨੀ ਨੂੰ, ਜਾਂ ਅੱਜ ਦੇ ਸਾਡੇ ਭਾਰਤ ਦੇ ਜਾਂ ਕਿਸੇ ਦੇ ਵੀ ਨੌਜਵਾਨਾਂ ਨੂੰ, ਉਹ ਭਗਤ ਸਿੰਘ ਦੇ ਮੋੜੇ ਹੋਏ ਉਸ ਵਰਕੇ ਤੋਂ ਅਗਲਾ ਵਰਕਾ ਪੜ੍ਹਨਾ, ਜਿਹਦਾ ਮਤਲਬ ਕਹਿਣ ਦਾ ਸੰਕੇਤਕ ਭਾਵ ਇਹ ਸੀ ਕਿ ਭਗਤ ਸਿੰਘ ਨੇ ਜਿੱਥੇ ਇਨਕਲਾਬ ਛੱਡਿਆ ਸੀਗਾ ਉਸ ਤੋਂ ਫਰਜ਼ ਬਣਦਾ ਨੌਜਵਾਨੀ ਦਾ, ਜਾਂ ਕਿ ਉਹ ਉਸ ਇਨਕਲਾਬ ਨੂੰ ਉਸ ਤੋਂ ਅੱਗੇ ਲੈ ਕੇ ਜਾਣ। ਅੱਛਾ, ਇਸੇ ਕਰਕੇ ਉਹ ਇੱਕ ਬੜਾ ਇੱਕ ਤਰ੍ਹਾਂ ਦਾ ਜਿਹਨੂੰ ਕਹਿਣਾ ਚਾਹੀਦਾ ਕਿ ਇਸ ਕਿਸਮ ਦਾ ਬਣਿਆ ਸੰਯੋਗ ਕਿ 23 ਮਾਰਚ ਨੂੰ ਹੀ ਭਗਤ ਸਿੰਘ ਸ਼ਹੀਦ ਹੋਇਆ ਅਤੇ 23 ਮਾਰਚ ਨੂੰ ਹੀ ਖਾਲਿਸਤਾਨੀਆਂ ਨੇ ਪਾਸ਼ ਨੂੰ ਵੀ ਸ਼ਹੀਦ ਕੀਤਾ। ਆਹ ਜਿਹੜੀ ਗੱਲ ਤੁਸੀਂ RSS ਦਾ ਕਿਉਂ ਡਰਦੀ ਸੀ ਭਗਤ ਸਿੰਘ ਤੋਂ, ਪਾਸ਼ ਤੋਂ ਕਿਉਂ ਡਰਦੀ ਸੀ? RSS ਹੋਵੇ ਜਾਂ ਕੋਈ ਵੀ ਧਾਰਮਿਕ ਕਿਸਮ ਦੀ ਕੱਟੜਵਾਦੀ ਹੋਣ, ਉਹ ਸਾਰੇ ਧਾਰਮਿਕ ਕਿਸਮ ਦੇ ਕੱਟੜਵਾਦੀਆਂ ਨੂੰ ਪਾਸ਼ ਨੇ ਉਸ ਵੇਲੇ ਜਿਹੜੀਆਂ ਕਵਿਤਾਵਾਂ ਲਿਖੀਆਂ ਉਹ ਇਸ ਕਿਸਮ ਦੀਆਂ ਸੀਗੀਆਂ। ਇੱਕ ਕਵਿਤਾ ਉਹਨੇ ਲਿਖੀ ਧਰਮ ਦੀਕਸ਼ਾ ਲਈ ਬਿਨੇ ਪੱਤਰ। ਅੱਛਾ, ਉਹ ਮੈਂ ਹਿੰਦੀ 'ਚ ਚਲੋ ਤਰਜਮਾ ਸਾਰੀਆਂ ਕਵਿਤਾਵਾਂ ਦਾ ਕੀਤਾ ਹੋਇਆ, ਅਤੇ ਉਹਦੇ 'ਚ ਉਹਨੇ 2 ਕਵਿਤਾਵਾਂ ਇੱਕੋ ਵੇਲੇ ਲਿਖੀਆਂ। 2 ਕਵਿਤਾਵਾਂ 2 ਵੱਖੋ ਵੱਖਰੇ ਹਿੰਦੁਸਤਾਨ ਦੇ ਜਾਂ ਉਸ ਵੇਲੇ ਦੇ, ਮੈਂ ਤਾਂ ਕਹਿੰਦਾ ਹਿੰਦੁਸਤਾਨ ਦਾ ਕਿ ਉਹ ਤੁਸੀਂ ਪੂਰੇ ਸਾਊਥ ਏਸ਼ੀਆ 'ਤੇ ਵੀ ਲਾਗੂ ਕਰ ਸਕਦੇ ਹੋ, ਪਾਕਿਸਤਾਨ 'ਤੇ ਵੀ ਲਾਗੂ ਕਰ ਸਕਦੇ ਹੋ। ਉਹ ਸੀ, ਇੱਕ ਸੀ ਬੇਦਖਲੀ ਲਈ ਬਿਨੇ ਪੱਤਰ ਅਤੇ ਇੱਕ ਸੀ ਧਰਮ ਦੀਕਸ਼ਾ ਲਈ ਬਿਨੇ ਪੱਤਰ। ਬੇਦਖਲੀ ਲਈ ਬਿਨੇ ਪੱਤਰ 'ਚ ਸਿੱਧਾ ਇੱਕ ਤਰ੍ਹਾਂ ਦਾ ਸਟੇਟ ਆਪਰੇਸ਼ਨ 'ਤੇ ਇਹ ਸੀਗਾ ਕਿ ਜੇ ਤੁਸੀਂ ਸਾਡੇ ਰਸਤਿਆਂ 'ਚ ਰੋਕ ਕੇ ਇਸ ਤਰ੍ਹਾਂ ਸਿੱਖਾਂ ਨੂੰ ਮਾਰਨਾ, ਉਹਨਾਂ ਨੂੰ ਬੇਇੱਜ਼ਤ ਕਰਨਾ, ਅਤੇ ਮਤਲਬ ਪਾਇਲਟ ਦਾ ਜ਼ਿਕਰ ਕੀਤਾ ਹੋ ਕਿ ਮੈਂ ਉਹਦੇ ਪਾਇਲਟ ਦੀਆਂ ਅੱਖਾਂ 'ਚ ਅੱਖ ਪਾ ਕੇ ਕਹਿਣਾ ਕਿ ਮੈਨੂੰ ਇਹੋ ਜਿਹੇ ਭਾਰਤ ਤੋਂ ਬੇਦਖਲ ਕਰ ਦਿਓ। ਇਸ ਕਿਸਮ ਦੀ ਉਹਨੇ ਗੱਲ ਕੀਤੀ। ਲੇਕਿਨ ਦੂਜੇ ਪਾਸੇ ਧਰਮ ਦੀਕਸ਼ਾ ਲਈ ਬਿਨੇ ਪੱਤਰ 'ਚ ਵੀ ਉਹਨੇ ਉਹਨਾਂ ਨੂੰ ਸੰਬੋਧਿਤ ਕੀਤਾ ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਕਤਲ ਕਰਦੇ ਨੇ, ਜਿਹੜੇ ਧਰਮ ਦੇ ਨਾਂ 'ਤੇ, ਅਤੇ ਉਹ ਗੁਰੂ ਨੂੰ ਸੰਬੋਧਿਤ ਕਰਕੇ ਕਹਿੰਦਾ ਵੀ ਗੁਰੂ ਕਿ ਜੋ ਕੁਛ ਇਸ ਤਰ੍ਹਾਂ ਦਾ ਹਾਲਾਤ ਹੋ ਰਿਹਾ। ਤਾਂ ਇਹ ਸਾਫ਼ ਸੀ ਕਿ ਉਹ ਕਿਸੇ ਵੀ ਕਿਸਮ ਦੇ ਜ਼ੁਲਮ 'ਤੇ ਜਾਂ ਆਪਰੇਸ਼ਨ ਦੇ ਖਿਲਾਫ ਸੀ, ਚਾਹੇ ਉਹ ਕਿਸੇ ਰਾਜ ਵੱਲੋਂ, ਸਟੇਟ ਵੱਲੋਂ ਹੁੰਦਾ, ਅਤੇ ਚਾਹੇ ਜਿਹੜੇ ਨੌਨ ਸਟੇਟ ਐਕਟਰ ਨੇ। ਅੱਜ ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਗੱਲ ਦੱਸੀ ਕਿ ਲੰਡਨ ਦੇ ਵਿੱਚ ਜਾਂ ਕਿਸੇ ਵੀ ਥਾਂ 'ਤੇ ਕੁਛ ਤਬਕਿਆਂ ਨੇ, ਚਲੋ ਜਿਹਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ, ਅਤੇ ਉਹਨਾਂ ਨੇ ਭਗਤ ਸਿੰਘ ਦੀਆਂ ਤਸਵੀਰਾਂ ਜਲਾਈਆਂ, ਅਤੇ ਵੀ ਉਹਨਾਂ ਨੂੰ ਭਗਤ ਸਿੰਘ ਤੋਂ ਕੀ ਖਤਰਾ ਹੈ। ਅਤੇ ਭਗਤ ਸਿੰਘ ਤੋਂ ਉਹਨਾਂ ਨੂੰ ਖਤਰਾ ਇਹ ਹੈ ਕਿ ਭਗਤ ਸਿੰਘ ਉਹਨਾਂ ਨੂੰ ਉਹਨਾਂ ਦਾ ਅਸਲੀ ਸ਼ੀਸ਼ਾ ਦਿਖਾਉਂਦਾ, ਜੋ ਅਸਲ 'ਚ ਨੇ। ਉਹ ਬਾਹਰ ਕੀ ਨੇ ਕੀ ਨਹੀਂ, ਲੇਕਿਨ ਉਹ ਜਦੋਂ ਚਿਹਰਾ ਦੇਖਦੇ ਨੇ ਤਾਂ ਉਹ ਗੁੱਸੇ 'ਚ ਅੱਗ ਬਬੂਲਾ ਹੋ ਜਾਂਦੇ ਨੇ, ਕਿਉਂਕਿ ਉਹ ਚਿਹਰਾ ਸਿੱਖ ਦਾ ਚਿਹਰਾ ਨਹੀਂ ਹੈਗਾ, ਗੁਰੂ ਦੇ ਸਿੱਖ ਦਾ ਚਿਹਰਾ ਨਹੀਂ ਹੈਗਾ। ਗੁਰੂ ਗੋਬਿੰਦ ਸਿੰਘ ਨੇ ਤਾਂ ਕਦੇ ਇਸ ਕਿਸਮ ਦੀ ਸਿੱਖਿਆ ਉਹਨਾਂ ਨੂੰ, ਸਿੱਖਾਂ ਨੂੰ ਦਿੱਤੀ ਨਹੀਂ। ਗੁਰੂ ਨਾਨਕ ਨੇ ਤਾਂ ਬਿਲਕੁਲ ਹੀ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਤਾਂ ਇਹ ਕਿਹਾ ਸੀ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ, ਜੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਅਤੇ ਭਗਤ ਸਿੰਘ ਦਾ ਇੱਕ ਲੇਖ ਵੀ ਹੈ ਵਿਸ਼ਵ ਪ੍ਰੇਮ, ਜਿਹਦੇ 'ਚ ਉਹ ਕਹਿੰਦਾ ਵਸੂਧੈਵ ਕੁਟੁੰਬਕਮ, ਕਿ ਪੂਰੀ ਧਰਤੀ ਇੱਕ ਪਰਿਵਾਰ ਹੈ, ਇੱਥੇ ਕੋਈ ਧਰਮ, ਕੋਈ ਨਸਲ, ਕੋਈ ਜਾਤ, ਕੋਈ ਕਿਸੇ ਵੀ ਕਿਸਮ ਦਾ ਇਨਸਾਨ ਹੋਵੇ, ਕਾਲਾ ਗੋਰਾ, ਦੇ ਆਰ ਆਲ ਵਨ ਹਿਊਮੈਨਿਟੀ। ਜਿਹੀ ਗੱਲ ਗੁਰੂ ਗੋਬਿੰਦ ਸਿੰਘ ਨੇ ਦੂਜੇ ਲਫ਼ਜ਼ਾਂ 'ਚ ਕਹੀ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ। ਤੁਹਾਨੂੰ ਇਹ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਵੀ ਫਿਲਾਸਫੀ ਹੈ ਜਾਂ ਕਿਸੇ ਦੀ ਸੋਚ ਹੈਗੀ ਆ,
ਜਿਹੜੀਆਂ ਵੀ ਕੋਈ ਵਿਦਿਅਕ ਸੰਸਥਾਵਾਂ ਆ ਉਹ ਕਿਵੇਂ ਸਟੂਡੈਂਟਸ ਨੂੰ ਪੜ੍ਹਾ ਰਹੀਆਂ ਨੇ, ਜਾਂ ਜਿਹੜੇ ਸਿਲੇਬਸ ਕਿੱਦਾਂ ਡਿਜ਼ਾਈਨ ਕੀਤੇ ਜਾਂਦੇ ਆ, ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਕੀ ਲਿਖਿਆ ਜਾਂਦਾ। ਹੁਣ ਤੁਸੀਂ ਬਹੁਤ ਸਾਰਾ ਹਿਸਟਰੀ ਦੇ ਉੱਤੇ ਵੀ ਕੰਮ ਕੀਤਾ। ਇਹ ਬਹੁਤ ਇਸ ਚੀਜ਼ 'ਤੇ ਨਿਰਭਰ ਕਰਦਾ ਕਿ ਸਾਡੀ ਜਿਹੜੀ ਇਸ ਵੇਲੇ ਮੌਜੂਦਾ ਸਥਿਤੀ ਹੈ, ਸਾਨੂੰ ਸਿੱਖਿਆ ਹੀ ਸ਼ਾਇਦ ਗਲਤ ਦਿੱਤੀ ਗਈ ਆ, ਜਾਂ ਉਹਨਾਂ ਕਿਤਾਬਾਂ ਦੇ ਵਿੱਚ ਹੀ ਕੁਝ ਮਿਸਟੇਕ ਹੈਗੀ ਆ, ਜਾਂ ਸਾਨੂੰ ਪੜ੍ਹਾਉਣ ਵਾਲਿਆਂ ਦੇ ਵਿੱਚ ਕੋਈ ਮਿਸਟੇਕ ਹੈਗੀ ਆ, ਜਾਂ ਸਾਡੀ ਇੰਟਰਪ੍ਰੀਟੇਸ਼ਨ ਦੇ ਵਿੱਚ ਮਿਸਟੇਕ ਆ। ਕਿੱਥੇ ਗੜਬੜ ਨਜ਼ਰ ਆ ਰਹੀ ਤੁਹਾਨੂੰ? ਦੇਖੋ, ਗੱਲ ਇਹ ਹੈ ਕਿ ਐਜੂਕੇਸ਼ਨ, ਬਿਲਕੁਲ ਸਹੀ ਗੱਲ ਹੈ ਕਿ ਇੱਕ ਤਰ੍ਹਾਂ ਦਾ ਬਹੁਤ ਛੋਟੀ ਉਮਰ ਦੇ ਬੱਚੇ ਦੇ ਮਾਨਸਿਕ ਵਿਕਾਸ ਦਾ, ਥੋੜ੍ਹਾ ਮਾਨਸਿਕ ਵਿਕਾਸ ਘਰ 'ਚ ਹੁੰਦਾ, ਮਾਂ ਬਾਪ ਕੋਲ ਹੁੰਦਾ, ਲੇਕਿਨ ਉਸ ਤੋਂ ਬਾਅਦ ਜਦੋਂ ਸਕੂਲ ਚਲਾ ਜਾਂਦਾ ਤੇ ਉਸ ਵੇਲੇ ਉਹਦੀ ਪਰਸਨੈਲਿਟੀ ਸ਼ੇਪ ਹੋਣਾ ਸ਼ੁਰੂ ਹੁੰਦੀ ਹੈ। ਉਹਦੇ ਸੰਸਕਾਰ ਵੀ, ਵਿਚਾਰ ਵੀ, ਸਭ ਕੁਝ ਬਣਨਾ ਸ਼ੁਰੂ ਹੁੰਦੇ ਨੇ। ਪ੍ਰੈਜੁਡਿਸ ਵੀ ਅਤੇ ਨਾਨ ਪ੍ਰੈਜੁਡਿਸ ਵੀ, ਸਾਰਾ ਕੁਝ ਉਸੇ ਵੇਲੇ ਹੁੰਦਾ। ਅਤੇ ਜੇ ਸਿੱਖਿਆ ਤੁਹਾਨੂੰ ਇੱਕ ਵਿਚਾਰਵਾਨ ਇਨਸਾਨ ਬਣਾਉਣ ਵੱਲ ਲੈ ਕੇ ਜਾਂਦੀ ਹੈ ਅਤੇ ਕ੍ਰਿਟੀਕਲ ਥਿੰਕਿੰਗ ਵਾਲਾ, ਸੋਚ ਕੇ ਗੱਲ ਕਰਨ ਵਾਲਾ, ਹਰ ਚੀਜ਼ 'ਤੇ ਵਿਚਾਰ ਕਰਨ ਵਾਲਾ, ਫਿਰ ਇੱਕੋ ਚੰਗੀ ਸਿੱਖਿਆ। ਲੇਕਿਨ ਜੇ ਤੁਹਾਨੂੰ ਸਿੱਖਿਆ ਇਹੋ ਜਿਹੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸੇ ਗਿਵਨ ਚੀਜ਼ 'ਤੇ ਬਸ ਅੱਖਾਂ ਮੀਚ ਕੇ ਵਿਸ਼ਵਾਸ ਕਰੋ, ਅਤੇ ਉਹ ਦੈਟ ਮੀਨਸ ਨੋ ਐਜੂਕੇਸ਼ਨ, ਵਿਚ ਮੀਨਸ, ਅਤੇ ਉਹ ਮੈਂ ਇੱਕ ਦੂਸਰੇ ਤਰੀਕੇ ਨਾਲ ਉਦਾਹਰਨ ਦਿੰਦਾ ਕਿ ਹਰ ਮੁਲਕ ਦੇ ਵਿੱਚ ਔਰ ਹਰ ਸਿਸਟਮ ਦੇ ਵਿੱਚ ਹੈਜਮਨੀ ਦਾ ਇੱਕ ਕਨਸੈਪਟ ਹੈ ਕਿ ਹਰ ਰੂਲਿੰਗ ਕਲਾਸ ਆਪਣੀ ਹੈਜਮਨੀ ਚਾਹੁੰਦੀ ਹੈ। ਉਹ ਵਿਚਾਰਾਂ ਦੇ ਰੂਪ ਪ੍ਰਗਟ ਹੁੰਦੀ ਹੈ, ਉਹ ਸਿੱਖਿਆ ਪ੍ਰਬੰਧ ਰਾਹੀਂ ਪ੍ਰਗਟ ਹੁੰਦੀ ਹੈ। ਹੈਜਮੋਨਿਕ ਉਹਨਾਂ ਨੇ ਕ੍ਰੀਏਟ ਕਰਨੀ ਹੁੰਦੀ ਹੈ। ਕਲੋਨੀਅਲ ਰਜੀਮ ਨੇ, ਜਿਹੜਾ ਕਲੋਨੀਅਲ JNU 'ਤੇ ਸਾਡੇ 'ਤੇ ਬੜੇ ਇਲਜ਼ਾਮ ਲੱਗਦੇ ਨੇ। ਮੈਂ JNU ਦਾ ਅਲਮਨਸ ਹਾਂ, ਮੈਂ ਉੱਥੋਂ ਦਾ ਸਟੂਡੈਂਟ ਵੀ ਹਾਂ, ਮੈਂ ਉੱਥੋਂ ਦਾ ਟੀਚਰ ਵੀ ਰਿਟਾਇਰਡ ਹਾਂ, ਔਰ ਮੈਨੂੰ ਪ੍ਰਾਊਡ ਵੀ ਹਾਂ ਆਪਦੀ ਯੂਨੀਵਰਸਿਟੀ 'ਤੇ। ਮੈਂ ਸਾਡੀ ਯੂਨੀਵਰਸਿਟੀ 'ਤੇ ਇਲਜ਼ਾਮ ਲਾਇਆ ਗਿਆ ਕਿ ਇੱਥੇ ਇਸ ਕਿਸਮ ਦੀਆਂ ਸਿੱਖਿਆ ਜਿਹੜੀ ਹੈ ਉਹ, ਲੇਕਿਨ ਇਹ JNU ਹੀ ਪਹਿਲੀ ਯੂਨੀਵਰਸਿਟੀ ਸੀ ਕਿ ਜਿਹਨੇ ਕਲੋਨੀਅਲ ਹਿਸਟਰੀ ਨੂੰ ਪਲਟ ਕੇ ਰੱਖਤਾ। ਜੇਮਸ ਮਿਲ ਦਾ ਨਾਮ ਦਾ ਇੱਕ ਹਿਸਟੋਰੀਅਨ ਸੀ ਜਿਹਨੇ ਹਿਸਟਰੀ ਨੂੰ ਵੰਡਿਆ ਸੀਗਾ। ਪੀਰੀਅਡਾਈਜੇਸ਼ਨ ਜਿਹੜੀ ਕੀਤੀ ਸੀਗੀ ਉਹ ਕੀਤੀ ਸੀ ਧਰਮ ਦੇ ਨਾਂ 'ਤੇ। ਮੁਗਲ ਪੀਰੀਅਡ ਔਰ ਹਿੰਦੂ ਪੀਰੀਅਡ, ਇਸ ਕਿਸਮ ਦੇ ਉਹਨੇ ਕੀਤੀ ਹੋਈ ਸੀਗੀ। ਸਾਡੇ JNU ਦੇ ਹਿਸਟੋਰੀਅਨਸ ਨੇ ਇਸ ਕਨਸੈਪਟਸ ਨੂੰ ਪਲਟਿਆ। ਉਹਨਾਂ ਨੇ ਐਂਸ਼ੀਅੰਟ ਇੰਡੀਅਨ ਹਿਸਟਰੀ, ਮੀਡੀਏਵਲ ਇੰਡੀਅਨ ਹਿਸਟਰੀ, ਜਿਹੜੀ ਧਰਮ ਨਾਲ ਜਿਹਦਾ ਕੋਈ ਸੰਬੰਧ ਨਹੀਂ ਸੀਗਾ। ਠੀਕ ਹੈ, ਮੀਡੀਏਵਲ ਹਿਸਟਰੀ ਬੇਸ਼ੱਕ ਮੁਗਲ ਰਹੇ ਹੋਣ, ਬਟ ਦੈਟ ਵਾਜ਼ ਮੀਡੀਏਵਲ ਪੀਰੀਅਡ। ਉਹਦੇ ਹੋਰ ਜਿਹੜੇ ਫੀਚਰ ਸੀ ਉਹਨਾਂ 'ਤੇ ਵੀ ਧਿਆਨ ਲੈਂਦਾ। ਇਕੱਲਾ ਇਹ ਨਹੀਂ ਕਿ ਹੁਕਮਰਾਨ ਮੁਸਲਮਾਨ ਸੀ, ਇਕੱਲਾ ਉਹ ਕੋਈ ਵੀ ਹੋ ਸਕਦਾ ਸੀਗਾ, ਬਟ ਉਸ ਪੀਰੀਅਡ ਦੇ ਵਿੱਚ ਪੂਰਾ ਸੋਸ਼ਲ ਸਿਸਟਮ ਕੀ ਸੀ, ਸੋਸ਼ਲ ਸੈਟਅਪ ਕੀ ਸੀ। ਸੋ ਦੈਟ ਵਾਜ਼ ਏ ਰੀਅਲ ਪ੍ਰੋਪਰ ਹਿਸਟਰੀ, ਜਿਹਨੂੰ ਅੱਜ ਇੱਕ ਤਬਕੇ ਨੂੰ ਹਿਸਟਰੀ ਬਹੁਤ ਚੁਭਦੀ ਹੈ। ਸਾਡੇ ਰੋਮਿਲਾ ਥੱਪਰ ਵਰਗੇ ਹਿਸਟੋਰੀਅਨ ਜਾਂ ਬਿਪਿਨ ਚੰਦਰਾ ਵਰਗੇ ਹਿਸਟੋਰੀਅਨ, ਇਹ ਸਾਡੇ ਵਰਲਡ, ਸਾਰੀ ਦੁਨੀਆ ਦੇ ਵਿੱਚ ਤਾਂ ਇਹਨਾਂ ਦੀ ਬੜੀ ਇੱਜ਼ਤ ਹੈ, ਬੜੀ ਇਹਨਾਂ ਨੂੰ ਦਿੱਤੀ ਜਾਂਦੀ ਹੈ। ਮਤਲਬ ਇੰਟਰਨੈਸ਼ਨਲ ਅਵਾਰਡਸ ਮਿਲਦੇ ਨੇ। ਰੋਮਿਲਾ ਥੱਪਰ ਨੂੰ ਪਿੱਛੇ ਮਿਲਿਆ, ਬਟ ਸਾਡੇ ਆਪਣੇ ਮੁਲਕ ਦੇ ਵਿੱਚ ਇਹਨਾਂ ਨੂੰ ਬਹੁਤ ਇੱਕ ਤਰੀਕੇ ਨਾਲ ਟਾਰਗੇਟ ਵੀ ਕੀਤਾ ਜਾਂਦਾ ਹੈਗਾ। ਬਿਲਕੁਲ। ਸੋ ਆਪਾਂ ਅੱਗੇ ਚੱਲ ਕੇ ਕੁਝ ਗੱਲਾਂ ਹੋਰ ਕਰਾਂਗੇ। JNU ਦਾ ਤੁਸੀਂ ਜ਼ਿਕਰ ਕੀਤਾ, ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ ਕਿ ਜਿੱਥੇ ਸਾਰਾ ਕੁਝ ਕਹਿੰਦੇ ਸਿਸਟਮ ਕੰਟਰੋਲ ਕੀਤਾ ਜਾ ਰਿਹਾ ਸੋ ਕਾਲਡ ਅੰਤਰਰਾਸ਼ਟਰਵਾਦ ਦੇ ਨਾਂ ਦੇ ਉੱਤੇ, ਉੱਥੇ JNU ਬਾਰੇ ਵੀ ਬੜੀ ਉਤਸੁਕਤਾ ਮਨ ਦੇ ਵਿੱਚ ਪੈਦਾ ਹੁੰਦੀ ਹੈ ਕਿ ਉੱਥੇ ਕਿਹੋ ਜਿਹੇ ਪ੍ਰੋਫੈਸਰਸ ਨੇ, ਕਿਹੋ ਜਿਹੇ ਸਟੂਡੈਂਟਸ ਨੇ, ਉੱਥੇ ਮਾਹੌਲ ਵੱਖਰਾ ਕਿਸ ਤਰ੍ਹਾਂ ਸੰਭਵ ਰਹਿ ਸਕਿਆ। ਅਗਲੇ ਹਿੱਸੇ 'ਚ ਗੱਲਬਾਤ ਚੱਲਦੀ ਰਹੇਗੀ। ਡਾਕਟਰ ਚਮਨ ਲਾਲ ਮੇਰੇ ਨਾਲ ਸਟੂਡੀਓ 'ਚ ਨੇ। ਸੁਣਦੇ ਰਹੋ ਸ਼ੇਰੇ ਪੰਜਾਬ AM 600। The Navjot Tillu Show, only on AM 600 ਸ਼ੇਰੇ ਪੰਜਾਬ। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਮੇਰੇ ਨਾਲ ਡਾਕਟਰ ਚਮਨ ਲਾਲ, ਇਹਨਾਂ ਦੇ ਨਾਲ ਕੁਝ ਗੱਲਾਂ ਆਪਾਂ ਇੰਡੀਆ ਦੀਆਂ ਕੀਤੀਆਂ ਅਤੇ ਕੁਝ ਇਹਨਾਂ ਨੇ ਆਪਣੇ ਤਜਰਬੇ ਤੋਂ, ਕੁਝ ਹਿਸਟਰੀ ਦੇ ਵਿੱਚੋਂ ਉਦਾਹਰਨਾਂ ਲੈ ਕੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਸਵਾਲਾਂ ਨੂੰ ਅਸੀਂ ਰੋਜ਼ ਇਸ ਤਰ੍ਹਾਂ ਸਮਝਦੇ ਹਾਂ ਕਿ ਇਹ ਸਵਾਲ ਸਾਡੇ ਉੱਤੇ ਹਾਲੇ ਤੱਕ ਲਟਕੇ ਹੋਏ ਨੇ। ਭਾਰਤ ਦੇ ਸੈਕੂਲਰਿਜ਼ਮ ਦੀ ਮੈਂ ਇਹਨਾਂ ਦੇ ਨਾਲ ਗੱਲ ਕੀਤੀ। ਅੰਤਰਰਾਸ਼ਟਰਵਾਦ ਜਿਹੜਾ ਫੈਲ ਰਿਹਾ ਹੈ, ਥੋੜ੍ਹਾ ਜਿਹਾ ਜ਼ਿਕਰ ਉਸ ਦਾ ਵੀ ਹੋਇਆ। ਸ਼ਹੀਦ ਭਗਤ ਸਿੰਘ ਦੀ ਗੱਲ ਹੋਈ ਆ। ਇਸ ਤੋਂ ਇਲਾਵਾ ਕਵੀ ਪਾਸ਼ ਦੀ ਵੀ ਗੱਲ ਹੋਈ ਹੈਗੀ ਆ। ਸਾਡੇ ਸੁਣਨ ਵਾਲੇ ਜੇ ਇਹਨਾਂ ਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ ਆ, ਮੇਰੇ ਨਾਲ ਇਹ ਤਕਰੀਬਨ ਅੱਧਾ ਘੰਟਾ ਮੌਜੂਦ ਨੇ। 6042040600 ਸਾਡਾ ਟੈਲੀਫੋਨ ਨੰਬਰ ਹੈ। 604-204-0600। ਤੁਸੀਂ ਜੇ ਗੱਲ ਕਰਨੀ ਹੈ ਕੋਈ ਵੀ
ਤਾਂ ਤੁਰੰਤ ਕਾਲ ਕਰਨ ਦੀ ਕੋਸ਼ਿਸ਼ ਕਰਨਾ। ਇੱਕ ਵਾਰੀ ਫਿਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਧੇ ਕੁ ਘੰਟੇ ਤੱਕ ਹੀ ਇਹ ਮੇਰੇ ਨਾਲ ਨੇ, ਵਿਚਾਲੇ ਆਪਣੇ ਖਬਰਾਂ ਦੀ ਬ੍ਰੇਕ ਵੀ ਆਉਣੀ ਹੈ। ਸੋ ਜਿਹਨੇ ਵੀ ਗੱਲ ਕਰਨੀ ਹੈ ਪਲੀਜ਼ ਆਪਣਾ ਸਵਾਲ ਤੁਸੀਂ ਬਰੀਫ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨਾ। ਡਾਕਟਰ ਸ਼ਮਨ ਲਾਲ ਜੀ, ਮੈਂ ਇੱਕ ਜਿਹੜੀ ਗੱਲ ਹੋਰ ਤੁਹਾਡੇ ਕੋਲੋਂ ਸਮਝਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਐਜੂਕੇਸ਼ਨ ਦੀ ਵੀ ਤੁਸੀਂ ਗੱਲ ਕੀਤੀ ਆ ਕਿ ਵੀ ਜਿਹੜਾ ਕਿਸੇ ਵੀ ਦੇਸ਼ ਦਾ ਜਿਹੜਾ ਤੰਤਰ ਹੈ ਜਾਂ ਸਿਸਟਮ ਚੱਲਦਾ ਹੈ ਉਹ ਦੇਖਦੇ ਆ ਵੀ ਕੀ ਪੜ੍ਹਾਇਆ ਜਾਣਾ ਚਾਹੀਦਾ ਜਾਂ ਕਿਸ ਤਰੀਕੇ ਦੇ ਨਾਲ ਪੜ੍ਹਾਇਆ ਜਾਣਾ ਚਾਹੀਦਾ, ਚਾਹੇ ਛੋਟੇ ਬੱਚੇ ਆ ਜਾਂ ਨੌਜਵਾਨ ਹੈ, ਉਹਨਾਂ ਦੇ ਉੱਤੇ ਅਸਰ ਹੋਣਾ ਹੀ ਹੋਣਾ। ਇਸ ਵੇਲੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਭਾਰਤ ਦੇ ਵਿੱਚ, ਕਈ ਜਥੇਬੰਦੀਆਂ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ ਹੈਗੀਆਂ, ਉਹ ਕਿਹੋ ਜਿਹਾ ਰੋਲ ਪਲੇ ਕਰ ਰਹੀਆਂ, ਮੈਂ ਇਹ ਵੀ ਸਮਝਣਾ ਚਾਹੁੰਦੀ ਹਾਂ। ਜਿੱਥੇ ਇੱਥੇ ਸਾਡੇ ਤੱਕ ਤਸਵੀਰਾਂ ਪਹੁੰਚਦੀਆਂ ਨੇ, ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਕਿ ਭਾਰਤ ਦਾ ਜਿਹੜਾ ਯੂਥ ਹੈ ਉਹ ਕਿਸੇ ਕੰਮ ਦਾ ਨਹੀਂ ਹੁਣ ਰਹਿ ਗਿਆ, ਉਹਨਾਂ ਨੂੰ ਤਾਂ ਇੱਕੋ ਹੀ ਹੋੜ ਲੱਗੀ ਹੋਈ ਹੈ ਕਿ ਅਸੀਂ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ, ਅਤੇ ਸ਼ਾਇਦ ਇੱਦਾਂ ਦੀ ਤਸਵੀਰ ਪੇਸ਼ ਕੀਤੀ ਜਾਂਦੀ ਕਿ ਉੱਥੇ ਤਾਂ ਰਹਿੰਦ ਖੂੰਦ ਰਹਿ ਗਈ ਆ, ਜਿਹੜੀ ਕਰੀਮ ਆ ਉਹ ਇੱਥੇ ਪਹੁੰਚ ਗਈ ਆ। ਤੁਹਾਡੀ ਕੀ ਟਿੱਪਣੀ ਇਹਦੇ ਬਾਰੇ? ਨਹੀਂ, ਇਹ ਗੱਲ ਤਾਂ ਨਹੀਂ ਠੀਕ ਹੈਗੀ। ਮਤਲਬ ਇਸ ਤਰ੍ਹਾਂ ਕਿ ਵਿਦਿਆਰਥੀ ਜਥੇਬੰਦੀਆਂ ਤਾਂ ਹੈ ਉੱਥੇ, ਔਰ ਵਿਦਿਆਰਥੀ ਜਥੇਬੰਦੀਆਂ ਅਲੱਗ-ਅਲੱਗ ਵਿਚਾਰਾਂ ਦੀਆਂ ਨੇ। ਮਤਲਬ ਕੁਛ ਤਾਂ ਪੋਲੀਟੀਕਲ ਪਾਰਟੀਆਂ ਨਾਲ ਜੁੜੀਆਂ ਹੋਈਆਂ ਵਿਦਿਆਰਥੀ ਜਥੇਬੰਦੀਆਂ ਨੇ, ਚਾਹੇ ਉਹ ਸੱਜੇ ਪੱਖੀ ਪਾਰਟੀਆਂ ਹੋਣ ਤੇ ਚਾਹੇ ਉਹ ਖੱਬੇ ਪੱਖੀ ਪਾਰਟੀਆਂ ਹੋਣ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਕਿਹੋ ਜਿਹੀ ਭੂਮਿਕਾ ਹੋ ਸਕਦੀ ਹੈ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਿੱਦਾਂ ਦੀ ਤੁਸੀਂ ਬਿਆਨ ਕਰਕੇ ਹਟੇ ਹੋ ਇਸ ਵੇਲੇ? ਉਹਦਾ ਜੀ ਦੇਖੋ, ਗੱਲ ਇਹ ਹੈ ਕਿ ਨੌਜਵਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਵੀ ਮੁਲਕ ਦੇ ਵਿੱਚ। ਉਹ ਭਗਤ ਸਿੰਘ ਦਾ ਲੇਖ ਲਿਖਿਆ ਹੋਇਆ ਵਿਦਿਆਰਥੀ ਤੇ ਪੋਲੀਟਿਕਸ, ਕਿਉਂਕਿ ਉਸ ਵੇਲੇ ਵੀ ਇਹ ਸਵਾਲ ਹੁੰਦੇ ਸੀ, ਪੈਦਾ ਤੇ ਅੱਜ ਵੀ ਹੁੰਦੇ ਨੇ। ਅਸੀਂ ਟੀਚਰ ਤਬਕੇ ਦੇ ਲੋਕ ਕਹਿੰਦੇ ਰਹਿੰਦੇ ਹਾਂ ਕਿ ਤੁਹਾਨੂੰ ਵਿਦਿਆਰਥੀਆਂ ਨੂੰ ਰਾਜਨੀਤੀ 'ਚ ਹਿੱਸਾ ਨਹੀਂ ਲੈਣਾ ਚਾਹੀਦਾ, ਤੁਹਾਨੂੰ ਤਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ, ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੇ ਇੱਧਰ ਭੱਜੇ ਹੋਏ ਨੇ, ਅਤੇ ਇਹ ਮਾਪਿਆਂ ਦਾ ਵੀ ਇਹੀ ਹੁੰਦਾ ਕਿ ਪੜ੍ਹਾਈ ਵੱਲ ਧਿਆਨ ਦਿਓ ਬੱਚੋ ਅਤੇ ਆਪਣਾ ਕੈਰੀਅਰ ਬਣਾਓ। ਲੇਕਿਨ ਭਗਤ ਸਿੰਘ ਨੇ ਉਸ ਵੇਲੇ ਇਹ ਗੱਲ ਕਹੀ ਸੀ ਜਿਹੜੀ ਅੱਜ ਵੀ ਉਨੀ ਰੈਲੇਵੈਂਟ ਹੈ, ਅਤੇ ਉਹਨੇ ਕਿਹਾ ਸੀ ਕਿ ਵਿੱਦਿਆ ਜਿਹੜੀ ਇਹ ਸਿਰਫ ਡਿਗਰੀ ਨਹੀਂ ਹੈਗੀ, ਵਿੱਦਿਆ ਰੀਅਲ ਸੈਂਸ ਦੇ ਵਿੱਚ ਇੱਕ ਬੰਦੇ ਦੀ ਟਰਾਂਸਫਾਰਮੇਟਿਵ ਐਕਟੀਵਿਟੀ ਹੈ, ਜਿਹਦੇ ਨਾਲ ਕਿ ਉਹਨੂੰ ਪੂਰਾ ਨੌਲੇਜ ਗੇਨ ਕਰਨ ਵਾਲੀ ਗੱਲ ਹੈ, ਜਿਹਦੇ ਨਾਲ ਕਿ ਉਸ ਵਿੱਦਿਆ ਨੂੰ ਹਾਸਲ ਕਰਕੇ ਬੱਚਿਆਂ ਨੇ ਵੱਡੇ ਹੋ ਕੇ ਉਸ ਮੁਲਕ ਦੇ ਨਾਗਰਿਕ ਬਣਨਾ। ਦੇ ਹੈਵ ਟੂ ਬਿਕਮ ਫੁੱਲ ਫਲੈਸ਼ ਸਿਟੀਜ਼ਨ। ਸਿਟੀਜ਼ਨ ਟਰਮ ਇਨ ਇਟਸੈਲਫ ਇਜ਼ ਏ ਕਾਈਂਡ ਆਫ ਲੋਡਡ ਟਰਮ, ਵਿਚ ਮੀਨਸ ਕਿ ਤੁਸੀਂ ਜ਼ਿੰਮੇਦਾਰ ਨਾਗਰਿਕ ਹੋ। ਤੁਸੀਂ ਵੋਟਾਂ ਪਾ ਕੇ ਇਲੈਕਸ਼ਨ ਜਿਤਾਉਣੇ ਵੀ ਹੈ, ਲੋਕ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ 'ਚ ਹਿੱਸਾ ਲੈਣਾ। ਅਤੇ ਉਹ ਭਗਤ ਸਿੰਘ ਕਹਿੰਦਾ ਕਿ ਜੇ ਵਿਦਿਆਰਥੀ ਰਾਜਨੀਤੀ 'ਚ ਹਿੱਸਾ ਨਹੀਂ ਲੈਣਗੇ ਤਾਂ ਫਿਰ ਉਹ ਇੱਕ ਚੰਗੇ ਨਾਗਰਿਕ ਦੇ ਵੀ ਕਿਸ ਤਰ੍ਹਾਂ ਵਿਕਸਿਤ ਹੋਣਗੇ। ਇਕੱਲੀ ਡਿਗਰੀ ਲੈ ਕੇ ਕੈਰੀਅਰ ਤਾਂ ਨਹੀਂ, ਉਹਨਾਂ ਨੂੰ ਇੱਕ ਨਾਗਰਿਕ ਦੇ ਤੌਰ 'ਤੇ ਵਿਕਸਿਤ ਹੋਣ ਵਾਸਤੇ ਵੀ ਰਾਜਨੀਤੀ 'ਚ ਹਿੱਸਾ ਲੈਣਾ ਚਾਹੀਦਾ। ਅੱਛਾ, ਹੁਣ ਇਹਦੇ 'ਚ ਰਾਜਨੀਤੀ 'ਚ ਹਿੱਸਾ ਲੈਣ ਦੀ ਜਿੱਥੇ ਤੱਕ ਗੱਲ ਹੈ ਕਿ ਵਿਦਿਆਰਥੀ ਜਥੇਬੰਦੀਆਂ ਰਾਜਨੀਤੀ 'ਚ ਹਿੱਸਾ ਲੈ ਰਹੀਆਂ ਨੇ, ਲੈਂਦੀਆਂ ਨੇ, ਉਹਨਾਂ ਦਾ ਵੀ ਇੱਕ ਤਰ੍ਹਾਂ ਦਾ ਕਨਫਲਿਕਟਿੰਗ ਰੋਲ ਹੈ। ਕਈ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਉਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀਆਂ ਜਿਸ ਤਰ੍ਹਾਂ ਭਗਤ ਸਿੰਘ ਦੇ ਵਿਚਾਰਾਂ ਵੱਲ, ਕਿ ਭਗਤ ਸਿੰਘ ਦੇ ਵਿਚਾਰ ਅਪਣਾਓ ਅਤੇ ਆਪਣੇ ਆਪ ਨੂੰ ਰੋਸ਼ਨ ਖਿਆਲੀ ਨਾਲ ਸਮਾਜ ਦਾ ਜੋ ਵੀ ਕਰ ਸਕਦੇ। ਉਹ ਕੋਸ਼ਿਸ਼ ਕਰਦੀਆਂ ਨੇ ਕਿ ਮਜ਼ਦੂਰਾਂ ਦੀ ਹਮਾਇਤ ਕਰਨ, ਕਿਸਾਨਾਂ ਦੀ ਹਮਾਇਤ ਕਰਨ। ਜਿਸ ਤਰ੍ਹਾਂ ਕਿਸਾਨੀ ਘੋਲ ਚੱਲਿਆ 2 ਸਾਲ, ਇਹ ਸਾਰੀਆਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਇਹ ਡਟ ਕੇ ਇਹਨਾਂ ਦੀ ਹਮਾਇਤ ਕੀਤੀ ਆ। ਉੱਥੇ ਜਾਂਦੇ ਵੀ ਰਹੇ ਨੇ, ਜਾ ਕੇ ਆਪਣਾ ਹਿੱਸਾ ਵੀ ਜਿੰਨਾ ਕੁ ਬੰਦਾ ਪਾਉਂਦੇ ਰਹੇ ਨੇ। ਪਰ ਚੱਕਰ ਇਹੀ ਆ, ਮੈਂ ਸਾਰਿਆਂ ਨੂੰ ਪੁੱਛਦੀ ਹੁੰਦੀ, ਮੈਂ ਤੁਹਾਨੂੰ ਵੀ ਇਹ ਪੁੱਛਣਾ ਚਾਹੂੰਗੀ। ਤੁਸੀਂ ਕਿਹਾ ਕਿ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਨੇ, ਖੱਬੇ ਪੱਖੀ ਆਪ ਹੀ ਪਾਰਟੀਆਂ ਬਥੇਰੀਆਂ ਨੇ, ਦਰਜਨਾਂ ਪਾਰਟੀਆਂ ਉਹ ਹੈਗੀਆਂ ਨੇ। ਇਸ ਸਿਚੁਏਸ਼ਨ ਦੇ ਵਿੱਚ ਜਦੋਂ ਇਸ ਤਰ੍ਹਾਂ ਲੋਕ ਆਪਸ ਦੇ ਵਿੱਚ ਟੁੱਟੇ ਹੋਏ ਆ, ਜਿਹੜੇ ਕਿ ਆਪਣੇ ਆਪ ਨੂੰ ਜੁੜੇ ਹੋਏ ਦਿਖਾ ਰਹੇ ਹੈਗੇ ਆ, ਉਹ ਕੀ ਨਹੀਂ ਰੱਖਣਗੇ ਵਿਕਾਸ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਸੀ ਕਿ ਆਪਾਂ ਨੂੰ ਅਗਾਂਹ ਵਧਣਾ ਚਾਹੀਦਾ, ਉਹ ਕਿਹੋ ਜਿਹਾ ਰਸਤਾ ਚੁਣਨਗੇ? ਦੇਖੋ, ਇੱਕ ਤਾਂ ਇਹ ਤਾਂ ਇੱਕ ਸੈਡ ਫੈਕਟ ਹੈ ਕਿ ਜਿਹੜੀ ਤੁਸੀਂ ਖੱਬੇ ਪੱਖ ਬਾਰੇ ਜਿਹੜੀ ਗੱਲ ਕੀਤੀ ਕਿ ਇਟਸ ਡਿਸਇੰਟੀਗ੍ਰੇਟਡ ਇਨ ਇਟਸੈਲਫ, ਲੇਕਿਨ ਕਿਸਾਨੀ ਮੂਵਮੈਂਟ ਨੇ ਇੱਕ ਥੋੜ੍ਹੀ ਜਿਹੀ ਆਸ ਦੀ ਕਿਰਨ ਦਿਖਾਈ ਕਿ ਐਟ ਦ ਟਾਈਮ ਆਫ ਕ੍ਰਾਈਸਿਸ ਦੇ ਕੈਨ ਕਮ ਟੂਗੈਦਰ ਆਲਸੋ। ਉਹ ਜੇ ਉਹ ਇਕੱਠੇ ਹੋਏ ਤਦੇ ਹੀ ਜਾ ਕੇ ਉਹ ਆਪਣੀਆਂ ਗੱਲਾਂ ਮਨਵਾ ਸਕੇ, ਅਦਰਵਾਈਜ਼ ਤਾਂ ਬਹੁਤ ਘੱਟ ਚਾਂਸ ਸੀਗਾ ਗੱਲਾਂ ਮਨਵਾਉਣ ਦਾ। ਲੇਕਿਨ ਸਾਈਡ ਇਫੈਕਟ ਦੂਸਰਾ ਪਾਰਟ ਇਹ ਵੀ ਹੈ ਕਿ ਹਲੇ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਅਤੇ ਉਹ ਪਹਿਲੇ ਫੇਰ ਖਿੰਡ ਰਹੇ ਨੇ।
ਤੇ ਇਸ ਵੇਲੇ ਜਿਹੜੇ ਉਹ ਮੁੜ ਕੇ ਉਹ ਪਹਿਲਾਂ ਵਾਂਗੂ ਇਕੱਠੇ ਨਹੀਂ ਹੋ ਪਾ ਰਹੇ। ਤੇ ਉਹ ਜਿਹੜੇ ਇਹ ਪ੍ਰੋਸੈਸ ਸੁਸਾਇਟੀ ਦੇ ਵਿੱਚ ਚੱਲਦਾ ਰਹਿੰਦਾ। ਮਤਲਬ ਹੁੰਦਾ ਹੈ ਕਿ ਉਹਨਾਂ ਮੁਲਕਾਂ 'ਚ ਜਲਦੀ ਸੋਸ਼ਲ ਟਰਾਂਸਫਾਰਮੇਸ਼ਨ ਹੁੰਦੀ ਹੈ ਜਿੱਥੇ ਪ੍ਰੋਗਰੈਸਿਵ ਫੋਰਸਿਸ ਯੂਨਾਈਟਿਡ ਰਹਿੰਦੀਆਂ, ਇੰਟੈਗਰੇਟ ਰਹਿੰਦੀਆਂ। ਔਰ ਛੋਟੇ ਮੁਲਕਾਂ 'ਚ ਜ਼ਿਆਦਾ, ਜਿਸ ਤਰ੍ਹਾਂ ਕਿਊਬਾ ਦੀ ਮਿਸਾਲ ਹੈ, ਤੇ ਕਿਊਬਾ ਦੀ ਮਿਸਾਲ ਦੇ ਵਿੱਚ ਉਸ ਤਰੀਕੇ ਦੀਆਂ ਇਹ ਤਾਂ ਨਹੀਂ ਹੈਗੇ ਕਿ ਛੋਟੇ ਛੋਟੇ ਗਰੁੱਪ ਹੁੰਦੇ ਨਹੀਂ ਹੁੰਦੇ ਨੇ, ਲੇਕਿਨ ਬਰੋਡਰ ਤੌਰ 'ਤੇ ਈਵਨ ਵੈਨਜ਼ੂਏਲਾ ਦੇ ਵਿੱਚ ਤਾਂ ਕੋਈ ਕਮਿਊਨਿਸਟ ਹੁਕੂਮਤ ਨਹੀਂ ਹੈਗੀ, ਲੇਕਿਨ ਇੱਕ ਪ੍ਰੋਗਰੈਸਿਵ ਕਿਸਮ ਦੀ ਹੁਕੂਮਤ ਹੈ, ਔਰ ਉਹਦੇ 'ਚ ਵੀ ਉਹ ਕਾਫੀ ਯੂਨਾਈਟਿਡ ਤੇ ਇੰਟੈਗਰੇਟਿਡ ਮੂਵਮੈਂਟ ਰਹੀ ਹੈ। ਇੱਥੇ ਖੱਬੇ ਪੱਖੀ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਤੋਂ ਸਬਕ ਤਾਂ ਮਿਲਿਆ ਕਿ ਹੁਣ ਉਹ ਇੱਕ ਪਲੇਟਫਾਰਮ 'ਤੇ ਇਕੱਠੇ ਵੀ ਹੁੰਦੇ ਨੇ, ਲੜਕੇ ਇਲੈਕਸ਼ਨ ਵੀ ਲੜਦੇ ਨੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਹੀ ਸਾਰੀਆਂ ਖੱਬੇ ਪੱਖੀ ਜਿੰਨੀਆਂ ਪਹਿਲਾਂ ਆਪਸ 'ਚ ਇੱਕ ਦੂਜੇ ਨੂੰ ਕੰਟੈਸਟ ਕਰਦੀਆਂ ਸੀਗੀਆਂ, ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਇੱਕ ਸਾਈਡ 'ਤੇ ਹੋ ਕੇ ਕੰਟੈਸਟ ਕਰਨਾ ਪੈਂਦਾ, ਕਿਉਂਕਿ ਦੂਜੇ ਪਾਸੇ ਸੱਜੇ ਪੱਖੀ ਵਿਦਿਆਰਥੀ ਜਥੇਬੰਦੀਆਂ ਨਾਲ ਉਹਨਾਂ ਦਾ ਮੁਕਾਬਲਾ ਹੁੰਦਾ ਹੈਗਾ। ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਉਹ ਇਸ ਸਾਰੇ ਕਾਸੇ ਤੋਂ ਤੁਹਾਨੂੰ ਲੱਗਦਾ ਕਿ ਹਾਲੇ ਨਿਰਲੇਪ ਹੈ? ਜਿਸ ਤਰ੍ਹਾਂ ਦਾ ਪ੍ਰਭਾਵ ਬਾਕੀ ਵਿਦਿਅਕ ਸੰਸਥਾਵਾਂ ਜਾਂ ਬਾਕੀ ਜਿੰਨੇ ਇੰਸਟੀਟਿਊਸ਼ਨਸ ਆ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਵੀ ਸੋ ਕਾਲਡ ਜਿਹੜਾ ਰਾਸ਼ਟਰਵਾਦ ਆ ਉਹ ਭਰਿਆ ਜਾ ਰਿਹਾ, ਜਾਂ ਉਹਦੇ 'ਤੇ ਪ੍ਰਭਾਵ ਪਾਇਆ ਜਾ ਰਿਹਾ, ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ, ਜਾਂ ਲੋਕਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ। JNU ਦੀ ਇਹ ਜਿਹੜੀ ਸਥਿਤੀ ਹੈ, ਜਿਸ ਤਰੀਕੇ ਦੀ ਤੁਸੀਂ ਦੱਸ ਰਹੇ ਹੋ, ਇਹ ਕਿਸ ਤਰ੍ਹਾਂ ਇਵੇਂ ਸਰਵਾਈਵ ਕਰ ਰਹੀ ਹੈ? ਦੇਖੋ, ਇੱਦਾਂ ਹੈ ਕਿ ਅਸੀਂ ਜਦੋਂ ਸਟੂਡੈਂਟ ਸੀਗੇ ਬਹੁਤ ਸਾਲ ਪਹਿਲਾਂ, ਤੇ ਅਸੀਂ ਵਿਅਕਤੀਗਤ ਨਿੱਜੀ ਤੌਰ 'ਤੇ ਵੀ ਕਈ ਵਾਰ ਸੋਚਦੇ ਸੀਗੇ ਕਿ ਵੀ JNU ਆਪਣੇ ਆਪ 'ਚ ਆਈਲੈਂਡ ਹੈ। ਮਤਲਬ ਉਹ ਬਾਹਰਲੇ ਸਮਾਜ ਨਾਲ ਉਹਦਾ ਕੋਈ ਸੰਬੰਧ ਹੀ ਨਹੀਂ, ਆਪਦੀ ਦੁਨੀਆ 'ਚ ਹੀ ਅਸੀਂ ਆਪ ਰਹਿੰਦੇ ਹਾਂ, ਕਿਉਂਕਿ ਆਪ ਅਸੀਂ ਬਹੁਤ ਜ਼ਿਆਦਾ ਲਿਬਰਟੀਜ਼ ਇੰਜੋਏ ਕਰਦੇ ਹਾਂ, ਆਪ ਅਸੀਂ ਬਹੁਤ ਜ਼ਿਆਦਾ ਐਨਲਾਈਟਨਮੈਂਟ ਵੀ ਇੱਕ ਤਰ੍ਹਾਂ ਦੀ ਰਹਿੰਦੀ ਹੈ। ਬਟ ਦੈਨ ਦੇਰ ਕੈਨ ਬੀ ਨੋ ਆਈਲੈਂਡ। ਅਤੇ ਇਹ ਹੁਣ ਵੀ ਉਹੀ ਸਿਚੁਏਸ਼ਨ ਹੈ। ਇਸ ਸਿਚੁਏਸ਼ਨ 'ਚ ਪਹਿਲੀ ਵਾਰੀ ਇਹ ਗੱਲ ਹਕੀਕਤ ਵੀ ਸਾਹਮਣੇ ਆ ਗਈ ਕਿ JNU ਕੈਨ ਨਾਟ ਸਰਵਾਈਵ ਐਜ਼ ਐਨ ਆਈਲੈਂਡ। ਇੱਕ ਆਈਲੈਂਡ ਦੇ ਤੌਰ 'ਤੇ ਨਹੀਂ ਉਹ ਰਹਿ ਸਕਦਾ। ਜਦੋਂ ਬਾਕੀ ਸਾਰੇ ਸੰਸਥਾਵਾਂ ਤੇ ਕਿਸਮ ਦਾ ਦਬਾਅ ਜਿਹੜਾ ਤੇ ਉਹ JNU ਤੇ ਵੀ ਉਸ ਤਰੀਕੇ ਨਾਲ ਸੰਕਟ ਆਇਆ, ਪਰ ਐਟ ਦਾ ਸੇਮ ਟਾਈਮ JNU ਦੇ ਵਿੱਚ ਥੋੜ੍ਹੀ ਰੈਜ਼ਿਸਟੈਂਸ ਵੀ ਹੈ। ਇੱਕ ਤਰ੍ਹਾਂ ਦੀ ਆਪਣੇ ਇੰਸਟੀਟਿਊਸ਼ਨ ਨੂੰ ਜਿਹੜੀ ਬਚਾਉਣ ਦੀ ਹੈ। JNU ਐਜ਼ ਐਨ ਇੰਸਟੀਟਿਊਸ਼ਨ ਇੱਕ ਐਨਲਾਈਟਨਡ ਇੰਸਟੀਟਿਊਸ਼ਨ ਦੇ ਤੌਰ 'ਤੇ ਡਿਵੈਲਪ ਹੋਇਆ। ਇੱਕ ਪਾਰਟ ਤਾਂ ਉਹਦਾ ਇਹ ਹੈ ਕਿ ਚਲੋ ਕੁਛ ਤਾਂ ਉਹਨੂੰ ਖੱਬੇ ਪੱਖ ਨਾਲ ਜੋੜ ਕੇ ਕਹਿੰਦੇ ਨੇ ਕਿ ਖੱਬੇ ਪੱਖੀਆਂ ਦਾ ਗੜ੍ਹ ਹੈ, ਬਟ ਐਟ ਦਾ ਸੇਮ ਟਾਈਮ ਇਸ ਦੌਰ 'ਚ ਵੀ ਜਦੋਂ ਖੱਬਾ ਪੱਖ ਅੰਡਰ ਅਟੈਕ ਸੀਗਾ, ਤਾਂ JNU ਨੇ ਆਪਣੀ ਅਕੈਡਮਿਕ ਜਿਹੜੀ ਸੁਪੀਰੀਅਰਟੀ ਹੈ ਉਹ ਬਰਕਰਾਰ ਰੱਖੀ ਹੈ, ਅਤੇ ਇਹਦੇ ਬਾਵਜੂਦ ਉਹਨੇ ਆਪਣੀਆਂ ਸਾਰੀਆਂ ਯੂਨੀਵਰਸਿਟੀਆਂ 'ਚੋਂ ਪਹਿਲੇ ਜਾਂ ਦੂਜੇ ਨੰਬਰ 'ਤੇ ਆਉਂਦਾ ਰਿਹਾ, ਅਤੇ ਵਰਲਡ ਦੀਆਂ ਰੈਂਕਿੰਗ ਦੇ ਵਿੱਚ ਵੀ ਉਹ ਹਮੇਸ਼ਾ ਐਡਵਾਂਸ ਰਿਹਾ। ਅੱਜ ਵੀ ਸਾਡੇ ਸੋਸ਼ੋਲੋਜੀ ਦਾ ਸੈਂਟਰ ਹੈ ਜਿਹੜਾ, ਉਹਨੂੰ ਕੋਈ ਵਰਲਡ ਰੈਂਕਿੰਗ ਦੇ ਵਿੱਚ ਥਾਂ ਮਿਲੀ ਹੈ, ਵਿਚ ਮੀਨਸ ਕਿ ਸਾਡੀ ਫੈਕਲਟੀ ਵੀ ਹੈ ਅਤੇ ਜਿਹੜੀ ਸਟੂਡੈਂਟ ਵੀ ਹੈ ਉਹ ਇਹਦੇ ਨਾਲ ਕਿ ਉਹ ਪੋਲੀਟੀਕਲ ਖਿਆਲਾਂ ਦੇ ਰਹਿੰਦੇ ਨੇ, ਲੇਕਿਨ ਉਹ ਆਪਦੇ ਅਕੈਡਮਿਕ ਵੱਲ ਵੀ ਉਨਾ ਹੀ ਧਿਆਨ ਦਿੰਦੇ ਨੇ, ਅਤੇ ਉਹਦੇ ਨਾਲ ਉਹ ਆਪਣੀ ਕੰਪੀਟੈਂਸ ਦਿਖਾਉਂਦੇ ਨੇ। ਹੁਣ ਵੀ ਜੇ ਦੇਖਿਆ ਜਾਵੇ, ਚਾਹੇ ਜੋ ਮਰਜ਼ੀ ਪੋਲੀਟੀਕਲ ਖਿਆਲਾਂ ਨੂੰ ਛੱਡਦੀ ਹੈ, ਲੇਕਿਨ ਹਿੰਦੁਸਤਾਨ ਦੇ 2 ਸਭ ਤੋਂ ਪਾਵਰਫੁਲ ਮਿਨਿਸਟਰ ਹੈ ਜਿਹੜੇ, ਉਹ JNU ਬੈਕਗਰਾਊਂਡ ਦੇ ਨੇ। ਨਿਰਮਲਾ ਸੀਤਾਰਮਨ ਫਾਈਨਾਂਸ ਮਿਨਿਸਟਰ ਹੈ, ਉਹ JNU ਬੈਕਗਰਾਊਂਡ ਦੀ ਹੈ। ਜੈ ਸ਼ੰਕਰ ਫੋਰਮ ਮਿਨਿਸਟਰ ਹੈ। ਇੰਡੀਅਨ ਐਕਸਪ੍ਰੈਸ ਦੀ ਮੈਂ ਅੱਜ ਹੀ ਸਵੇਰੇ ਦੇਖ ਰਿਹਾ ਸੀਗਾ ਕਿ 100 ਮੋਸਟ ਪਾਵਰਫੁਲ ਮੈਨ ਦੇ ਵਿੱਚੋਂ ਜੈ ਸ਼ੰਕਰ ਦਾ ਨਾਂ 3 ਨੰਬਰ 'ਤੇ ਆ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਇਹ ਇੱਕ ਬੜਾ ਕੰਪਲੈਕਸ ਜਿਹਾ ਪ੍ਰੋਸੈਸ ਹੈ, ਬਟ JNU is surviving as an institution with its core values, although ਕਿ those core values ਕਈ ਵਾਰੀ ਉਹਨੂੰ ਆਪਣਾ ਕਈ ਤਰ੍ਹਾਂ ਦੇ ਰੰਗਾਂ ਦੌਰ ਵਿੱਚ ਦੀ ਲੰਘਣਾ ਪੈਂਦਾ। ਪੰਜਾਬ ਵੱਲ ਲੈ ਕੇ ਜਾਣਾ ਚਾਹੁੰਦੀ ਮੈਂ ਹੁਣ ਤੁਹਾਨੂੰ ਦਿੱਲੀ ਤੋਂ ਥੋੜ੍ਹਾ ਜਿਹਾ। ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੀ ਇਸ ਵੇਲੇ ਜਿਹੜੀ ਹਾਲਤ ਹੈ ਉਹ ਵੀ ਲੁਕੀ ਨਹੀਂ ਹੋਈ, ਉਹ ਵੀ ਸਟਰਗਲ ਕਰ ਰਹੀਆਂ ਨੇ, ਹੱਥ ਪੈਰ ਮਾਰ ਰਹੀਆਂ ਨੇ। ਕਾਲਜਿਸ ਬਹੁਤ ਸਾਰੇ ਬੰਦ ਹੋ ਗਏ ਆ, ਉੱਥੇ ਸਟੂਡੈਂਟਸ ਦੀ ਸੰਖਿਆ ਘੱਟ ਗਈ ਹੈਗੀ ਆ। ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਅਕੈਡਮਿਕ ਲੈਵਲ ਹੈ ਉਹ ਕਿੱਥੇ ਖੜਾ? ਦੇਖੋ, ਗੱਲ ਇਹ ਹੈ ਕਿ ਗਵਰਨਮੈਂਟ ਪਾਲਿਸੀਜ਼ ਦਾ ਹਮੇਸ਼ਾ ਸਾਰੇ ਇੰਸਟੀਟਿਊਸ਼ਨਾਂ 'ਤੇ ਅਸਰ ਪੈਂਦਾ ਹੈਗਾ। ਗਵਰਨਮੈਂਡ ਪਾਲਿਸੀਜ਼ ਇਸ ਤਰ੍ਹਾਂ ਦੀਆਂ ਕਿ ਪਬਲਿਕ ਯੂਨੀਵਰਸਿਟੀਜ਼ ਨੂੰ ਉਹਨਾਂ ਨੇ ਬਿਲਕੁਲ ਇੱਕ ਤਰੀਕੇ ਨਾਲ, ਖਾਸ ਤੌਰ 'ਤੇ ਇਹ ਸੈਡ ਫੈਕਟ ਹੈ, ਮੈਨੂੰ ਹੁਣ
ਬਾਹਰ ਰਹਿ ਕੇ ਗੱਲ ਕਹਿਣ ਤੇ ਮੈਨੂੰ ਇੱਕ ਗੱਲ ਬੜੀ ਦੂਸਰੀ ਜੀ ਵੀ ਨਹੀਂ ਸਮਝ ਆਉਂਦੀ ਕਿ ਜੇ ਮੈਂ ਇਹੀ ਗੱਲਾਂ ਪਟਿਆਲੇ ਰਹਿ ਕੇ ਕਰਾਂ, ਅੱਜ ਇੰਟਰਨੈਟ ਦੇ ਜ਼ਮਾਨੇ 'ਚ ਉਹ ਟੋਰਾਂਟੋ 'ਚ ਵੀ ਸੁਣੀ ਜਾਣੀਆਂ, ਪਰ ਜੇ ਮੈਂ ਟੋਰਾਂਟੋ ਦੇ ਵਿੱਚ ਬਹਿ ਕੇ ਕਹਿ ਰਿਹਾ ਤਾਂ ਮੇਰੇ ਤੇ ਕੱਲ ਨੂੰ ਇਹ ਇਲਜ਼ਾਮ ਵੀ ਲੱਗ ਸਕਦਾ ਕਿ ਸਾਡੇ ਮੁਲਕ ਨੂੰ ਬਦਨਾਮ ਕਰ ਰਿਹਾ ਹੈ। ਤੇ ਲੇਕਿਨ ਹਕੀਕਤ ਹੈ, ਚਾਹੇ ਟੋਰਾਂਟੋ ਰਹਿ ਕੇ ਕਹੋ ਤੇ ਚਾਹੇ ਤੁਸੀਂ ਲੁਧਿਆਣੇ ਰਹਿ ਕੇ ਕਹੋ। ਸੋ ਵਾਈ ਯੂ ਟਰਾਈ ਟੂ ਸੇ ਕਿ ਇੰਟਰਨੈਟ ਦੇ ਜ਼ਮਾਨੇ 'ਚ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉੱਥੇ ਕਈ ਗਲਤ ਹੈ ਤੇ ਇੱਥੇ ਕਈ ਗੱਲ ਸਹੀ ਹੈ। ਲੇਕਿਨ ਹਕੀਕਤ ਨੂੰ ਤਾਂ ਹਕੀਕਤ ਤੌਰ ਤੇ ਦੇਖਣਾ ਚਾਹੀਦਾ। ਪੰਜਾਬੀ ਯੂਨੀਵਰਸਿਟੀ 'ਚ ਇੰਨੀ ਸਟਰਗਲ ਚੱਲ ਰਹੀ ਹੈ, ਸਟੂਡੈਂਟ ਸਟਰਗਲ ਕਰ ਰਹੇ ਨੇ ਤੇ ਉਹ ਉਹਨਾਂ ਦੀ ਕ੍ਰਾਈਸਿਸ ਦੇ ਵਿੱਚ ਹੈਗੀ। ਹੁਣ ਉਹ ਸਾਰਾ ਡਾਟਾ ਜਿਹੜਾ ਸ਼ੋ ਕਰਦਾ ਕਿ ਕਿਸੇ ਵੇਲੇ ਪੰਜਾਬੀ ਯੂਨੀਵਰਸਿਟੀ ਨੂੰ 88% ਦੀ ਫਾਈਨੈਂਸ਼ੀਅਲ ਗ੍ਰਾਂਟ ਗਵਰਨਮੈਂਟ ਦਿੰਦੀ ਸੀਗੀ, ਅੱਜ ਉਹ ਘਟਾ ਕੇ 24% ਤੇ ਲੈ ਆਂਦੀ। ਪਰ ਹੁਣ ਇਸ ਸਿਚੁਏਸ਼ਨ 'ਚ ਹੋਣ ਕੀ ਜਾ ਰਿਹਾ? ਜ਼ਿਆਦਾ ਉਤਸੁਕਤਾ ਤਾਂ ਇਹੀ ਬਣੀ ਰਹਿੰਦੀ ਆ ਕਿ ਵੀ ਹੋਣਾ ਕੀ ਆ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਕਿ ਮੁਲਕ ਦੇ ਵਿੱਚ 1000 ਤੋਂ ਵੱਧ ਸਾਡੇ ਯੂਨੀਵਰਸਿਟੀਆਂ ਨੇ, ਔਰ ਉਹਨਾਂ 1000 ਤੋਂ ਵੱਧ ਯੂਨੀਵਰਸਿਟੀਆਂ ਦੇ ਵਿੱਚੋਂ ਕਰੀਬ 200 ਜਾਂ 250 ਸਟੇਟ ਸੈਕਟਰ ਦੀਆਂ ਯੂਨੀਵਰਸਿਟੀਆਂ ਨੇ। ਅੱਛਾ। ਉਹਦੇ ਵਿੱਚੋਂ ਸੈਂਟਰਲ ਯੂਨੀਵਰਸਿਟੀਆਂ 45 ਜਾਂ 50 ਦੇ ਕਰੀਬ ਤੁਸੀਂ ਕਹਿ ਸਕਦੇ ਹੋ, ਔਰ ਸਟੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਕਰੀਬ 200 ਦੇ ਕਰੀਬ ਨੇ। ਸਟੇਟ ਯੂਨੀਵਰਸਿਟੀਆਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਸਾਰੀਆਂ ਸਟੇਟਾਂ 'ਚ। ਅੱਛਾ। ਪੰਜਾਬ 'ਚ ਵੀ ਬਹੁਤ ਖਰਾਬ ਹੈ, ਬਾਕੀ ਸਭ ਜਗ੍ਹਾ ਖਰਾਬ ਹੈ। ਦੇ ਆਰ ਬੀਇੰਗ ਕੰਪੈਲਡ ਆਪਣੀਆਂ ਫੀਸਾਂ ਵਧਾਓ, ਸੈਲਫ ਫਾਈਨੈਂਸਿੰਗ ਕੋਰਸ ਚਲਾਓ, ਤੇ ਇੱਕ ਜਿਹੜਾ ਪਬਲਿਕ ਸੈਕਟਰ ਦਾ ਜਾਂ ਪਬਲਿਕ ਐਜੂਕੇਸ਼ਨ ਦਾ ਜਾਂ ਪਬਲਿਕ ਹੈਲਥ ਦਾ ਜਿਹੜੀ ਗਵਰਨਮੈਂਟ ਸਟੇਟ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਉਹ ਤੋਂ ਸਟੇਟ ਵਿਦਡਰੋ ਕਰ ਰਹੀ ਹੈ। ਜਿਹੜੀ ਨਵੀਆਂ ਪਾਰਟੀਆਂ ਜਿਹੜੀਆਂ ਕੁਛ ਪੈਦਾ ਹੋਈਆਂ ਨੇ, ਜਿਨ੍ਹਾਂ ਨੇ ਇਹ ਕਹਿ ਕੇ ਕਿ ਅਸੀਂ ਹੈਲਥ ਤੇ ਐਜੂਕੇਸ਼ਨ ਵੱਲ ਧਿਆਨ ਦੇਵਾਂਗੇ, ਐਕਚੁਅਲੀ ਲੋਕ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਸੀਗੇ ਕਿ ਇਸ ਥੋੜ੍ਹੀ ਜਿਹੀ ਰਿਲੀਫ ਨਾਲ ਹੀ ਦੇ ਹੈਵ ਫੈਲਟ ਕੁਆਇਟ ਅ ਬਿਟ ਆਫ ਰਿਲੀਫ। ਇਹ ਮੰਨਣਾ ਪਏਗਾ ਕਿ ਇਹਨਾਂ ਨੇ ਜਿਨ੍ਹਾਂ ਨੇ ਥੋੜ੍ਹਾ ਬਹੁਤਾ ਇਹ ਕੋਸ਼ਿਸ਼ ਕੀਤੀ ਹੈ। ਲੇਕਿਨ ਇਹ ਚੀਜ਼ ਹੈਗੀ ਹੈ ਕਿ ਜੇ ਤੁਸੀਂ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਨਾਲ ਜਾਂ ਪ੍ਰਾਈਵੇਟਾਈਜੇਸ਼ਨ ਆਫ ਹੈਲਥ ਨਾਲ ਪਬਲਿਕ ਜਾਂ ਇਹ ਕਹਿ ਲਓ ਵੀ ਜਿਹੜਾ ਸਧਾਰਨ ਨਾਗਰਿਕ ਹੈ ਉਹਦੀ ਹਾਲਤ ਬਹੁਤ ਜ਼ਿਆਦਾ ਤਰਸਦਾਰ ਹੈ। ਸਾਡੇ ਕੁਝ ਕਾਲਰਸ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ। ਹਾਂਜੀ, ਜਤਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਵਜੋਤ ਜੀ, ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਪਹਿਲੇ ਦਿਨ ਗੱਲ ਕਰਨ ਲੱਗਾ, ਮੈਂ ਬਹੁਤ ਚਿਰ ਦਾ ਟਾਸ਼ੂ ਗਿੱਲ ਹੋਣਾ ਦੇ ਨਾਲ ਹੀ ਉਹਨਾਂ ਦਾ ਮੈਚ ਹੁੰਦਾ ਹੁੰਦਾ ਹੈ ਨਾ, ਤੇ ਇਹ ਕੁਦਰਤੀ ਮੈਨੂੰ ਟਾਈਮ ਮਿਲਿਆ 2-3 ਹਫ਼ਤੇ ਏਦਾਂ ਘਰੇ ਰਹਿਣ ਦਾ। ਤੁਹਾਡਾ ਮੈਂ ਵੀ ਬਹੁਤ ਸੋਹਣਾ ਟਾਸ਼ ਹੁੰਦਾ, ਜਿੱਦਾਂ ਬੜੀ ਵਧੀਆ ਇੰਟਰਵਿਊ ਕਰਦੇ ਆ। ਨਾ ਮੈਨੂੰ ਮਤਲਬ ਕਿ ਗੱਲ ਕਰਨੀ ਆਉਂਦੀ ਵੀ ਕਿੱਦਾਂ ਕਰਨੀ ਹੈ ਕਿੱਦਾਂ ਨਹੀਂ, ਮੈਂ ਮਤਲਬ ਕਿ ਇਹੋ ਕਹਿੰਦਾ ਬਹੁਤ ਸੋਹਣੀ ਇੰਟਰਵਿਊ ਤੁਸੀਂ ਕੀਤੀ। ਬਾਕੀ ਇਹਨਾਂ ਨੂੰ ਮੇਰੀ ਨਾ ਇੱਕ ਦਿਲ ਦੀ ਗੱਲ ਹੀ ਉਹ ਤੁਸੀਂ ਪੁੱਛ ਲਈ ਤਾਂ ਮੈਂ ਕਾਲ ਕਰਦਾ ਹੁੰਦਾ। ਹਾਂਜੀ, ਤੁਸੀਂ ਕਿਹਾ ਕਿਤੇ ਦਬਾਅ ਥੱਲੇ ਤੇ ਨਹੀਂ ਕਰਨ ਦੇ, ਕਿਤੇ ਏਦਾਂ ਦੀ ਖੁੱਲ ਕੇ ਗੱਲ ਕਰੋ। ਕਿੱਡੀ ਵਧੀਆ ਇੰਟਰਵਿਊ ਦੇ ਰਹੇ ਆ, ਕਿੱਡੀ ਆ ਆਪਣੇ ਕਈ ਕਾਲਰ ਆਉਂਦੇ ਅੱਲਾ ਅੱਲਾ, ਮੈਂ ਕਹਿੰਦਾ ਆ ਇਹਨੇ ਏਦਾਂ ਕਹਿਤਾ, ਉਹਨੇ ਬਹੁਤ ਸੋਹਣੀ ਇੰਟਰਵਿਊ। ਥੈਂਕ ਯੂ ਜੀ, ਆਈ ਐਪਰੀਸ਼ੀਏਟ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਹਰ ਇੱਕ ਨੂੰ ਇਹ ਕਰਨੀ ਚਾਹੀਦੀ ਆ ਖੁੱਲ ਕੇ, ਬਸ ਬਹੁਤ ਸੋਹਣੀ। ਸ਼ੁਕਰੀਆ ਜੀ, ਸ਼ੁਕਰੀਆ। ਓਕੇ, ਕੁਲਵੰਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕੋ ਹੀ ਸਵਾਲ ਹੈ ਜੀ ਕਿ ਭਗਤ ਸਿੰਘ ਜੀ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਸੀ ਉਹਨਾਂ ਦੇ ਨਾਂ ਕੀ ਨੇ? ਭਗਤ ਸਿੰਘ। ਮੈਂ ਜਿਹੜੀ ਜੇਲ੍ਹ ਡਾਇਰੀ ਸੀ ਉਹਦਾ ਤੇ ਮੈਨੂੰ ਪਤਾ, ਜੇਲ੍ਹ ਡਾਇਰੀ ਮੈਂ ਪੜ੍ਹ ਚੁੱਕਿਆ। ਹੋਰ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਬਾਰੇ ਮੈਂ ਪੁੱਛਣਾ ਚਾਹੁੰਦਾ। ਕੁਲਵੰਤ ਸਿੰਘ ਜੀ, ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਵੈਸੇ ਇਹ ਸਵਾਲ ਤੁਸੀਂ ਉਸ ਦਿਨ ਡਾਕਟਰ ਸੁਮੇਲ ਸਿੰਘ ਹੁਣਾਂ ਨੂੰ ਵੀ ਕੀਤਾ ਸੀ, ਪਰ ਆਪਾਂ ਡਾਕਟਰ ਚਮਨ ਲਾਲ ਨੂੰ ਵੀ ਸੁਣਦੇ ਹਾਂ। ਧੰਨਵਾਦ ਤੁਹਾਡਾ। ਦੇਖੋ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਭਗਤ ਸਿੰਘ ਨੇ ਐਜ਼ ਸੱਚ ਕੋਈ ਕਿਤਾਬ ਨਹੀਂ ਲਿਖੀ, ਪਰ ਭਗਤ ਸਿੰਘ ਨੇ ਬਹੁਤ ਜ਼ਿਆਦਾ ਲਿਖਿਆ, ਔਰ ਜਿਹੜਾ ਉਹਦੀ ਜ਼ਿੰਦਗੀ ਦੇ ਦੌਰਾਨ ਵੀ ਛਪਦਾ ਰਿਹਾ। ਭਗਤ ਸਿੰਘ ਆਪਣੇ ਨਾਮ ਨਾਲ ਨਹੀਂ ਸੀ ਲਿਖਦਾ, ਉਹ ਛਦਮਨਾਮਾ ਨਾਲ ਲਿਖਦਾ ਸੀਗਾ ਜਾਂ ਤਾਂ ਉਹ ਕਿਰਤੀ ਅਖਬਾਰ ਨਿਕਲਦਾ ਸੀ ਪੰਜਾਬੀ 'ਚ 1926 ਤੋਂ ਨਿਕਲਿਆ ਸੀ ਅੰਮ੍ਰਿਤਸਰ ਤੋਂ। ਉਹਦੇ ਵਿੱਚ ਵੀ ਉਹਦੇ ਲੇਖ ਪੰਜਾਬੀ ਦੇ ਵਿੱਚ ਛਪਦੇ ਸੀ। ਆਹ ਅਛੂਤ ਸਮੱਸਿਆ ਵਾਲਾ ਲੇਖ, ਧਰਮਵਰ ਫਸਾਦ ਤੇ ਉਹਨਾਂ ਦਾ ਇਲਾਜ ਵਗੈਰਾ ਲੇਖ, ਇਹ ਉਹਦੇ ਬਹੁਤ ਵਧੀਆ ਵੱਡੇ ਲੇਖ ਜਿਹੜੇ ਉਹਨਾਂ 'ਚ ਛਪੇ ਹੋਏ ਨੇ। ਲੇਕਿਨ ਭਗਤ ਸਿੰਘ ਦੀਆਂ ਲਿਖਤਾਂ ਨੂੰ ਬਾਅਦ 'ਚ ਇਕੱਠੇ ਕਰਕੇ ਕਿਤਾਬਾਂ ਰੂਪ ਦੇ ਵਿੱਚ ਜ਼ਰੂਰ ਛਾਪਿਆ ਗਿਆ। ਉਹ ਮੈਂ ਤੁਹਾਨੂੰ ਉਹਦੀ ਥੋੜ੍ਹੀ ਜਿਹੀ ਤਫਸੀਲ ਦੇ ਦਿੰਦਾ ਕਿ 1974 ਦੇ ਵਿੱਚ ਪਹਿਲੀ ਵਾਰੀ ਅਮਰਜੀਤ ਚੰਦਨ ਨੇ, ਸਾਡੇ ਪੰਜਾਬੀ ਸ਼ਾਇਰ ਨੇ, ਇੰਗਲੈਂਡ ਰਹਿੰਦੇ ਨੇ, ਉਹਨਾਂ ਨੇ ਲਿਖਤਾਂ ਸ਼ੀਰਸ਼ਕ ਥੱਲੇ, ਸਿਰਲੇਖ ਥੱਲੇ ਭਗਤ ਸਿੰਘ ਦੇ 28-29 ਲੇਖ, ਲਖਤ ਵਗੈਰਾ ਇਕੱਠੇ ਕਰਕੇ ਛਾਪੇ ਸੀ। ਭਗਤ ਸਿੰਘ, ਇਹ ਭਾਜੀ ਗੁਰਸ਼ਰਨ ਸਿੰਘ ਨੇ ਕਿਤਾਬ ਛਾਪੀ ਸੀਗੀ। ਔਰ ਉਸ ਤੋਂ ਬਾਅਦ 1977 ਦੇ ਵਿੱਚ ਭਗਤ ਸਿੰਘ ਹੋਰਾਂ ਦੀ ਭਤੀਜੀ ਵਰਿੰਦਰ ਸੰਧੂ ਨੇ ਹਿੰਦੀ ਦੇ ਵਿੱਚ ਪੱਤਰ ਔਰ ਦਸਤਾਵੇਜ਼ ਕਰਕੇ ਉਹ 27-28 ਲੇਖ ਉਹਨਾਂ ਨੇ ਵੀ ਉਹਦੇ 'ਚ ਇਕੱਠੇ ਕੀਤੇ ਸੀਗੇ।
ਉਸ ਤੋਂ ਬਾਅਦ 1984 ਦੇ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਨੇ, ਜਿਹੜੇ ਭਗਤ ਸਿੰਘ ਦੇ ਭਾਂਜੇ ਨੇ, ਉਹਨਾਂ ਨੇ ਕਰੀਬਨ ਭਗਤ ਸਿੰਘ ਦੇ 60-65 ਲੇਖ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਦਸਤਾਵੇਜ਼ ਕਰਕੇ ਛਾਪੇ ਸੀ, ਜਿਹਦੇ 'ਚ ਸੁਖਦੇਵ ਤੇ ਭਗਤੀ ਚਰਨ ਵੋਹਰਾ ਵਗੈਰਾ ਦੇ ਲੇਖ ਵੀ ਸ਼ਾਮਿਲ ਸੀਗੇ। ਉਹੀ ਕਿਤਾਬ ਹਿੰਦੀ ਦੇ ਵਿੱਚ ਮੈਂ ਤੇ ਜਗਮੋਹਨ ਸਿੰਘ ਦੇ ਸਾਂਝੇ ਸੰਪਾਦਨ ਦੇ ਵਿੱਚ ਭਗਤ ਸਿੰਘ ਔਰ ਉਨਕੇ ਸਾਥੀਆਂ ਕੇ ਦਸਤਾਵੇਜ਼ ਕਰਕੇ 1986 ਦੇ ਵਿੱਚ ਛਪੀ ਸੀ ਔਰ ਉਹਦੇ 30 ਤੋਂ ਵੱਧ ਐਡੀਸ਼ਨ ਨਿਕਲ ਚੁੱਕੇ ਨੇ। ਔਰ ਇਸੇ ਤਰੀਕੇ ਨਾਲ ਸ਼ਿਵ ਵਰਮਾ ਭਗਤ ਸਿੰਘ ਹੋਰਾਂ ਦੇ ਸਾਥੀ ਸੀ। ਇਹ ਸਾਰੀ ਇਨਫੋਰਮੇਸ਼ਨ ਇਕੱਠੀ ਕਿਤੇ ਹੈ, ਕਿਤੇ ਇੰਟਰਨੈਟ ਤੇ ਮੌਜੂਦ ਪਈ ਹੈ? ਇਹ ਮੇਰੇ ਬਲੌਗਾਂ ਤੇ ਪਈ ਹੈ, ਮਤਲਬ ਮਾਈ ਓਨ ਬਲੌਗ ਭਗਤ ਸਿੰਘ ਸਟੱਡੀ ਬਲੌਗ ਤੇ ਸ਼ਾਇਦ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਤੇ ਉਹਨਾਂ ਨੇ ਸਿਲੈਕਟਡ ਰਾਈਟਿੰਗਸ ਆਫ ਭਗਤ ਸਿੰਘ ਔਰ ਭਗਤ ਸਿੰਘ ਦੀ ਚੁਣਿੰਦਾ ਰਚਨਾएं ਕਰਕੇ 28-29 ਕਰੀਬ ਉਹਨਾਂ ਨੇ ਵੀ ਇਹ ਜਿਹੜੇ ਰਾਈਟਿੰਗ ਕਲੈਕਟ ਕੀਤੀਆਂ ਸੀਗੀਆਂ। ਲੇਕਿਨ ਉਸ ਤੋਂ ਬਾਅਦ ਮੈਂ ਇਕੱਲੇ ਨੇ ਸਿਰਫ ਭਗਤ ਸਿੰਘ ਦੀਆਂ ਲਿਖਤਾਂ 'ਤੇ ਕੰਸੈਂਟਰੇਟ ਕੀਤਾ ਅਤੇ 2004 ਦੇ ਵਿੱਚ ਸਰਦਾਰ ਕੁਲਤਾਰ ਸਿੰਘ ਭਗਤ ਸਿੰਘ ਦੇ ਛੋਟੇ ਭਰਾ ਦੀ ਭੂਮਿਕਾ ਦੇ ਨਾਲ ਭਗਤ ਸਿੰਘ ਕੇ ਸੰਪੂਰਨ ਦਸਤਾਵੇਜ਼ ਆਈ ਆਧਾਰ ਪ੍ਰਕਾਸ਼ਨ ਤੋਂ। ਉਹਦੇ 'ਚ ਮੈਂ ਕਰੀਬ 85 ਦੇ ਕਰੀਬ ਭਗਤ ਸਿੰਘ ਦੇ ਡਾਕੂਮੈਂਟਸ ਰਾਈਟਿੰਗ ਇਹ ਲੱਭਣੀਆਂ ਪੈਂਦੀਆਂ ਨੇ, ਲਗਾਤਾਰ ਲੱਭੀਆਂ ਜਾ ਰਹੀਆਂ ਨੇ ਭਗਤ ਸਿੰਘ ਦੀਆਂ ਲਿਖਤੀਆਂ। ਔਰ 2007 ਦੇ ਵਿੱਚ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਭਗਤ ਸਿੰਘ ਦੀ ਜਨਮ ਸ਼ਤਾਬਦੀ ਬਣਾਈ ਹੈ, ਉਦੋਂ ਮੈਨੂੰ ਅਸਾਈਨ ਕੀਤਾ ਤਾਂ ਸ਼ਹੀਦ ਭਗਤ ਸਿੰਘ ਦਸਤਾਵੇਜ਼ੋਂ ਕੇ ਆਈਨੇ ਮੇਂ ਕਰਕੇ ਉਹਦੇ 'ਚ ਉਸ ਵੇਲੇ ਤੱਕ ਮੈਂ 100 ਲਿਖਤਾਂ, ਮਤਲਬ 100 ਲਿਖਤਾਂ ਜਿਹਦੇ 'ਚ ਖੱਤ, ਅਦਾਲਤਾਂ ਦੇ ਬਿਆਨ, ਤਾਰਾਂ, ਲੇਖ, ਸਭ ਕੁਛ ਮਿਲਾ ਜੁਲਾ ਕੇ। ਐਂਡ ਦੈਨ ਉਸ ਤੋਂ ਬਾਅਦ ਉਸੇ ਕਿਤਾਬ ਨੂੰ 2020 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ 4 ਵੋਲੀਅਮ ਦੇ ਵਿੱਚ, ਕਿਉਂਕਿ ਬਾਈ ਦੈਟ ਟਾਈਮ ਆਈ ਹੈਡ ਕਲੈਕਟਡ ਅਬਾਊਟ 130 ਡਾਕੂਮੈਂਟਸ। ਔਰ ਅੰਗਰੇਜ਼ੀ ਦੇ ਵਿੱਚ 2019 ਦੇ ਵਿੱਚ ਮੇਰੀ ਹਾਰਪਰ ਕੋਲਿਨ ਤੋਂ ਇੰਟਰਨੈਸ਼ਨਲ ਐਡੀਸ਼ਨ ਆਇਆ ਕਿਤਾਬ ਦਾ, ਦੀ ਭਗਤ ਸਿੰਘ ਰੀਡਰ। ਉਹਦੇ ਵਿੱਚ ਮੈਂ 130 ਡਾਕੂਮੈਂਟਸ ਜਿਹੜੇ ਇਨਕਲੂਡ ਕੀਤੇ ਹੋਏ ਨੇ ਔਰ ਉਹਦੇ ਨਾਲ ਭਗਤ ਸਿੰਘ ਨਾਲ ਸੰਬੰਧਿਤ ਹੋਰ ਬਹੁਤ ਸਾਰਾ ਮਟੀਰੀਅਲ ਇਨਕਲੂਡ ਕੀਤਾ ਹੋਇਆ, ਜਿਹਦੇ ਵਿੱਚ 550 ਤੋਂ ਵੱਧ ਕਿਤਾਬਾਂ ਜਿਹੜੀਆਂ ਭਗਤ ਸਿੰਘ ਬਾਰੇ ਛਪੀਆਂ ਨੇ ਹਿੰਦੁਸਤਾਨ ਦੀਆਂ 18 ਜ਼ਬਾਨਾਂ 'ਚ ਤੇ ਇਨਕਲੂਡਿੰਗ ਵਿਦੇਸ਼ੀ ਜ਼ਬਾਨਾਂ 'ਚ। ਈਵਨ ਫਰੈਂਚ ਦੇ ਵਿੱਚ ਜਿਹੜੀ ਭਗਤ ਸਿੰਘ ਦੀ ਕਿਤਾਬ ਹੈ ਵਾਈ ਮੈਨ ਏਥੀਸਟ, ਇਹਦਾ ਫਰੈਂਚ ਟਰਾਂਸਲੇਸ਼ਨ ਛਪਿਆ ਹੋਇਆ, ਬੜੀ ਸੋਹਣੀ ਕਿਤਾਬ ਦੇ ਰੂਪ ਵਿੱਚ ਛਪਿਆ ਹੋਇਆ। ਜੀ ਡਾਕਟਰ ਸਾਹਿਬ, ਆਪਾਂ ਇੱਕ ਕਾਲਰ ਹੋਰ ਲੈ ਲਈਏ ਕੁਇਕਲੀ। ਹਾਂਜੀ, ਪਰਮਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬੜੀ ਭਾਜੀ ਹੁਣੀ ਸੋਹਣੀ ਗੱਲਬਾਤ ਕਰ ਰਹੇ ਆ, ਬੜਾ ਖੁਸ਼ ਵੀ ਹੋ ਰਿਹਾ ਮਨ। ਪਰ ਅੱਜ ਕੱਲ ਪੰਜਾਬ ਦੀ ਸਿਚੁਏਸ਼ਨ ਤਾਂ ਜਿਹੜੀ ਇਹ ਰਹੀ ਹੈ ਵੀ ਜੋ ਮੋਸਟਲੀ ਲੋਕਾਂ ਤੋਂ ਸੁਣਿਆ ਵੀ ਜਾ ਰਿਹਾ, ਜੋ ਮੀਡੀਆ 'ਚੋਂ, ਵੀ ਪੜ੍ਹਨਾ ਲਿਖਣਾ ਚਾਹੀਦਾ ਹੀ ਨਹੀਂ, ਇਹਦੀ ਲੋੜ ਹੀ ਨਹੀਂ ਹੈਗੀ, ਵੀ 4 ਬੱਚੇ ਪੈਦਾ ਕਰੋ, ਉਹਨੂੰ ਜ਼ਿਆਦਾ ਕਮੈਂਟ ਜੈਸ 'ਚ ਕਰ ਰਹੇ ਆ ਵੀ ਪੜ੍ਹਾਈ ਦੀ ਲੋੜ ਹੀ ਨਹੀਂ ਗੀ, ਇਹ ਪੜ੍ਹਾਈਆਂ ਕੀ ਕਰਨੀਆਂ। ਇਹ ਤੁਹਾਡਾ ਕਹਿਣਾ ਜਾਂ ਤੁਸੀਂ ਕਿਸੇ ਦੀ ਗੱਲ ਦੱਸ ਰਹੇ ਹੋ? ਪਰ ਅੱਜ ਕੱਲ੍ਹ ਕਮੈਂਟਾਂ ਦੇ ਵਿੱਚੋਂ ਜੋ ਸੁਣ ਰਹੇ ਆ, ਜੋ ਮੈਂ ਦੇਖ ਰਿਹਾ, ਮੋਸਟਲੀ ਇੱਦਾਂ ਹੀ ਫੀਲ ਹੋ ਰਿਹਾ ਵੀ ਪੜ੍ਹਾਈ ਜਿਹੜੀ ਕਰਨੀ ਨਹੀਂ ਚਾਹੀਦੀ ਹੈਗੀ। ਮਤਲਬ ਓਕੇ। The Navjot Tillu Show, only on AM 600, Sher-e Punjab. ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਮੇਰੇ ਨਾਲ ਡਾਕਟਰ ਚਮਨ ਲਾਲ, ਇਹਨਾਂ ਦੇ ਨਾਲ ਆਪਾਂ ਲੰਬੀ ਗੱਲਬਾਤ ਕੀਤੀ। ਬਹੁਤ ਸਾਰੀਆਂ ਗੱਲਾਂ ਹੋਰ ਹੋ ਸਕਦੀਆਂ ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਡਾਕਟਰ ਚਮਨ ਲਾਲ ਜੀ, ਸਾਡੇ ਲਿਸਨਰ ਇੱਕ ਸਵਾਲ ਕਰਕੇ ਗਏ ਸੀ ਲਾਈਟ ਜੇ ਮੂਡ ਦੇ ਵਿੱਚ ਆ ਕੇ, ਕਹਿੰਦੇ ਸੀ ਵੀ ਪ੍ਰਚਾਰ ਤਾਂ ਇਹ ਹੋ ਰਿਹਾ ਕਿ ਕੋਈ ਪੜ੍ਹਨ ਲਿਖਣ ਦੀ ਲੋੜ ਨਹੀਂ ਹੈ, ਪਰ ਸਾਨੂੰ ਤੁਹਾਡੀਆਂ ਗੱਲਾਂ ਦਾ ਆਨੰਦ ਆ ਰਿਹਾ। ਗੱਲ ਇਹ ਹੈ ਕਿ ਤੁਹਾਨੂੰ ਮੈਂ ਬਿਲਕੁਲ ਵੱਖਰੇ ਟ੍ਰੈਂਡ ਦੱਸਦਾ। ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਬੁੱਕ ਫੇਅਰ ਬਹੁਤ ਲੱਗਦੇ ਨੇ। ਅੱਛਾ। ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੀ ਬੁੱਕ ਫੇਅਰ ਲੱਗਦਾ ਹੈ ਹਰ ਸਾਲ ਗਦਰੀ ਬਾਬੇ ਦੇ ਮੇਲੇ ਵੇਲੇ। ਬਿਲਕੁਲ। ਉਹ ਇੱਥੋਂ ਤੱਕ ਕਿ ਪੰਜਾਬ ਤੋਂ ਬਾਹਰਲੇ ਪ੍ਰਕਾਸ਼ਕ ਵੀ ਆਉਂਦੇ ਨੇ ਉੱਥੇ, ਔਰ ਉੱਥੇ ਲੱਖਾਂ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ 3-4 ਦਿਨ 'ਚ ਵਿਕ ਜਾਂਦੀਆਂ ਨੇ ਉੱਥੇ। ਉਹ ਲੋਕੀ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ ਨੇ ਉਹਦੇ ਬਾਰੇ ਤਾਂ ਮੈਂ ਜ਼ਿਆਦਾ ਦਾਅਵੇ ਨਾਲ ਨਹੀਂ ਕੁਛ ਕਹੂੰਗਾ, ਲੇਕਿਨ ਇੰਨਾ ਮੈਨੂੰ ਜ਼ਰੂਰ ਪਤਾ ਕਿ ਜਿੰਨੇ ਹਿੰਦੁਸਤਾਨ 'ਚ ਪੁਸਤਕ ਮੇਲੇ ਲੱਗਦੇ ਨੇ, ਵਰਲਡ ਬੁੱਕ ਫੇਅਰ ਹੁਣੇ ਲੱਗ ਕੇ ਹਟਿਆ, ਕਈ 3 ਸਾਲਾਂ ਬਾਅਦ ਲੱਗਿਆ, ਉੱਥੇ ਕਰੋੜਾਂ ਰੁਪਏ ਦੀਆਂ ਕਿਤਾਬਾਂ ਵਿਕੀਆਂ ਨੇ। ਮਤਲਬ ਇਹ ਦੁਨੀਆ ਭਰ ਦੇ ਵਿੱਚ ਇਹ ਸੋਚਣ ਵਾਲੀ ਗੱਲ ਹੈ ਕਿ ਕੁਛ ਤਾਂ ਡਿਵੈਲਪਮੈਂਟਸ ਇਹੋ ਜਿਹੀਆਂ ਨੇ ਜਿਹਦੇ ਤੋਂ ਸਮਝਣਾ ਚਾਹੀਦਾ ਕਿ ਕੀ ਵਾਕਈ ਪੜ੍ਹਨਾ ਖਤਮ ਹੋ ਰਿਹਾ ਜਾਂ ਪੜ੍ਹਨ ਦੇ ਤਰੀਕੇ ਖਤਮ ਹੋ ਰਹੇ ਨੇ। ਦੇਖੋ, ਇੰਟਰਨੈਟ ਆਉਣ ਤੋਂ ਬਾਅਦ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਰਾਹੀਂ ਵੀ ਈ ਬੁੱਕਸ ਆਉਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਬਿਲਕੁਲ। ਕਿੰਡਲ ਤੇ ਬੁੱਕਸ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਲੋਕ ਘਰਾਂ 'ਚ ਇੱਕ ਕਮਰਾ ਬੁੱਕ ਦਾ ਨਹੀਂ ਬਣਾਉਣਾ ਚਾਹੁੰਦੇ, ਇੱਕ ਕਿੰਡਲ 'ਚ ਹੀ ਉਹਨੀਆਂ ਕਿਤਾਬਾਂ ਇਕੱਠੀਆਂ 1000 ਤੁਸੀਂ ਰੱਖ ਸਕਦੇ ਹੋ।
ਤੇ ਨਵੀਂ ਪੀੜ੍ਹੀ ਹੈ ਜਿਹੜੀ, ਇਹ ਅਖਬਾਰ ਜਾਂ ਇਹ ਆਪਣਾ ਕਿਤਾਬਾਂ ਬਹੁਤ ਵਾਰੀ ਕਿੰਡਲ ਤੋਂ ਪੜ੍ਹਦੀ ਹੈ। ਸੋ ਪੜ੍ਹਨ ਦੇ ਸਾਡੇ ਤਰੀਕੇ ਬਦਲ ਗਏ ਆ, ਤਰੀਕੇ ਬਦਲੇ ਆ। ਔਰ ਪਰ ਇਹ ਵੀ ਸੱਚ ਹੈ ਕਿ ਜੋ ਨੌਲੇਜ ਪ੍ਰਤੀ ਤੇ ਕਿਤਾਬਾਂ ਪ੍ਰਤੀ ਮਤਲਬ ਇੱਕ ਡਿਸਪੈਸ਼ਨਿਸਟ ਕਿਸਮ ਦੀ ਪਹਿਲਾਂ ਕਰੇਜ਼ ਸੀ, ਜਾਂ ਕਹਿ ਲਓ ਵੀ ਅਟਰੈਕਸ਼ਨ ਸੀਗੀ, ਹੁਣ ਉਹ ਘਟੀ ਹੈ। ਹੁਣ ਸਿਰਫ ਪ੍ਰੋਫੈਸ਼ਨਲ ਸਕਿੱਲ ਵਾਸਤੇ ਪੜ੍ਹਨਾ ਜ਼ਿਆਦਾ ਹੋਇਆ। ਉਹਦੇ 'ਚ ਹੈ ਕਿ ਤੁਸੀਂ ਕੰਪਿਊਟਰ ਦਾ ਕਰ ਰਹੇ ਹੋ, ਤੁਸੀਂ ਕਿਸੇ ਪ੍ਰੋਫੈਸ਼ਨ 'ਚੋਂ ਉਸ ਪ੍ਰੋਫੈਸ਼ਨ ਦੀਆਂ ਕੁਛ ਕਿਤਾਬਾਂ ਜਾਂ ਤੁਸੀਂ ਇੰਟਰਨੈਟ 'ਤੇ ਪੜ੍ਹਦੇ ਹੋ। ਲੇਕਿਨ ਪਹਿਲਾ ਦੌਰ ਸੀ ਜਦੋਂ ਕਿਸੇ ਵੀ ਪ੍ਰੋਫੈਸ਼ਨ 'ਚ ਹੋਵੇ ਬੰਦਾ, ਉਹਨੂੰ ਆਪਣੀ ਇੱਕ ਐਨਰਿਚਮੈਂਟ ਪਿੱਛੇ ਲਿਟਰੇਚਰ ਪੜ੍ਹਨ ਦੀ, ਨਾਵਲ ਪੜ੍ਹਨ ਦੀ, ਟੋਲਸਟਾਏ ਪੜ੍ਹਨ ਦੀ, ਦੋਸਤੋਵਸਕੀ ਪੜ੍ਹਨ ਦੀ, ਹੋਰ ਰਾਈਟਰ ਪੜ੍ਹਨ ਦੀ, ਸਾਇੰਸ ਪੜ੍ਹਨ ਦੀ, ਇਹਨਾਂ ਸਾਰਿਆਂ ਦੀ ਦਿਲਚਸਪੀ ਹੁੰਦੀ ਸੀ ਕਿਉਂਕਿ ਉਹਦੇ ਨਾਲ ਪਰਸਨੈਲਿਟੀ ਐਨਰਿਚ ਹੁੰਦੀ ਸੀ। ਹੁਣ ਦੀ ਜਿਹੜੀ ਸੀਮਾ ਆਈ ਹੈ ਉਹ ਇਹ ਆਈ ਹੈ ਕਿ ਹੁਣ ਲੋਕੀ ਸਿਰਫ ਆਪਣੇ ਲੋੜ ਦੀ ਚੀਜ਼ ਪੜ੍ਹਨ ਤੱਕ ਸੀਮਿਤ ਹੋ ਗਏ। ਅਖਬਾਰ ਵੀ ਬਹੁਤਾ ਨਹੀਂ ਪੜ੍ਹਦੇ ਹੈਗੇ, ਅਖਬਾਰ ਵੀ ਟਵਿੱਟਰ ਤੋਂ ਦੇਖ ਲਿਆ, ਇੱਥੋਂ ਦੇਖ ਲਿਆ, ਉੱਥੋਂ ਦੇਖ ਲਿਆ। ਸੋ ਇਹ ਬੜਾ ਕੰਪਲੈਕਸ ਜਿਹਾ ਪ੍ਰੋਸੈਸ ਹੈ। ਇਹ ਪ੍ਰੋਸੈਸ ਕਿੱਥੇ ਜਾ ਕੇ ਮੁੱਕੂਗਾ ਕਹਿ ਨਹੀਂ ਸਕਦੇ ਜੀ, ਬਟ ਇੰਟਰਨੈਟ ਨੇ ਬਹੁਤ ਫਾਇਦਾ ਕੀਤਾ ਤੇ ਬਹੁਤ ਨੁਕਸਾਨ ਕੀਤਾ, ਦੋਵੇਂ ਕੀਤੇ ਨੇ। ਡਾਕਟਰ ਚਮਨ ਲਾਲ ਜੀ, ਸਾਰੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਸ਼ੁਕਰੀਆ, ਤੁਹਾਡੇ ਵੀ ਦਰਸ਼ਕਾਂ ਨੂੰ ਸ਼ੁਕਰੀਆ। ਤੇ ਹੁਣ ਮੈਂ ਆਪਣੇ ਨਾਲ ਕੁਝ ਮਿੰਟਾਂ ਦੇ ਲਈ ਸ਼ਾਮਿਲ ਕਰਨਾ ਪਰਮਿੰਦਰ ਸਵੈਚ ਹੁਣਾਂ ਨੂੰ। ਪਰਮਿੰਦਰ ਸਵੈਚ ਹੁਣਾਂ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਇੱਕ 23 ਮਾਰਚ ਦੇ ਸ਼ਹੀਦਾਂ ਦੇ ਲਈ ਸ਼ਰਧਾਂਜਲੀ ਸਮਾਰੋਹ ਕੀਤਾ ਜਾ ਰਿਹਾ ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ। ਉਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਪਰਮਿੰਦਰ ਸਵੈਚ ਜੀ ਸਟੂਡੀਓ 'ਚ ਨੇ। ਪਰਮਿੰਦਰ ਜੀ, ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਨਵਜੋਤ, ਤੁਹਾਡਾ ਵੀ ਤੇ ਸ਼ੇਰੇ ਪੰਜਾਬ ਦਾ ਵੀ, ਜਿਹੜਾ ਕਿ ਅਸੀਂ ਹਰ ਗੱਲ ਦੇ ਲਈ ਹਰ ਸਮੇਂ ਸਾਡਾ ਸਾਥ ਦਿੰਦੇ ਹੋ। ਸੋ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਜੇ ਸਾਨੂੰ ਬਰੀਫ ਕਰ ਸਕੋ, ਕਿਹੜੇ ਦਿਨ ਆ ਤੇ ਕੀ ਕੀ ਐਕਟੀਵਿਟੀਜ਼ ਹੋਣ ਜਾ ਰਹੀਆਂ? ਹਾਂਜੀ, ਇਹ ਅਸੀਂ 2 ਅਪ੍ਰੈਲ ਨੂੰ ਪ੍ਰੋਗਰਾਮ ਹੋਣ ਜਾ ਰਿਹਾ, ਕਿਉਂਕਿ ਤਰਕਸ਼ੀਲ ਸੁਸਾਇਟੀ ਹਮੇਸ਼ਾ ਹੀ ਅਸੀਂ ਸਾਲ ਦੇ ਵਿੱਚ 2 ਪ੍ਰੋਗਰਾਮ ਕਰਦੀ ਹੈ। ਅੱਛਾ। ਸੋ ਇਹ ਅਸੀਂ ਹਮੇਸ਼ਾ ਕਰਦੇ ਹਾਂ, ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਕਰਦੇ ਹੁੰਦੇ ਆ, ਕਿਉਂਕਿ ਮਾਰਚ ਦਾ ਮਹੀਨਾ ਇਹਦੇ ਵਿੱਚ ਵੂਮਨ ਡੇ ਵੀ ਆ ਜਾਂਦਾ ਹੈ ਤੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਉਹ ਵੀ ਬਰਸੀ ਵੀ ਆ ਜਾਂਦੀ ਹੈ। ਸੋ ਇਹ ਐਕਤੀ ਦਾ ਜਿਹੜਾ ਪ੍ਰੋਗਰਾਮ ਹੈ ਇਹ ਦੋਨਾਂ ਨੂੰ ਹੀ ਸਮਰਪਿਤ ਹੈ। ਸੋ ਇਸੇ ਕਰਕੇ ਅਸੀਂ ਆਪਣੇ ਪ੍ਰੋਫੈਸਰ ਚਮਨ ਲਾਲ ਉਹਨਾਂ ਨੂੰ ਸੱਦਿਆ, ਕਿਉਂਕਿ ਹੁਣ ਭਗਤ ਸਿੰਘ ਬਾਰੇ ਬਹੁਤ ਸਾਰੀਆਂ ਗੱਲਾਂ ਤਾਂ ਅਸੀਂ ਸੁਣਦੇ ਹਾਂ, ਪਰ ਉਹਨਾਂ ਦੀ ਜਿਹੜੀ ਆਈਡੀਆਲੋਜੀ ਆ ਜਾਂ ਉਹਨਾਂ ਨੂੰ ਬਹੁਤ ਡੂੰਘਾਈ ਤੱਕ ਜਾਣ ਦੀ ਸਾਨੂੰ ਲੋੜ ਆ ਵੀ ਅਸੀਂ ਇਹੋ ਜਿਹੇ ਜਿਹੜੇ ਵਿਦਵਾਨ ਨੇ ਉਹਨਾਂ ਦੀ ਅਸੀਂ ਗੱਲਬਾਤ ਸੁਣ ਸਕੀਏ। ਸੋ ਅਸੀਂ ਇਹਨਾਂ ਨੂੰ ਇਸੇ ਕਰਕੇ ਸੱਦਿਆ ਹੈਗਾ। ਤੇ ਇਹਨਾਂ ਦਾ ਵੀ ਲੈਕਚਰ ਹੋਏਗਾ? ਹਾਂਜੀ, ਇਹਨਾਂ ਦਾ ਲੈਕਚਰ ਵੀ ਹੋਵੇਗਾ। ਤੇ ਇਸ ਤੋਂ ਇਲਾਵਾ ਤੁਸੀਂ ਵਿਮਨ ਡੇ ਦੀ ਗੱਲ ਕੀਤੀ ਹੈ? ਵਿਮਨ ਡੇ ਦੀ ਗੱਲ ਕੀਤੀ ਹੈਗੀ ਆ, ਤਾਂ ਉਹਦੇ ਲਈ ਨਾਟਕ ਕਰਨ ਆ ਰਹੇ ਨੇ ਅਨੀਤਾ ਸ਼ਬਦੀਸ਼। ਮੇਰਾ ਖਿਆਲ ਆ ਉਹਨੂੰ ਬਹੁਤ ਸਾਰੇ ਲੋਕ ਜਾਣਦੇ ਨੇ, ਜਿਹੜੇ ਲੋਕ ਨਾਟਕਾਂ ਨਾਲ ਜੁੜੇ ਹੋਏ ਨੇ, ਚਾਹੇ ਫਿਲਮਾਂ ਨਾਲ ਜੁੜੇ ਹੋਏ ਨੇ। ਤਾਂ ਦਿੱਲੀ ਰੋਡ ਤੇ ਇੱਕ ਹਾਦਸਾ ਮੇਰੇ ਖਿਆਲ ਉਹ ਪਿਛਲੇ ਸਾਲ ਅਕਤੂਬਰ ਨਵੰਬਰ 'ਚ ਇੱਥੇ ਕਰਕੇ ਗਏ ਆ, ਦਿੱਲੀ ਰੋਡ ਤੇ ਇੱਕ ਹਾਦਸਾ। ਪਰ ਹੁਣ ਉਹਨਾਂ ਨੇ ਨਵਾਂ ਨਾਟਕ ਹੈ ਗੁੰਮਸ਼ੁਦਾ ਔਰਤ, ਉਹ ਕਰਨਾ ਹੈਗਾ ਤੇ ਬਹੁਤ ਵਧੀਆ ਨਾਟਕ ਹੈ ਤੇ ਅਸੀਂ ਉਹਨਾਂ ਨੂੰ ਲੈ ਕੇ ਆ ਰਹੇ ਹਾਂ। ਤੇ ਉਹ ਤੋਂ ਇਲਾਵਾ ਸਾਡੇ ਇਹ ਸੋਲੋ ਨਾਟਕ ਹੋਣਾ, ਇਕੱਲਿਆਂ ਨਹੀਂ ਕਰਨਾ ਉਹਨਾਂ ਨੇ? ਨਾਟਕ ਹੈ ਸੋਲੋ, ਹਾਂਜੀ। ਤੇ ਉਹ ਤੋਂ ਇਲਾਵਾ ਸਾਡੀ ਟੀਮ ਦੇ ਮੈਂਬਰ ਨੇ ਸਰਬਜੀਤ ਉਖਲਾ, ਉਹ ਕਰਨਗੇ ਥੋੜਾ ਟ੍ਰਿਕਾਂ ਦੇ ਨਾਲ ਐਂਟਰਟੇਨਮੈਂਟ ਕਰਨਗੇ ਲੋਕਾਂ ਦਾ, ਵੀ ਅਸਲ ਵਿੱਚ ਕਿੱਦਾਂ ਮਤਲਬ ਜਿਹੜੇ ਹੈਗੇ ਲੋਕ ਬਾਬੇ ਜਾਂ ਜੋਤਸ਼ੀ ਜਾਂ ਕਿਵੇਂ ਆ ਲੋਕ ਜਾਦੂ ਟੂਣਾ ਜਿਹੜਾ ਪ੍ਰਮੋਟ ਕੀਤਾ ਜਾਂਦਾ ਕਰਦੇ ਆ। ਸੋ ਜਾਦੂ ਟੂਣਿਆਂ ਦੇ ਅਸਲ ਦੇ ਵਿੱਚ ਪਿੱਛੇ ਕੀ ਲੁਕਿਆ ਹੋਇਆ, ਕੁਝ ਉਹ ਦਿਖਾਉਣ ਦੀ ਕੋਸ਼ਿਸ਼ ਕਰਨੀ ਉਹਨਾਂ ਨੇ। ਹਾਂਜੀ, ਉਹ ਦੱਸਣਗੇ। ਹੋਣਗੇ ਉਹ ਵੀ ਜਾਦੂ ਦੇ ਟ੍ਰਿਕ ਹੋਣਗੇ। ਹਾਂਜੀ, ਹੋਣਗੇ ਉਹ ਵੀ ਜਾਦੂ ਦੇ ਟ੍ਰਿਕ, ਪਰ ਉਹਦੇ ਤੇ ਅਸੀਂ ਇੱਕ ਹੋਰ ਵੀ ਇਹ ਗੱਲ ਦੀ, ਜਿਵੇਂ ਹੁਣ ਅੱਜ ਨਵਜੋਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਸ਼ੇਰੇ ਪੰਜਾਬ ਹਮੇਸ਼ਾ ਸਾਡੀ ਇਸ ਗੱਲ ਦੇ ਲਈ ਹੈਲਪ ਕਰਦਾ ਵੀ ਅਸੀਂ ਲੋਕਾਂ ਤੱਕ ਪਹੁੰਚ ਕਰ ਸਕੀਏ। ਤੇ ਪੰਜਾਬ ਬੈਂਕਟ ਹਾਲ ਨੇ ਵੀ ਸਾਨੂੰ ਫ੍ਰੀ ਦੇ ਵਿੱਚ ਹਾਲ ਦਿੱਤਾ ਹੈ। ਵਾਹ, ਅੱਛਾ। ਹਾਂਜੀ, ਸਾਨੂੰ ਇਸ ਗੱਲ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਪੰਜਾਬ ਬੈਂਕਟ ਹਾਲ ਦੇ ਵਿੱਚ 2 ਅਪ੍ਰੈਲ ਨੂੰ ਇਹ ਪ੍ਰੋਗਰਾਮ ਤੁਹਾਡਾ ਇਹ ਹੋਣ ਜਾ ਰਿਹਾ ਹੈ, ਜਿਹਦੇ ਵਿੱਚ ਗੁੰਮਸ਼ੁਦਾ ਔਰਤ, ਇੱਕ ਅਨੀਤਾ ਸ਼ਬਦੀਸ਼ ਦਾ ਨਾਟਕ ਹੋਣਾ, ਇਸ ਤੋਂ ਇਲਾਵਾ ਡਾਕਟਰ ਚਮਨ ਲਾਲ ਹੋਣਾ ਦਾ ਲੈਕਚਰ ਹੋਏਗਾ, ਤੇ ਦੂਸਰਾ ਤੁਸੀਂ ਜ਼ਿਕਰ ਕੀਤਾ ਸਰਬਜੀਤ ਉਖਲਾ ਹੋਣਾ ਵੱਲੋਂ ਜਿਹੜੇ ਮੈਜਿਕ ਟ੍ਰਿਕਸ ਹੈਗੇ ਆ
ਉਹ ਦਿਖਾਏ ਜਾਣੇ ਆ। ਹਾਂਜੀ, ਇਹ 11:30 ਵਜੇ ਦਾ ਪ੍ਰੋਗਰਾਮ ਆ ਤੇ ਉਹਦੇ ਵਿੱਚ ਜਿੱਦਾਂ ਮੈਂ ਐਡਰੈਸ ਦੱਸਣਾ ਚਾਹੁੰਦੀ ਹਾਂ, ਇਹ ਜ਼ਰੂਰ ਪੰਜਾਬ ਬੈਂਕ ਠਾਲ, ਇਹ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ। ਯੂਨਿਟ ਨੰਬਰ 215 8166 128 ਸਟਰੀਟ ਤੇ। ਤੁਹਾਡਾ ਮੈਨੂੰ ਲੱਗਦਾ ਤਬੀਅਤ ਖਰਾਬ ਹੋ ਰਹੀ, ਇੰਨਾ ਗਲਾ ਨਹੀਂ ਤੁਹਾਡਾ ਠੀਕ ਲੱਗ ਰਿਹਾ ਮੈਨੂੰ। ਹਾਂਜੀ, ਥੋੜਾ ਜਿਹਾ ਲੱਗਦਾ। ਮੈਂ ਐਡਰੈਸ ਪੜ੍ਹ ਦਿੰਨੀ ਆਪਣੇ ਸੁਣਨ ਵਾਲਿਆਂ ਦੇ ਲਈ। ਪੰਜਾਬ ਬੈਂਕਟ ਹਾਲ ਹੈਗਾ ਇਹ ਪ੍ਰੋਗਰਾਮ 2 ਅਪ੍ਰੈਲ ਨੂੰ 11:30 ਵਜੇ ਐਤਵਾਰ ਨੂੰ। ਪੰਜਾਬ ਬੈਂਕਟ ਹਾਲ ਦਾ ਐਡਰੈਸ ਜੇ ਤੁਹਾਨੂੰ ਨਹੀਂ ਪਤਾ ਤਾਂ ਯੂਨਿਟ 215 8166 128th ਸਟਰੀਟ 128 ਸਟਰੀਟ ਤੇ ਪੰਜਾਬ ਬੈਂਕਟ ਹਾਲ। ਫੋਨ ਨੰਬਰ? ਹਾਂਜੀ, ਮੇਰਾ ਫੋਨ ਨੰਬਰ ਹੈਗਾ 6047604794 ਤੇ ਜਗਰੂਪ ਧਾਲੀਵਾਲ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਐਪਸਪੋਰਟ ਦੇ ਵਿੱਚ 778 908 7785। ਇਹ ਟਿਕਟਾਂ ਲੈਣੀਆਂ ਪੈਣੀਆਂ ਇਹਦੇ ਲਈ? ਨਹੀਂ ਜੀ, ਇਹ ਪ੍ਰੋਗਰਾਮ ਫ੍ਰੀ ਹੈ ਤੇ ਅਸੀਂ ਉੱਦਾਂ ਜ਼ਰੂਰ ਕਹਾਂਗੇ ਵੀ ਜਿਹੜੇ ਭੈਣ ਭਾਈ ਇਹ ਸਮਝਦੇ ਨੇ ਵੀ ਇਹਨਾਂ ਪ੍ਰੋਗਰਾਮਾਂ ਤੇ ਕਾਸਟ ਆਉਂਦੀ ਹੈਗੀ ਆ, ਸੋ ਉਹ ਸਾਡੀ ਹੈਲਪ ਜ਼ਰੂਰ ਕਰਨ। ਉਹਨਾਂ ਦਾ ਆਪਦਾ ਜਿੱਦਾਂ ਵੀ, ਪਰ ਅਸੀਂ ਇਹ ਵੀ ਚਾਹੁੰਦੇ ਆ ਵੀ ਇਹ ਨਾ ਹੋਵੇ ਵੀ ਜਿਹੜਾ ਬੰਦਾ ਟਿਕਟ ਲੈ ਕੇ ਕੋਈ ਵੀ ਪ੍ਰੋਗਰਾਮ ਨਹੀਂ ਦੇਖ ਸਕਦਾ ਵੀ ਉਹ ਕਿਤੇ ਪਿੱਛੇ ਨਾ ਰਹਿ ਜਾਵੇ। ਸੋ ਅਸੀਂ ਇਹ ਵੀ ਚਾਹੁੰਦੇ ਆ ਉਹ ਵੀ ਆਉਣ ਤੇ ਜਿਹੜਾ ਟਿਕਟ ਦੇ ਪੈਸੇ ਦੇ ਸਕਦਾ ਉਹ ਸਾਨੂੰ ਉੱਦਾਂ ਵੀ ਦੇ ਸਕਦਾ ਆ ਕੇ। ਤੇ ਅਸੀਂ ਉਹਨਾਂ ਨੂੰ ਜ਼ਰੂਰ ਅਪੀਲ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਪਿੱਛੇ ਕੰਮ ਕਰਨ ਦੇ ਲਈ ਸਾਨੂੰ ਹੈਲਪ ਦੀ ਲੋੜ ਜ਼ਰੂਰ ਹੁੰਦੀ ਆ ਤੇ ਉਹ ਆਉਣ ਤੇ ਵੱਧ ਤੋਂ ਵੱਧ ਲੋਕ ਆਓ, ਕਿਉਂਕਿ ਬਹੁਤ ਵਧੀਆ ਪ੍ਰੋਗਰਾਮ ਹੋਊਗਾ। ਤੁਹਾਨੂੰ ਆਪ ਨੂੰ ਵੀ ਲੱਗੂਗਾ ਵੀ ਜੇ ਅਸੀਂ ਕੁਛ ਦੇਖਿਆ ਹੈਗਾ, ਜੇ ਅਸੀਂ ਕੁਛ ਸਿੱਖਿਆ ਹੈਗਾ ਅੱਜ ਦੇ ਪ੍ਰੋਗਰਾਮ ਤੋਂ। ਇਹਨਾਂ ਦਾ ਦੇਖਿਆ ਹੋਣਾ ਤੁਸੀਂ ਬਹੁਤ ਸਾਰਾ ਡੰਗਾਈ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਨੇ ਤੇ ਉੱਥੇ ਵੀ ਤੁਸੀਂ ਸਿੱਧੇ ਸਵਾਲ ਜਵਾਬ ਵੀ ਕਰ ਸਕਦੇ ਹੋ, ਤੁਸੀਂ ਮਿਲ ਵੀ ਸਕਦੇ ਹੋ। ਤੇ ਹੁਣ ਤਾਂ ਅਸੀਂ ਆਵਾਜ਼ ਦੇ ਰਾਹੀਂ ਡਾਕਟਰ ਚਮਨ ਲਾਲ ਮਿਲੇ ਨੇ, ਉਸ ਦਿਨ ਤੁਸੀਂ ਇਹਨਾਂ ਦੇ ਰੂਬਰੂ ਹੋ ਕੇ ਜਿਹੜੀਆਂ ਗੱਲਾਂ ਸੁਣੋਗੇ ਉਹ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਸੁਣ ਸਕੋਗੇ। ਸੋ ਸਾਰੇ ਜਾਣੇ ਇਸ ਪ੍ਰੋਗਰਾਮ ਤੇ ਪਹੁੰਚਿਓ।